ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਦੇਖ ਰਿਹਾ ਕਿ ਇਸ ਟਾਈਮ 75 ਤੋਂ ਪਲੱਸ ਜਿਹੜੇ ਬੰਦੇ ਨੇ ਸਾਡੇ ਨਾਲ ਜੁੜ ਚੁੱਕੇ ਨੇ ਔਰ ਅਸੀਂ ਸਭ ਤੋਂ ਪਹਿਲੇ ਅਸੀਂ ਸਾਰਿਆਂ ਨੂੰ ਜੈ ਆਖਦੇ ਹਾਂ। ਮਸਲਾ ਹੈ ਟੀਚਰਾਂ ਤਨਖਾਹ ਦਾ ਮਸਲਾ ਜੋ ਅੱਜ ਸੋਸ਼ਲ ਮੀਡੀਆ ਦੇ ਵਿੱਚ ਦਾ ਵਿਸ਼ੇ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਦੇ ਵਿੱਚ ਹੀ ਨਹੀਂ ਦੇ ਵਿੱਚ ਵੀ ਇੱਕ ਦੋਸ਼ ਇਸ਼ੂ ਬਣਿਆ ਹੈ ਤੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲੇ ਅਸੀਂ ਜੀ ਆਖਦੇ ਹਾਂ ਜਸਵੰਤ ਕੌਰ ਜੀ, ਆਪ ਜੀ ਦਾ ਸਵਾਗਤ ਹੈ ਔਰ ਅਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨੇ हैं और मैं अनम्यूट करके इस प्रोग्राम ਨੂੰ ਹਰਜੋਤ ਜੀ ਪਹਿਲੇ ਇਹ ਮਿਊਟ ਕਰਵਾਓ, ਕਿਸੇ ਦੇ ਬਹੁਤ ਪਿੱਛੋਂ ਟੀਵੀ ਦੀ ਆਵਾਜ਼ ਆ ਰਹੀ ਹੈ, ਜੇਕਰ ਉਹ ਨਹੀਂ ਕਰ ਰਹੇ ਤੇ ਉਹਨਾਂ ਨੂੰ ਰਿਮੂਵ ਕਰ ਦਿਓ। ਇਹ ਅੰਮ੍ਰਿਤ ਜੀ ਦੀ ਬਹੁਤ ਆਵਾਜ਼ ਹੈ। ਸਾਰਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਜੀ ਪਲੀਜ਼ ਮਿਊਟ ਕੀਤਾ ਜਾਵੇ। ਹਾਂਜੀ, ਅੰਮ੍ਰਿਤ ਕੌਰ ਐਂਡ ਬਲਜਿੰਦਰ ਕੌਰ। ਹਾਂਜੀ ਪਲੀਜ਼ ਸਰਜੋਤ ਜੀ। ਹਾਂ ਵੀਰ ਜੀ, ਸਾਰੇ ਮਿਊਟ ਹੋ ਗਏ ਨੇ, ਮੈਂ ਸਾਰਿਆਂ ਨੂੰ ਮਿਊਟ ਕਰਤਾ। ਹੁਣ ਜਿਹੜਾ ਵੀ ਅਨਮਿਊਟ ਹੋਏਗਾ ਅਸੀਂ ਕਰਦੇ ਰਹਾਂਗੇ। ਅਸੀਂ ਚਾਹਾਂਗੇ ਕਿਉਂਕਿ ਸੀਨੀਅਰ ਜਿਹੜੇ ਨੇ ਪੁਸ਼ਪਿੰਦਰ ਕੌਰ ਜੀ, ਜਸਵੰਤ ਕੌਰ ਜੀ, ਆਪਣਾ ਗੀਤਾ ਜੀ, ਸਾਰੇ ਇੱਥੇ ਹੈਗੇ ਨੇ। ਸ਼ੁਰੂ ਮੈਂ ਕਰਾਂਗਾ ਜਸਵੰਤ ਕੌਰ ਜੀ ਤੋਂ। ਜਸਵੰਤ ਕੌਰ ਜੀ ਪਲੀਜ਼ ਆਪਣਾ ਅਨਮਿਊਟ ਹੋ ਕੇ ਤੁਸੀਂ ਜਰਾ ਇਸ ਨੂੰ ਅੱਗੇ ਅਸੀਂ ਤੋਰੀਏ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅੱਜ ਮੈਂ ਥੈਂਕ ਯੂ ਕਹਾਂ ਜੀ ਸਰਸਾ ਜੀ ਦਾ, ਜਿਨ੍ਹਾਂ ਨੇ ਅੱਜ ਸਾਨੂੰ ਐਟਲੀਸਟ ਐਡਰੈਸ ਕੀਤਾ, ਸਾਡੀ ਪ੍ਰੋਬਲਮ ਨੂੰ ਰੈਕਗਨਾਈਜ਼ ਕੀਤਾ ਤੇ ਉਹਨਾਂ ਦੀ ਵੀਡੀਓ ਬਹੁਤ ਹੀ ਪੋਜ਼ਿਟਿਵ ਸੀ। ਨੋ ਡਾਊਟ ਉਹਨਾਂ ਨੇ ਲਾਸਟ 1 ਈਅਰ ਦੇ ਵਿੱਚ ਉਹੀ ਇੱਕ ਐਸੇ ਪ੍ਰਧਾਨ ਸੀ ਜਿਨ੍ਹਾਂ ਨੇ ਇਹਨਾਂ ਸਕੂਲਸ ਨੂੰ ਪੈਸਾ ਦਿੱਤਾ। ਨਹੀਂ ਤਾਂ ਇਸ ਤੋਂ ਪਹਿਲਾਂ ਜਿੰਨੇ ਪ੍ਰਧਾਨ ਸੀ ਉਹ ਸਕੂਲਾਂ ਤੋਂ ਪੈਸਾ ਲੈ ਕੇ ਗਏ ਨੇ, ਦਿੱਤਾ ਕਿਸੇ ਨੇ ਨਹੀਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੂੰਗੀ, ਉਹਨਾਂ ਨੇ ਦਿੱਤਾ ਲੇਕਿਨ ਉਹਨਾਂ ਨੇ ਸਿਰਫ ਸੈਲਰੀਜ਼ ਨੂੰ ਹੀ ਤਵੱਜੋ ਦਿੱਤੀ ਸੀ। ਉਹਨਾਂ ਦੀ ਸੈਲਰੀਜ਼ ਨਾ ਦੇਣ ਦਾ ਕੀ ਕਾਰਨ ਸੀ, ਜੇ ਉਹ ਕਾਰਨ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਕਾਰਨ ਨੇ ਜਿਹ ਓਵਰ ਸਟਾਫਿੰਗ ਹਮੇਸ਼ਾ ਅਸੀਂ ਕਹਿੰਦੇ ਆ, ਨੋ ਡਾਊਟ ਸਰਨਾ ਦੇ ਟਾਈਮ ਤੇ, ਸਰਨਾ ਸਾਹਿਬ ਦੇ ਟਾਈਮ ਤੇ ਬਹੁਤ ਓਵਰ ਸਟਾਫਿੰਗ ਹੋਈ ਹੈ, ਹੁਣ ਵੀ ਕੁਝ ਹੋਏ ਨੇ, ਅਸੀਂ ਮੰਨਦੇ ਆ ਉਸ ਚੀਜ਼। ਉਹ ਪ੍ਰੋਬਲਮਸ ਅਸੀਂ ਬਹੁਤ ਡਿਸਕਸ ਕੀਤੀਆਂ ਨੇ, ਉਹ ਪ੍ਰੋਬਲਮਸ ਨੇ, ਲੇਕਿਨ ਆਹ ਟਾਈਮ ਸੀਗਾ ਇਹ ਪ੍ਰੋਬਲਮਸ ਨੂੰ ਸੋਲਵ ਕਰਨ ਦਾ। ਹੁਣ ਅਸੀਂ ਅੱਜ ਤੱਕ ਅਸੀਂ ਇਹ ਪ੍ਰੋਬਲਮਸ ਤੋਂ ਬਾਹਰ ਨਹੀਂ ਆ ਸਕੇ ਹੈਗੇ। ਇਹ ਪ੍ਰੋਬਲਮਸ ਐਜ਼ ਇਟ ਇਜ਼ ਹੀ ਨੇ ਔਰ ਐਜ਼ ਇਟ ਇਜ਼ ਹੀ ਪਿਛਲੇ 7 ਸਾਲਾਂ ਤੋਂ ਚੱਲ ਰਹੀਆਂ ਨੇ, ਕਿਉਂਕਿ ਉਹ EMPLOYEES ਜੋ ਐਡਮਿਟ ਕੀਤੇ ਗਏ ਨੇ ਉਹ ਵੋਟਰਸ ਨੂੰ ਇਨਫਲੂਐਂਸ ਕਰਦੇ ਨੇ ਤੇ ਇਹ ਵੋਟਿੰਗ ਦੀ ਰਾਜਨੀਤੀ ਹੈ ਕਿ ਉਹਨਾਂ ਨੂੰ ਭਰਤੀ ਕੀਤਾ ਜਾਏ ਤੇ ਅੱਜ ਉਹਨਾਂ ਨੂੰ ਕੱਢਿਆ ਨਹੀਂ ਜਾ ਰਿਹਾ। ਉਹਦੇ ਚ ਇਨਕਲੂਡਿੰਗ ਮੈਂ ਵੀ ਹਾਂ, ਜੋ ਵੀ ਹੈ ਜੇ, ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰ ਰਹੀ ਹੈ ਜੀ। ਇਹ ਮੈਨੇਜਮੈਂਟ ਹੀ ਹੈ ਜਿਨ੍ਹਾਂ ਨੇ ਅਪਾਇੰਟ ਕੀਤਾ ਤੇ ਜਿਨ੍ਹਾਂ ਨੇ ਕੱਢਣਾ ਸੀ। ਇਹਦੇ ਚ ਸਟਾਫ ਦਾ ਨਾ ਕੋਈ ਲੈਣਾ ਹੈ ਨਾ ਕੋਈ ਦੇਣਾ ਹੈ, ਨਾ ਸਟਾਫ ਅਪਾਇੰਟਿੰਗ ਅਥਾਰਟੀ ਹੈ, ਨਾ ਅੱਜ ਉਹਨਾਂ ਨੂੰ ਕੋਈ ਉਹਨਾਂ ਦੇ ਉੱਤੇ ਐਕਸ਼ਨ ਲੈ ਸਕਦਾ ਹੈ। ਅਸੀਂ ਆਪਣਾ 100% ਦੇ ਰਹੇ ਹਾਂ। ਸਾਡੀ ਸੈਲਰੀਜ਼ ਜਿਹੜੀਆਂ ਨੇ ਉਹ 100% ਰਿਲੀਜ਼ ਹੋਣੀਆਂ ਚਾਹੀਦੀਆਂ ਨੇ। ਅੱਜ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਪਹਿਲਾਂ ਉਹਨਾਂ ਟੀਚਰਸ ਨੂੰ ਜਾਂ ਉਹਨਾਂ ਸਟਾਫ ਨੂੰ ਜਾਂ ਉਹਨਾਂ ਸਕੂਲਸ ਨੂੰ ਦੇਵਾਂਗੇ ਜਿਨ੍ਹਾਂ ਦੀ ਪਿਛਲੇ 3 ਮਹੀਨਿਆਂ ਤੋਂ ਸੈਲਰੀ ਨਹੀਂ ਆਈ। ਮੈਂ ਮੰਨਦੀ ਹਾਂ ਸਾਡੇ ਸਟਾਫ ਦੀ ਬਹੁਤ ਜ਼ਰੂਰਤ ਹੈ, ਉਹਨਾਂ ਨੂੰ ਪਹਿਲਾਂ ਮਿਲਣੀ ਚਾਹੀਦੀ ਹੈ, ਲੇਕਿਨ ਜਿਹੜਾ GHPS ਲੋਨੀ ਰੋਡ ਹੈ ਜਾਂ ਬਸੰਤ ਵਿਹਾਰ ਹੈ, ਇਹਨਾਂ ਦੀ ਸੈਲਰੀਜ਼ ਜਿਹੜੀਆਂ ਨੇ ਮਾਰਚ ਦੀਆਂ 60-70% ਰਿਲੀਜ਼ ਹੋ ਰਹੀਆਂ ਨੇ। ਸ਼ਾਇਦ ਹੋ ਸਕਦਾ ਅਪ੍ਰੈਲ ਦੀਆਂ ਕੁਝ ਹੱਦ ਤੱਕ ਆ ਵੀ ਜਾਣ, 20-25% ਸੈਲਰੀਜ਼ ਆਵੇ, ਮਤਲਬ ਪੈਸਾ ਆ ਵੀ ਜਾਏ ਫੀਸ ਦਾ। ਥੋੜੀ ਬਹੁਤ ਇਹਨਾਂ ਨੂੰ ਹੈਲਪ ਦੀ ਫੇਰ ਵੀ ਲੋੜ ਹੈ, ਕਿਉਂਕਿ ਸਟਾਫ ਇੱਥੇ ਵੀ ਬਹੁਤ ਹੈਂਡ ਟੂ ਮਾਊਥ ਹੈ। ਇਸ ਤਰ੍ਹਾਂ ਨਹੀਂ ਹੈ ਕਿ ਹੈਂਡ ਟੂ ਮਾਊਥ ਨਹੀਂ ਹੈਗਾ। ਆਲਰੇਡੀ 2016 ਦੇ ਵਿੱਚ ਜਦ ਸੈਂਟਰਲਾਈਜ਼ ਫੀਸ ਹੋਇਆ ਸੀ, ਇਹਨਾਂ ਬ੍ਰਾਂਚਿਸ ਤੋਂ ਹੀ ਮੈਕਸਿਮਮ ਫੰਡ ਗਿਆ ਤੇ ਉਹਨਾਂ ਬ੍ਰਾਂਚਿਸ ਵਾਸਤੇ ਗਿਆ ਜਿੰਨਾ ਕਰਕੇ ਅੱਜ ਇਹ ਲੌਸਿਸ ਚ ਨੇ। ਚਾਹੇ ਉਹ ਫਤਿਹ ਨਗਰ ਹੈ, ਚਾਹੇ ਉਹ ਤਿਲਕ ਨਗਰ ਹੈ, ਚਾਹੇ ਉਹ ਪੰਜਾਬੀ ਬਾਗ ਹੈ, ਚਾਹੇ ਕਰੋਲਬਾਗ ਹੈ, ਜਿਹੜੇ ਵੀ ਸਕੂਲਸ ਨੇ ਇਹ ਪਹਿਲਾਂ ਵੀ ਘਾਟੇ ਚ ਨੇ, ਅੱਜ ਵੀ ਘਾਟੇ ਚ ਨੇ। ਉਹਨਾਂ ਦਾ ਪਹਿਲਾਂ ਸਾਡੇ ਫੰਡ ਚ ਉਹਨਾਂ ਨੂੰ ਪੈਸਾ ਗਿਆ, ਫਿਰ DSGMC ਤੋਂ ਉਹਨਾਂ ਨੂੰ ਪੈਸਾ ਗਿਆ, ਹੁਣ ਵੀ ਬਾਹਰੋਂ ਪੈਸਾ ਇਕੱਠਾ ਹੋਏਗਾ ਉਹਨਾਂ ਨੂੰ ਚਾਹੀਦਾ। ਦੈਟ ਮੀਨਸ ਸਾਡਾ ਸਟਾਫ ਜਿਹੜਾ ਲੋਨੀ ਰੋਡ ਦਾ ਸਟਾਫ ਹੈ, ਕਿਤੇ ਨਾ ਕਿਤੇ ਉਹ ਸਫਰ ਕਰੇਗਾ। ਉਹਨਾਂ ਨੂੰ ਵੀ ਇਸ ਟਾਈਮ ਬਹੁਤ ਜ਼ਰੂਰਤ ਹੈ ਪੈਸੇ ਦੀ। ਸਾਡੀ ਸੈਲਰੀ ਚਾਹੇ ਰੈਗੂਲਰ ਨਹੀਂ। ਜਸਵੰਤ ਕੌਰ ਜੀ ਮੈਂ ਇੱਕ ਗੱਲ ਕਹਾਂਗਾ, ਇੱਥੇ ਅਸੀਂ ਗੱਲ ਜਿਹੜੀ ਕਰਨ ਬੈਠੇ ਆ ਅੱਗੇ ਕੀ ਹਾਲ ਹੈ ਔਰ ਇੱਥੇ ਪਾਰਟਿਕੂਲਰ ਇੱਕ ਸਕੂਲ ਦਾ ਮੈਂ ਇੱਕ ਮਿੰਟ ਕਹਾਂਗਾ ਸਰ, ਮੈਂ ਸਿਰਫ ਉਹਨਾਂ ਦੇ ਅਸੀਂ ਇੱਕ ਸਕੂਲ ਦਾ ਨਹੀਂ ਲੈ ਕੇ ਚੱਲ ਰਹੇ, ਅਸੀਂ ਲੈ ਕੇ ਚੱਲ ਰਹੇ ਹਾਂ ਕਿ 13 ਸਕੂਲ ਨੇ, ਸਾਰੇ ਸਿੱਖੀ ਦੀ ਧਰੋਹਰ ਨੇ, ਸਿੱਖ ਕੌਮ ਦੀ ਧਰੋਹਰ ਨੇ
ਉਹਦੇ ਜਿਹੜੇ ਟੀਚਰ ਨੇ ਸਾਰੇ ਇੱਕ ਬਰਾਬਰ ਨੇ, ਉਹ ਸਾਰੇ ਟੀਚਰਾਂ ਦੀ ਅਸੀਂ ਗੱਲ ਕਰਾਂਗੇ ਪਲੀਜ਼। ਸਰ ਮੈਂ ਬਿਲਕੁਲ ਉਹਨਾਂ ਦੀ ਹੀ ਗੱਲ ਦੇ ਜਵਾਬ ਦਿੱਤੇ ਸੀ, ਹੁਣ ਤੱਕ ਮੈਂ ਕੁਝ ਹੋਰ ਨਹੀਂ ਬੋਲਿਆ ਹੈਗਾ। ਮੈਂ ਬੜੀ ਪੋਜ਼ਿਟਿਵ ਹੈ, ਉਹਨਾਂ ਨੇ ਬੜੇ ਪੋਜ਼ਿਟਿਵ ਬੋਲਿਆ ਕਿ ਸਾਨੂੰ ਇਹਦਾ ਸੋਲੂਸ਼ਨ ਦੱਸੋ, ਜਿਵੇਂ ਹੁਣੇ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀ ਲੈਕ ਹੈ ਸਕੂਲਸ ਦੇ ਵਿੱਚ ਪਾਲਿਸੀ ਫਰੇਮਵਰਕ ਹੈ। ਉਹ ਪਾਲਿਸੀ ਫਰੇਮਵਰਕ ਸਭ ਤੋਂ ਪਹਿਲਾਂ ਅਪਾਇੰਟਮੈਂਟ ਤੇ ਸ਼ੁਰੂ ਹੁੰਦੀ ਹੈ। ਜੇ ਪਾਲਿਸੀਜ਼ ਹੁੰਦੀਆਂ, ਇੱਕ ਪੋਸਟ ਫਿਕਸ ਹੁੰਦੀ ਕਿ ਇੰਨੇ ਐਲਡੀਸੀ ਇੱਕ ਸਕੂਲ ਦੇ ਵਿੱਚ ਜ਼ਰੂਰਤ ਹੈ, ਇੰਨੇ ਯੂਡੀਸੀ ਇੱਕ ਸਕੂਲ ਦੇ ਵਿੱਚ ਜ਼ਰੂਰਤ ਹੈ, ਇੰਨੇ ਟੀਚਰ ਪੀਜੀਟੀ ਇੰਨੇ, ਟੀਜੀਟੀ ਇੰਨੇ, ਜੋ ਫਿਕਸ ਹੁੰਦੀਆਂ ਪੋਸਟ, ਕੋਈ ਵੀ ਅਪਾਇੰਟਮੈਂਟ ਨਹੀਂ ਕਰ ਸਕਦਾ, ਉਹਨੂੰ ਓਵਰ ਅਪਾਇੰਟਮੈਂਟ ਨਹੀਂ ਕਰ ਸਕਦਾ। ਪਹਿਲੀ ਪਾਲਿਸੀ ਫਰੇਮਵਰਕ ਬਹੁਤ ਜ਼ਰੂਰੀ ਹੈ। ਉਹ ਪਾਲਿਸੀ ਫਰੇਮਵਰਕ ਪੋਸਟ ਫਿਕਸੇਸ਼ਨ ਦੇ ਨਾਲ ਹੋਏਗੀ। ਪੋਸਟ ਫਿਕਸੇਸ਼ਨ ਕਰਨੀ ਚਾਹੀਦੀ ਹੈ। ਜਿਹੜਾ ਸਟਾਫ ਐਕਸਟਰਾ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਐਡਜਸਟ ਕੀਤਾ ਜਾਣਾ ਚਾਹੀਦਾ ਹੈਗਾ। ਜੇ ਨਹੀਂ ਐਡਜਸਟ ਹੁੰਦੇ ਹੈਗੇ ਤੇ ਐਟਲੀਸਟ ਉਹਨਾਂ ਨੂੰ ਪੇਮੈਂਟ ਕਰਕੇ ਉਹਨਾਂ ਦੇ ਕਰਕੇ ਸਾਰਾ ਸਟਾਫ ਨਹੀਂ ਸਫਰ ਕਰਨਾ ਚਾਹੀਦਾ। ਫਿਰ ਇਹ ਪ੍ਰਮੋਸ਼ਨ ਦੇ ਵਿੱਚ ਵੀ ਆਪਣੇ ਜਿਹੜੇ ਵੀ ਭਾਈ ਭਤੀਜੇ ਹੁੰਦੇ ਨੇ ਉਹਨਾਂ ਨੂੰ ਪ੍ਰਮੋਸ਼ਨ ਵੀ ਬੜੇ ਆਸਾਨ ਨਾਲ ਮਿਲਦੀ ਹੈ। ਉਹ ਪ੍ਰਮੋਸ਼ਨ ਪਾਲਿਸੀ ਹੋਣੀ ਚਾਹੀਦੀ ਹੈ। ਡਾਇਰੈਕਟਰ ਆਫ ਐਜੂਕੇਸ਼ਨ ਦਾ ਇੱਕ ਸਰਕੂਲਰ ਹੈ, ਔਰ ਅੱਜ ਦਾ ਨਹੀਂ 1997 ਦਾ ਸਰਕੂਲਰ ਹੈ। ਉਹ ਇਹ ਕਹਿੰਦਾ ਹੈ ਕਿ ਪ੍ਰਾਈਵੇਟ ਸਕੂਲਸ ਦੇ ਵਿੱਚ 100% ਵੈਕੈਂਸੀਜ਼ ਜਿਹੜੀਆਂ ਨੇ ਉਹ ਪ੍ਰਮੋਸ਼ਨ ਨਾਲ ਭਰੀਆਂ ਜਾਣਗੀਆਂ। ਮੀਨਸ ਜੇ ਕੋਈ ਪੀਜੀਟੀ ਰਿਟਾਇਰ ਹੁੰਦਾ ਹੈ ਜਾਂ ਤੇ ਟੀਜੀਟੀ ਦੇ ਵਿੱਚੋਂ ਦੇਖਾਂਗੇ ਕਿ ਕੋਈ ਉਸ ਪ੍ਰਮੋਸ਼ਨ ਪੋਸਟ ਲਈ ਐਪਲੀਕੇਬਲ ਹੈ ਜਾਂ ਨਹੀਂ ਹੈ। ਜੇ ਨਹੀਂ ਮਿਲਦਾ ਹਰਜੋਤ ਜੀ, ਆਈ ਥਿੰਕ ਅਸੀਂ ਨਾ ਮੁੱਦੇ ਦੀ ਗੱਲ ਕਰੀਏ, ਮੁੱਦੇ ਤੋਂ ਬਿਲਕੁਲ ਬਾਹਰ ਜਾ ਰਹੇ ਹਾਂ। ਅਸੀਂ ਸਿੰਪਲ ਇਹ ਗੱਲ ਕਰੀਏ, ਕਿਉਂਕਿ ਅਸੀਂ ਇਸ ਵੇਲੇ ਇਹ ਗੱਲ ਕਰ ਰਹੇ ਹਾਂ ਕਿ ਬਈ ਅਸੀਂ ਜਿਹੜੀ ਮੈਡਮ ਤੁਸੀਂ ਗੱਲ ਕਰ ਰਹੇ ਹੋ ਪ੍ਰਾਈਵੇਟ ਸਕੂਲ ਦੀ, ਵੀ ਸ਼ੁੱਡ ਬੀ ਟਾਕਿੰਗ ਅਬਾਊਟ ਦ ਮਾਈਨੋਰਿਟੀ ਸਕੂਲਸ, ਕਿਉਂਕਿ ਸਾਡੇ ਮਾਈਨੋਰਿਟੀ ਸਕੂਲ ਦੇ ਔਰ ਮਾਈਨੋਰਿਟੀ ਸਕੂਲ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ। ਮੈਡਮ ਇੱਕ ਮਿੰਟ, ਐਸ ਪਰ ਦੀ ਟੀਐਮਆਈ ਜਜਮੈਂਟ ਮਾਈਨੋਰਿਟੀ ਸਕੂਲਸ ਨੂੰ ਆਪਣੇ ਇਹਨਾਂ ਚੀਜ਼ਾਂ ਦੇ ਉੱਤੇ ਪੂਰਾ ਧਿਆਨ ਦੇਣਾ ਹੈ। ਬਿਲਕੁਲ ਠੀਕ ਹੈ। ਪੂਰੀ ਗੱਲ ਕਰਨ ਦੋ, ਗੱਲ ਸੋਲੂਸ਼ਨ ਦੀ ਆ ਰਹੀ ਹੈ। ਗੱਲ ਸੋਲੂਸ਼ਨ मैडम इस टाइम ਜਿਹੜੇ रिक्रूटमेंट रूल्स बनने और ऐसा बनना, this is a long process, so we should talk about immediate solutions for the 3 month salary. We should not talk about if which GHPS ਨੂੰ ਜਿਵੇਂ ਲਾਈਮਲਾਈਟ ਤੇ ਲਿਆਉਣਾ ਹੈ। ਗੱਲ ਇਹ ਹੋ ਰਹੀ ਹੈ सैलरी पे मुद्दा है, सैलरी मुद्दा है, बट हमें इसका एक परमानेंट सोल्यूशन भी निकालना है। हमें 2 साल हो गए हैं सर इनके आगे हाथ फैलाते हुए, हर महीने हम इनके पास जाते रहे। हम कभी DSGMC के ऑफिस गए हैं सैलरी के लिए, कभी हम हरमीत कालका जी के ऑफिस गए हैं सैलरी के लिए। स्टाफ 2 साल से स्ट्रगल कर रहा है सैलरी के लिए। हमने जनवरी के 2020 में हमने अपनी प्रॉब्लम सॉल्व करी, हमने अपनी सैलरीज को ठीक किया। 1 महीने बाद आज फिर हम वहीं खड़े हैं, 3 महीने की सैलरी हमारी फिर पेंडिंग है। स्टाफ का क्या कसूर है सर? अगर ओवर स्टाफिंग थी तो सोल्यूशन मैनेजमेंट ने निकालना था। अगर 6 पे कमीशन के एरियाज पे कोर्ट केस गए, क्यों गए? वो भी इनकी वजह से गए। रीजन इनको हैंडल नहीं करना है। इन्होंने जितनी कमिटमेंट स्टार्टिंग में करी वो कोई पूरी नहीं करी। इन्होंने अपने नियर डियर्स को दिए 6 पे कमीशन के एरियाज, स्टाफ को कोर्ट जाना पड़ा। ठीक है, उसके बाद सर 6 पे कमीशन एरियाज दिए, इमीडिएटली उसके बाद हमारी सैलरीज रोकनी शुरू कर दी गई। पैसा जो दिया वो इन्होंने पूरा कर लिया। फिर उसके बाद हमारे टीएज, हमारे डीएज, हमारे फेस्टिवल फंड्स, हमारे बोनस सब रोक दिए गए सर, सब रोक दिए गए। हम फिर भी एडजस्ट करते गए, चलो मैनेजमेंट है, हमें साथ चलना है। आई एग्री, सिरसा जी ने हमारी हेल्प करी है, देयर इज नो डाउट इन दिस कि सिरसा जी के पास हम जब भी गए हैं उन्होंने हमारी हेल्प करी है, फंड्स दिए हैं, बट इसका कोई परमानेंट सोल्यूशन नहीं। बिल्कुल ठीक है। रूल्स वर नॉट एट ऑल। एक चीज मैं सारिਆਂ ਨੂੰ ਕਹਾਂਗਾ ਕਿ ਸਾਡੇ ਕੋਲੋਂ ਇੱਥੇ ਇਸ ਟਾਈਮ ਸਾਡੇ ਨਾਲ 100 ਤੋਂ ਵੱਧ ਜਿਹੜੇ ਨੇ, ਮੈਕਸਿਮਮ 100 ਦੀ ਲਿਮਿਟ ਹੈ, 100 ਜੁੜੇ ਹੋਏ ਨੇ। ਤੇ ਸਾਰਿਆਂ ਨੂੰ ਕਹਾਂਗਾ ਕਿ ਅਸੀਂ ਹਰ ਇੱਕ ਦੀ ਗੱਲ ਸੁਣੀਏ, ਔਰ ਹਰ ਇੱਕ ਦੀ ਗੱਲ ਤੋਂ ਬਾਅਦ ਫਿਰ ਜਿਹੜੇ ਸਾਡੇ ਮੇਨ ਮੋਢੀ ਹੈਗੇ ਨੇ, ਭਾਵੇਂ ਪੁਸ਼ਪਿੰਦਰ ਜੀ ਨੇ ਜਾਂ ਜਸਵੰਤ ਜੀ ਨੇ, ਮਨਦੀਪ ਜੀ ਨੇ, ਸਾਡੇ ਨਾਲ ਕਰਤਾਰ ਸਿੰਘ ਜੀ ਚਾਵਲਾ ਵੀ ਮੈਂਬਰ ਨੇ, ਉਹ ਵੀ ਬੈਠੇ ਹੈਗੇ ਨੇ। ਅਸੀਂ ਥੋੜੀ ਗੱਲ ਕਰਕੇ, ਕਿਉਂਕਿ 100 ਹੈਗੇ ਨੇ, ਤੇ ਉਸ ਤੋਂ ਬਾਅਦ ਅਸੀਂ ਫਾਈਨਲ ਡਿਸੀਜਨ ਕੋਈ ਨਾ ਕੋਈ ਕਰੀਏ। ਸਰ ਮੈਂ 2 ਮਿੰਟ ਚ ਆਪਣੀ ਗੱਲ ਕੰਪਲੀਟ ਕਰਦੀ ਹਾਂ। ਮੈਂ ਪਾਲਿਸੀ ਤੁਹਾਡੀ ਹੀ ਗੱਲ ਤੇ ਆਈ ਸੀ ਕਿ ਕਿਸ ਤਰ੍ਹਾਂ ਸੋਲੂਸ਼ਨ ਹੈ। ਸੋਲੂਸ਼ਨ ਪਾਲਿਸੀ ਫਰੇਮਵਰਕ ਹੈ ਸਰ, ਇਹਦਾ ਪਰਮਾਨੈਂਟ ਸੋਲੂਸ਼ਨ।
ਇਹ ਪਰਮਾਨੈਂਟ ਸੋਲੂਸ਼ਨ ਇਸ ਤੋਂ ਇਲਾਵਾ ਹੈ ਹੀ ਨਹੀਂ ਹੈ ਜਾਂ ਕੁਛ ਹੋਰ। ਟ੍ਰਾਂਸਫਰ ਪਾਲਿਸੀ ਕਿਉਂ ਅਡਾਪਟ ਕੀਤੀ ਗਈ ਹੈ? ਟ੍ਰਾਂਸਫਰ ਪਾਲਿਸੀ ਸਿਰਫ ਸਟਾਫ ਨੂੰ ਹਰਾਸ ਕਰਨ ਵਾਸਤੇ ਅਡਾਪਟ ਕੀਤੀ ਗਈ ਹੈ, ਨਹੀਂ ਤਾਂ ਇਹ ਰੂਲਸ ਕਹਿੰਦੇ ਨੇ ਕਿ ਜਿਹੜਾ ਸਟਾਫ ਜਿੱਥੇ ਅਪਾਇੰਟ ਹੋਇਆ, ਜਿਹੜੇ ਸਕੂਲ ਦੇ ਵਿੱਚ ਅਪਾਇੰਟ ਹੋਇਆ, ਉਹ ਉਸੇ ਦਾ ਹੀ उस मैनेजमेंट का ही पार्ट है। और सर इसी ट्रांसफर पॉलिसी से ही इसी ट्रांसफर पॉलिसी की वजह से स्टाफ को दबाया गया, उनसे हर मन मर्जियां करी गई, हर मन मर्जियां इसी पॉलिसी से कराई गई क्योंकि ट्रांसफर पॉलिसी थी। मैं ये कहना चाहती हूँ, हाँ जी, मैं ये कहना चाहती हूँ, हमें एलिगेशन लगाने के बदले हमें कुछ फंड जनरेशन की पॉलिसीज हमें उसको सर्च करनी चाहिए। फॉर एग्जाम्पल करोल बाग स्कूल में हमारे बराबर में एक बिल्डिंग है जिसमें एक बिल्डिंग बनाई गई है, आप सबको पता होगा, वो हमारा कमर्शियल एरिया है। अगर उस बिल्डिंग को हम रेंट पे दे देते हैं, आई थिंक हमारे स्कूल की नहीं सारे स्कूल्स की जो प्रॉब्लम है वो निकल जाएगी। तो वी शुड नॉट स्टार्ट फॉर ब्लेमिंग मैनेजमेंट, स्टार्ट फॉर मैनेजमेंट ऑफ ऑप्शंस हैं। ये जो सोर्स ऑफ इनकम की बात है, ये हमने डीएसजीएमसी के ऑफिस में 50 मेंबर्स स्टाफ मेंबर्स ने सिरसा जी के साथ डिस्कस करी थी कि इसके लिए हमें सोर्सेज बनाने चाहिए, बट वो आज तक इम्प्लीमेंट कौन कराएगा? इम्प्लीमेंट मैनेजमेंट। देखो ਸਾਰਿਆਂ ਨੂੰ ਬੇਨਤੀ ਹੈ, ਫਿਰ ਅਸੀਂ ਉਹਨਾਂ ਨੂੰ ਸਮਝ ਨਾ ਆਵੇ ਤੇ ਇਸ ਜਿਹੜੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਇਹਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਏ। ਹਰਜੋਤ ਜੀ ਮੈਨੂੰ ਕਹਿਣ ਦਿਓ ਜ਼ਰਾ ਇੱਕ ਸੈਕਿੰਡ। ਜਿੰਨੀਆਂ ਵੀ ਟੀਚਰ ਸਾਡੇ ਨਾਲ ਜੁੜੀਆਂ ਨੇ, ਜੇਕਰ ਉਹ ਕਿਸੇ ਪਹਿਲੀ ਟੀਚਰ ਨੂੰ ਉਹ ਜੋ ਗੱਲ ਕਹਿਣਾ ਚਾਹ ਰਹੀਆਂ ਨੇ, ਉਹਨਾਂ ਨੇ ਕਿਸੇ ਦੂਸਰੀ ਟੀਚਰ ਤੋਂ ਉਹ ਗੱਲ ਸੁਣ ਲਈ ਹੈ ਤੇ ਫਿਰ ਉਹਨੂੰ ਰਿਪੀਟ ਕਰਨ ਵਾਸਤੇ ਉਹਦੇ ਚ ਐਡ ਆਨ ਨਾ ਕਰੋ। ਵੈਰੀ ਟਰੂ, ਵੈਰੀ ਟਰੂ। ਜੇਕਰ ਅਸੀਂ ਕੋਈ ਵੀ ਗੱਲ ਦਾ ਮੁੱਦਾ ਕਿਧਰੇ ਪਕੜਨਾ ਹੈਗਾ, ਅਸੀਂ ਬਿਲਕੁਲ ਟੂ ਦਾ ਪੁਆਇੰਟ ਆਈਏ, ਕਿਉਂਕਿ ਦੇਖੋ 100 ਦਾ 100 ਬੰਦਾ ਬੋਲ ਨਹੀਂ ਸਕਦਾ। ਜੇਕਰ ਇੱਕ ਬੋਲ ਰਿਹਾ ਵਿੱਚ ਦੂਸਰਾ ਬੋਲੇਗਾ ਤੇ ਕਿਸੇ ਦੀ ਗੱਲ ਵੀ ਸਮਝ ਨਹੀਂ ਆਏਗੀ ਔਰ ਨਾ ਹੀ ਤੁਹਾਡੀ ਗੱਲ ਕਨਵੇ ਹੋਏਗੀ। ਔਰ ਇੱਕ ਹੋਰ ਗੱਲ ਦੱਸਦੇ ਆ, ਇਹ ਵੀਡੀਓ DSGMC ਦੇ ਸਾਰੇ ਅਹੁਦੇਦਾਰ ਵੀ ਦੇਖ ਰਹੇ ਹੋਣਗੇ। ਜੇਕਰ ਅੱਜ ਟੀਚਰਸ ਕੋਈ ਵੀ ਗੱਲ ਕਹਿਣਾ ਚਾਹੁੰਦੀਆਂ ਨੇ, ਜੇਕਰ ਅੱਜ ਉਹ ਸਟ੍ਰੀਮਲਾਈਨ ਹੋ ਕੇ ਗੱਲ ਕਹਿਣਗੀਆਂ ਤੇ ਤੁਹਾਡੀ ਯੂਨਿਟੀ ਦਾ ਵੀ ਤਾਂ ਪਤਾ ਲੱਗੇਗਾ। ਮੈਂ ਆਪਸ ਦੇ ਵਿੱਚ ਕਮਾਲ ਜੀ ਮੈਂ ਇੱਕ ਇੱਕ ਕਰਕੇ ਜੋ ਸੀਰੀਅਸ ਵਾਈਜ਼ ਹੈਗੇ ਨੇ, ਮੈਂ ਇੱਕ ਇੱਕ ਨੂੰ ਪੁੱਛੀ ਜਾਵਾਂਗਾ। ਅਕਸ਼ੇ ਜੀ ਜਿਹੜੇ ਹਰਜੋਤ ਜੀ, ਉਹ ਤੁਹਾਨੂੰ ਬਹੁਤ ਟਾਈਮ ਲੱਗ ਜਾਏਗਾ। ਹਰਜੋਤ ਜੀ 100 ਬੰਦਾ ਹੈਗਾ, ਕਹਿਣਾ ਚਾਹੋਗੇ ਅਕਸ਼ੇ ਜੀ? ਜਿਹੜੇ 2-3 ਇਹਨਾਂ ਦੇ ਵਿੱਚ ਮੋਢੀ ਟੀਚਰਸ ਨੇ, ਉਹਨਾਂ ਨੂੰ ਟਾਈਮਰ ਦੇ ਕੇ 2 ਮਿੰਟ ਦਾ ਟਾਈਮਰ ਦੇ ਕੇ 120 ਸੈਕਿੰਡ ਉਹਨਾਂ ਨੂੰ ਕੋ ਆਪਣੀ ਗੱਲ ਸੰਖੇਪ ਵਿੱਚ ਕਹਿ ਕੇ ਮਿਊਟ ਹੋ ਜਾਣ ਬਸ। ਆਈ ਥਿੰਕ ਦੈਟਸ ਫੇਅਰ ਇਨਫ। ਹਾਂ, ਮੈਂ ਜੀ ਜਿਹੜਾ ਬੋਲਣਾ ਚਾਹੁੰਦਾ ਹੈ ਉਹ ਪਲੀਜ਼ ਅਨਮਿਊਟ ਹੋਵੇ, कड़ी देख के अपने को 120 सेकंड बोले और पीस म्यूट हो जाए। उसका सिस्टम है। मनदीप जी दे कोर तो बाद एक नाम लिखा है GHPS हेमकुंट। मैडम तुसी की कहना चाहोगे? मैं ਤੁਹਾਨੂੰ ਅਨਮਿਊਟ ਕਰ ਰਿਹਾ। ਸੁਖਵਿੰਦਰ ਕੌਰ ਜੀ। मैं ये कहना चाहूंगी कि मैं GHPS हेमकुंड PGT टीचर हैगी हाँ एंड साडी ये जिहड़ी हैगी लंबे टाइम तो ये साडी रिक्वेस्ट चल रही है, असी बड़े लंबे टाइम तो रिक्वेस्ट कर रहे हैं DSGMC नू कि साडी सैलरीज नू रेगुलराइज किया जाए। ते ठीक है, ਅਸੀਂ ਮੰਨਿਆ ਕਿ ਬਹੁਤ ਸਾਰੀਆਂ ਕਮੀਆਂ ਹੈਗੀਆਂ ਨੇ ਜੋ ਕਿ ਬੜਾ ਲੰਬਾ ਟਾਈਮ ਲੱਗੇਗਾ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ, ਫਰੇਮਵਰਕ ਬਣਾਉਣ ਦੇ ਵਿੱਚ, ਲੇਕਿਨ ਸਾਡੀ ਜਿਹੜੀ ਸੈਲਰੀਜ਼ ਨੇ ਵੀ ਆਰ ਗਿਵਿੰਗ ਆਰ ਬੈਸਟ। ਅਸੀਂ ਓਨੈਸਟਲੀ ਟੀਚਰਸ ਦਾ ਕੰਮ ਹੈਗਾ ਪੜਾਉਣਾ ਔਰ ਅਸੀਂ ਪੜਾ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੜਾਉਣ ਦਾ ਜਿਹੜਾ ਹੈਗਾ ਸਾਨੂੰ ਸੈਲਰੀਜ਼ ਜਿਹੜੀਆਂ ਨੇ ਉਹ ਸਾਨੂੰ ਟਾਈਮਲੀ ਮਿਲਦੀਆਂ ਰਹਿਣ, ਇਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਏ। ਔਰ ਬਾਕੀ ਅਸੀਂ DSGMC ਦੇ ਨਾਲ ਖੜੇ ਹਾਂ ਔਰ ਹੁਣ ਤੱਕ ਖੜੇ ਰਹੇ ਹਾਂ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਅਸੀਂ ਉਹਨਾਂ ਦਾ ਸਾਥ ਵੀ ਦਿੱਤਾ ਹੈ। ਬਟ ਇਹ ਜਿਹੜਾ ਹੈਗਾ ਕਿ ਪੈਂਡੈਮਿਕ ਦੇ ਟਾਈਮ ਅਸੀਂ ਜਿਹੜਾ ਹੈਗਾ ਕਿ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਸੈਲਰੀਜ਼ ਕਦੋਂ ਮਿਲਣਗੀਆਂ ਤੇ ਇਸ ਬਾਰੇ ਜਿਹੜਾ ਹੈਗਾ ਕਿ ਕਿੰਨੀ ਰਿਕੁਐਸਟ ਕੀਤੀ ਹੈ ਔਰ ਸਾਨੂੰ ਅੱਗੋਂ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲ ਰਿਹਾ ਤੇ ਸਾਡੀ ਡਿਮਾਂਡ ਇਹੀ ਹੈ ਕਿ ਸਾਡੀ ਸੈਲਰੀਜ਼ ਨੂੰ ਪਲੀਜ਼ ਰੈਗੂਲਰਾਈਜ਼ ਕੀਤਾ ਜਾਏ। ਗੀਤਾ ਜੀ। Good evening to everybody. I'm from Karol Bagh branch. My request to the management and to everybody is that we want our salaries in time and our salaries should be regularized. We should not go and beg to court and all that stuff. So what I want is personally that we want our salaries in time. That's all. Baljinder Kaur ji. Baljinder ji. ਬਲਜਿੰਦਰ ਜੀ ਤੁਸੀਂ ਅਨਮਿਊਟ ਕਰੋ ਆਪਣੇ ਆਪ ਨੂੰ। ਆਪ ਜੀ ਦੀ ਆਵਾਜ਼ ਨਹੀਂ ਆ ਰਹੀ। ਰਾਜ ਪਾਂਡੇ ਜੀ। ਹਾਂ ਬਲਜਿੰਦਰ ਜੀ। हाँ जी सर,
ਮੈਂ GHPS ਹੇਮਕੁੰਟ ਕਲੋਨੀ ਤੋਂ PGT ਮੈਥ ਬੋਲ ਰਹੀ ਹਾਂ ਸਰ। ਸਾਡੇ 2 ਸਾਲ ਤੋਂ ਇਹ ਰਿਕੁਐਸਟ ਚੱਲ ਰਹੀ ਹੈ ਕਮੇਟੀ ਦੇ ਅੱਗੇ ਕਿ ਸਾਡੀਆਂ ਸਿਰਫ ਸੈਲਰੀਜ਼ ਦੇ ਵਾਸਤੇ ਅਸੀਂ ਫਾਈਟ ਕਰ ਰਹੇ ਹਾਂ, ਜਿਹੜਾ ਕਿ ਸਾਡਾ ਆਪਣਾ ਰਾਈਟ ਬਣਦਾ ਹੈਗਾ। ਅਸੀਂ ਆਪਣਾ ਬੈਸਟ ਦਿੱਤਾ ਹੈ, ਅਸੀਂ ਆਪਣਾ ਹਜੇ ਤੱਕ ਅੱਜ ਦੀ ਡੇਟ ਤੱਕ ਵੀ ਆਪਣੇ ਰੈਗੂਲਰ ਕਲਾਸਿਸ ਲੈ ਰਹੇ ਹਾਂ। ਸਾਰਾ ਕੰਮ ਅਸੀਂ ਅੱਜ ਤੱਕ ਕੋਈ ਕੰਮ ਨਹੀਂ ਛੱਡਿਆ, ਔਰ ਕਮੇਟੀ ਦੇ ਕਹਿਣੇ ਤੇ ਅਸੀਂ ਜੋ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਅਸੀਂ ਕਰਦੇ ਰਹੇ ਹਾਂ, ਉਹਨਾਂ ਦੇ ਨਾਲ ਸਦਾ ਖੜੇ ਰਹੇ ਹਾਂ। ਸਿਰਫ ਇੱਕੋ ਸਾਡੀ ਡਿਮਾਂਡ ਹੈ ਕਿ ਸਾਡੀ ਸੈਲਰੀਜ਼ ਜੋ ਹੈ ਟਾਈਮ ਸਿਰ ਸਾਨੂੰ ਮਿਲ ਜਾਣ। ਦੇਖੋ ਮੈਂ ਫਿਰ ਸਾਰਿਆਂ ਨੂੰ ਕਹਾਂਗਾ ਇਹ ਮੁੱਦਾ ਜਿਹੜਾ ਹੈ ਬਿਲਕੁਲ ਠੀਕ ਹੈ ਕਿ ਸੈਲਰੀਆਂ ਸਭ ਨੂੰ ਟਾਈਮ ਤੇ ਮਿਲਣ, ਬਟ ਉਸੇ ਗੱਲ ਨੂੰ ਅਗਰ ਅਸੀਂ ਰਿਪੀਟ ਕਰਾਂਗੇ ਤੇ ਉਹੀਓ ਗੱਲ ਜਿਹੜੀ ਹੈ ਬਾਰ-ਬਾਰ ਹੁੰਦੀ ਰਹੇਗੀ। ਉਸ ਤੋਂ ਉਹ ਇੱਕ ਸਾਰਿਆਂ ਦੀ ਮੰਗ ਹੈ, ਜਿਹੜੀ ਵੀ ਇੱਥੇ ਆਨਲਾਈਨ ਨੇ ਸਾਡੇ ਨਾਲ ਜਾਂ ਨਹੀਂ ਨੇ, ਸਭ ਦੀ ਕੋਈ ਮੰਗ ਹੈ ਕਿ ਟੀਚਰਾਂ ਨੂੰ ਤਨਖਾਹ ਟਾਈਮ ਤੇ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਸੀਂ ਚਾਹਾਂਗੇ ਤੁਹਾਡੀ ਫੀਡਬੈਕ। ਹਰਜੋਤ ਜੀ, ਅਗਰ ਤੁਸੀਂ 1 ਸੈਕਿੰਡ ਅਲਾਓ ਕਰੋ ਤਾਂ ਮੈਂ ਕਹਿਣਾ ਚਾਹੁੰਦਾ, ਤੁਸੀਂ ਨਾ ਜ਼ਿਆਦਾ ਇਸ ਨੂੰ ਅਸੀਂ ਦੇਖੋ ਸਭ ਦੇ ਕੋਲ ਇਹ ਪੁੱਛਾਂਗੇ ਮੰਗ ਕੀ ਹੈਗੀ ਤਾਂ ਆਈ ਥਿੰਕ ਇਟਸ ਗੋਇੰਗ ਟੂ ਬੀ ਵੈਰੀ ਲੌਂਗ। ਜੀ ਠੀਕ ਹੈ ਕਿ ਬਈ ਤੁਸੀਂ ਸੋਲੂਸ਼ਨ ਮੈਂ ਉਹੀ ਗੱਲ ਕਹੀ ਹੈ ਕਿ ਅਸੀਂ ਅੱਗੇ ਚੱਲੀਏ ਸਟੈਪ ਤੋਂ। ਐਗਜ਼ੈਕਟਲੀ ਹਾਂਜੀ। ਫੰਡ ਜਨਰੇਸ਼ਨ ਸੋਲੂਸ਼ਨ। ਚਲੋ ਸੈਲਰੀ ਤਾਂ ਜ਼ਰੂਰ ਚਾਹੀਦੀ ਹੈ, ਸਭ ਨੂੰ ਸੈਲਰੀ ਚਾਹੀਦੀ। ਸੋਲੂਸ਼ਨ ਪੁੱਛੋ, ਸੋਲੂਸ਼ਨ ਕੀ ਹੈ? ਫੰਡ ਜਨਰੇਸ਼ਨ ਦਾ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਹੈ ਪੁੱਛਣਾ ਚਾਹਨਾ ਕਿ ਕੁਝ ਦਿਨ ਪਹਿਲੇ ਜਦੋਂ ਬਾਠ ਜੀ ਆਏ ਸੀ, ਉਹਨਾਂ ਨੇ ਇੱਕ ਗੱਲ ਮੈਨੂੰ ਪਰਸਨਲੀ ਵੀ ਕਹੀ ਸੀ ਤੇ ਉਸ ਰਿਕਾਰਡਿੰਗ 'ਚ ਵੀ ਉਹਨਾਂ ਨੇ ਕਹੀ ਹੈ ਕਿ ਅਸੀਂ 45 ਲੱਖ ਰੁਪਇਆ ਰਿਲੀਜ਼ ਕਰ ਰਹੇ ਹਾਂ, ਜੋ ਕਿ ਮੈਨੂੰ ਪਤਾ ਲੱਗਾ ਹੈ ਕਿ ਕੱਲ ਜਾਂ ਪਰਸੋਂ ਦੇ ਵਿੱਚ ਰਿਲੀਜ਼ ਹੋ ਕੇ ਪਹੁੰਚਿਆ ਹੈ। ਜਿਹੜੇ 1-2 ਮੇਨ ਟੀਚਰਸ ਨੇ ਕਿ ਉਹ ਦੱਸ ਸਕਦੇ ਨੇ ਕਿ ਵਾਕਈ ਕੁਝ ਅਮਾਉਂਟ ਕੁਝ ਸਕੂਲਾਂ ਦੇ ਵਿੱਚ ਪਹੁੰਚਿਆ? ਕੋਈ ਅਨਮਿਊਟ ਕਰਕੇ ਦੱਸਣਾ ਚਾਹੇ। ਸਰ ਪਹੁੰਚੇ, ਥੋੜੀ ਸੈਲਰੀ ਆਈ ਹੈ, 10 15 20 ਹਜ਼ਾਰ ਜੋ ਵੀ ਹੈ। ਕਮਾਲ ਜੀ ਮਕਸਦ ਕਹਿੰਦਾ ਹੈ ਕਿ ਜਿਹੜਾ ਤੁਹਾਡਾ ਮੁਹਿੰਮ ਹੈਗਾ ਉਹ ਮੁਹਿੰਮ ਉੱਥੇ ਤੱਕ ਪਹੁੰਚ ਰਿਹਾ, ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੈ। ਅੱਜ ਮੈਂ ਇਹ ਪੁਆਇੰਟ ਆਊਟ ਕਰਨਾ ਚਾਹਨਾ। ਨਹੀਂ ਸਰ, ਸਾਰਿਆਂ ਸਕੂਲਾਂ 'ਚ ਨਹੀਂ ਪਹੁੰਚਿਆ ਹੈਗਾ। ਕਿਤੇ ਸਕੂਲ ਪਹੁੰਚੇਗਾ, ਸਾਰਿਆਂ ਸਕੂਲਾਂ 'ਚ ਨਹੀਂ ਪਹੁੰਚੇਗਾ। 2 ਸਕੂਲਾਂ 'ਚ ਪਹੁੰਚਿਆ, ਸਕੂਲਸ ਵਿੱਚ ਨਹੀਂ ਆਇਆ ਹੈਗਾ ਵਾ। ਕੋਈ ਗੱਲ ਨਹੀਂ, ਅਸੀਂ ਉਸੇ ਗੱਲ ਤੇ ਆ ਰਹੇ ਹਾਂ ਜੀ। ਮੈਂ ਅੱਜ ਸਿਰਸਾ ਹੋਰਾਂ ਦੇ ਵੀਡੀਓ ਤੋਂ 2 ਗੱਲਾਂ ਨੋਟ ਕੀਤੀਆਂ ਨੇ। ਇੱਕ ਕਿ ਪਹਿਲੀ ਗੱਲ ਤੇ ਉਹਨਾਂ ਨੇ ਪਬਲਿਕਲੀ ਆ ਕੇ ਐਕਨੋਲੇਜ ਕੀਤਾ ਹੈ ਕਿ ਇਹ ਸੈਲਰੀਜ਼ ਐਸੇ ਸਕੂਲ ਦੀਆਂ ਸਾਡੀਆਂ ਡਿਲੇ ਨੇ। ਮੈਨੂੰ ਲੱਗਦਾ ਹੈ ਕਿ ਪਹਿਲੇ ਰਿਸਪੌਂਸਿਬਿਲਿਟੀ ਲੈਣਾ, ਪਬਲਿਕਲੀ ਆਣਾ, ਇਹ ਪਹਿਲਾ ਸਟੈਪ ਸੀਗਾ ਉਹਨਾਂ ਦਾ, ਉਹ ਅੱਛਾ ਕੀਤਾ। ਉਹਨਾਂ ਨੇ ਆਖਰ ਦੇ ਵਿੱਚ ਆ ਕੇ ਤਕਰੀਬਨ 5:55 ਦੇ ਉੱਪਰ ਕਮਾਲ ਜੀ ਮੈਂ ਇੱਥੇ ਰੋਕਾਂਗਾ ਗੱਲ। ਫਿਰ ਅਸੀਂ ਚੱਲ ਰਹੇ ਹਾਂ ਕਿ ਪਹਿਲੇ ਜਿਹੜੀ ਗੱਲ, ਕਿਉਂਕਿ ਦੇਖੋ ਮੈਂ ਉਸੇ ਗੱਲ ਤੇ ਆ ਰਿਹਾ ਜੀ। ਹੁਣ ਮੈਂ ਉਹਦੀ ਸੋਲੂਸ਼ਨ ਤੇ ਆ ਰਿਹਾ। ਉਸ ਵੀਡੀਓ ਦੇ ਵਿੱਚ ਸੋਲੂਸ਼ਨ ਕੀ ਉਹਨਾਂ ਨੇ ਕੱਢ ਰਹੇ ਸੀਗੇ। ਹਾਂਜੀ ਉਹਨਾਂ ਨੇ ਇਹ ਕਿਹਾ ਜੀ ਵਿੱਕੀ ਜੀ। ਹਾਂਜੀ ਸਰ, ਮੈਂ ਦੇਖੋ ਸਰ ਇਹ ਤਾਂ ਆਰਡਰ ਹੋ ਗਏ, ਇਹ ਦੇਣਗੇ ਸੈਲਰੀ। ਸੰਗਤ ਨਾਲ ਹੈਗੀ ਹੈ ਸਾਰੀ, ਮੇਰੀ ਭੈਣਾਂ ਨੇ ਭਰਾ ਨੇ ਜਿਹੜੇ ਨੇ, ਸੈਲਰੀ ਟਾਈਮ ਤੇ ਮਿਲਣੀ ਚਾਹੀਦੀ। ਪਹਿਲਾ ਮੁੱਦਾ ਸਾਡਾ ਉਸ ਦਿਨ ਵੀ ਸੀ, ਅੱਜ ਵੀ ਇਹੀ ਹੈ। 40 ਲੱਖ 50 ਲੱਖ ਨਾਲ ਕੁਝ ਨਹੀਂ ਹੋਣਾ। ਜਿੱਥੇ 15 ਕਰੋੜ 10 ਕਰੋੜ 12 ਕਰੋੜ ਸੈਲਰੀ ਹੈ, 40-50 ਹਜ਼ਾਰ ਕੁਝ ਲੱਗੇਗੀ। ਦੇਖੋ ਅੱਜ 24 25 26 ਤਰੀਕ ਹੋ ਗਈ ਅप्रैल ਦੀ, 25 ਖਤਮ ਹੋ ਗਈ, 26 ਕਰ सकते हैं। 3 दिन बाद नवा महीना लगेगा, चौथा महीना शुरू हो गया। ਤੁਸੀਂ चिन्ह गिनो और कह रहे 1 महीने सैलरी दे ਦਾਂਗੇ सर, 3 महीने फिर पेंडिंग आ जाएगी। ਇਹਦਾ ਹੱਲ ਹੈ ਕਿ ਇਹਦਾ ਬੈਠ ਕੇ ਸੋਲੂਸ਼ਨ ਕੱਢਿਆ ਜਾਏ। ਮੈਂ ਆਪਣੀ ਭੈਣਾਂ ਨੂੰ ਵੀ ਬੇਨਤੀ ਕਰਾਂਗਾ, ਜਿਹੜਾ ਸਟਾਫ ਹੈਗਾ ਸਭ ਨੂੰ ਬੇਨਤੀ ਕਰਾਂਗਾ, ਇੱਕ ਤੇ ਦੀ ਇਨਕਮ ਦਾ ਸੋਰਸ ਸਾਡੇ ਹੈਗੇ ਬੱਚਿਆਂ ਨੂੰ ਵਧਾਇਆ ਜਾਏ, ਬੱਚੇ ਨਵੇਂ ਐਡਮਿਟ ਕੀਤੇ ਜਾਣ, ਜੋ ਆਪਣੇ ਸੋਰਸ ਹੈ ਬੈਸਟ ਲਗਾਏ ਜਾਣ। ਪਲੱਸ ਸੈਲਰੀ ਵਾਸਤੇ ਮੈਂ ਬੇਨਤੀ ਕਰਾਂਗਾ, ਹੁਣ ਤੇ ਕੋਰਟ ਦੇ ਆਰਡਰ ਹੋ ਗਏ, ਜਿਹੜੇ ਫੰਡ ਇਹਨਾਂ ਕੋਲ 10 ਕਰੋੜ ਰੁਪਏ ਇਹਨਾਂ ਨੇ ਸਾਨੂੰ ਕਿਹਾ ਪਿਆ ਹੋਇਆ ਜਾਂ 4-5-7 ਕਰੋੜ ਰੁਪਏ ਇਕੱਠਾ ਹੋਇਆ, ਉਹ ਸਾਰਾ ਮਿਲਾ ਕੇ ਉਸ ਤੋਂ ਪਹਿਲੇ ਸੈਲਰੀ ਦਿੱਤੀ ਜਾਏ। ਜਿਹੜੀ ਇਹਨਾਂ ਨੇ ਵਿੱਕੀ ਜੀ ਫਿਰ ਅਸੀਂ ਚੱਲਾਂਗੇ ਅੱਗੇ। ਜਿਹੜੀ ਬਾਠ ਜੀ ਨੇ ਉਸ ਕਮਿਟਮੈਂਟ ਕੀਤੀ ਸੀ ਕਮਾਲ ਜੀ ਵੀ ਨਾਲ ਨੇ ਕਿ ਫੰਡ ਮੈਂ ਤੁਹਾਨੂੰ 2 ਦਿਨਾਂ ਦੱਸਾਂਗਾ, ਅੱਜ ਤੱਕ ਨਹੀਂ ਦੱਸਿਆ, 3 ਦਿਨ ਹੋ ਗਏ ਇਸ ਗੱਲ ਨੂੰ। ਵਿੱਕੀ ਜੀ ਅਸੀਂ ਚੱਲਾਂਗੇ, ਕਿਉਂਕਿ ਜਿਹੜਾ ਇੱਥੇ ਜਿਹੜੀ ਗੱਲ ਹੋ ਰਹੀ ਹੈ, ਟੀਚਰਾਂ ਦੀ ਗੱਲ ਹੋ ਰਹੀ ਹੈ ਕਿ ਟੀਚਰ ਜਿਹੜੀਆਂ ਸਕੂਲਾਂ ਦੇ ਵਿੱਚ ਇਨਵੋਲਵ ਰਹੀਆਂ ਨੇ ਔਰ ਉਹ ਭੋਗੀ ਹੈਗੀਆਂ ਨੇ। ਬੇਸਿਕਲੀ ਜਿਹੜੇ ਬਾਹਰ ਦੇ ਬੰਦੇ ਨੇ ਉਹ ਸਾਰੇ ਠੀਕ ਹੈ, ਉਹ ਵੀ ਦਰਦ ਰੱਖਦੇ ਨੇ। ਜਿਹੜੇ ਭੋਗੀ ਹੈਗੇ ਨੇ ਉਹ ਸਾਰੇ ਟੀਚਰ ਹੈਗੇ ਨੇ। ਤੇ ਟੀਚਰਾਂ ਕੋਲੋਂ ਸਿਰਫ 3 ਗੱਲਾਂ ਜਿਹੜੀਆਂ ਅਸੀਂ ਲੈ ਕੇ ਚੱਲਾਂਗੇ। ਪਹਿਲੀ ਇੱਕ ਗੱਲ ਜਿਹੜੀ ਹੈਗੀ ਹੈ ਕਿ ਤਨਖਾਹਾਂ ਨਹੀਂ ਮਿਲੀਆਂ, ਸਭ ਨੂੰ ਪਤਾ ਹੈ। ਦੂਸਰੀ ਹਰ ਗੱਲ ਕਰ ਰਿਹਾ ਕਿ ਤਨਖਾਹ ਟਾਈਮ ਤੇ ਮਿਲਣੀ ਚਾਹੀਦੀ ਹੈ, ਹਰ ਬੰਦਾ ਕਹਿੰਦਾ ਹੈ। ਬਟ ਗੱਲ ਸਿਰਫ ਟੂ ਦਾ ਪੁਆਇੰਟ ਗੱਲ ਕਰੀਏ। ਹਰਜੋਤ ਜੀ ਸਿਰਸਾ ਹੋਰਾਂ ਦੇ ਵੀਡੀਓ ਤੋਂ ਇੱਕ ਬੜੀ ਜ਼ਰੂਰੀ ਗੱਲ ਹੈਗੀ ਹੈ। ਕਾਫੀ ਟੀਚਰ ਹੋਰ ਨੇ ਜਿਹੜੇ ਮੈਨੂੰ ਪੌਪ ਅਪ ਕਰ ਰਹੇ ਨੇ ਕਿ ਅਸੀਂ ਬੋਲਣਾ ਚਾਹਾਂਗੇ। शिवांश वर्मा जी ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਹਰਦਿਆਲ ਸਿੰਘ ਜੀ, ਜਿਹੜੀ ਗੱਲ ਤੁਸੀਂ ਕਰਦੇ ਸੀਗੇ ਕਿ ਉਹਨਾਂ ਨੇ ਕਿਹਾ ਕਿ ਕੁਝ ਟੀਚਰਾਂ ਨੂੰ ਮਿਲੀ ਹੈ, ਤੁਸੀਂ ਕੀ ਕਹੋਗੇ?
ਚਲੋ ਜਦੋਂ ਤੱਕ ਉਹ ਨਹੀਂ ਆ ਰਹੇ ਮੈਂ ਫਿਰ ਉਸ ਗੱਲ ਤੇ ਆ ਰਿਹਾ ਸੋਲੂਸ਼ਨ ਵਾਲੀ। ਸਿਰਸਾ ਹੋਰਾਂ ਦੇ ਵੀਡੀਓ ਦੇ ਵਿੱਚ ਉਹਨਾਂ ਨੇ 5:55 ਦੇ ਉੱਪਰ ਇਹ ਕਿਹਾ ਹੈ ਕਿ ਉਹ ਆਪਣੇ ਦੋਸਤਾਂ ਔਰ ਗੁਰੂ ਪ੍ਰੇਮੀਆਂ ਨੂੰ ਫੰਡਸ ਵਾਸਤੇ ਕਹਿ ਰਹੇ ਨੇ ਔਰ 9 ਤੋਂ 10 ਦਿਨ ਦੇ ਅੰਦਰ ਹੋਰ ਵੀ ਫੰਡ ਸੈਲਰੀਜ਼ ਰਿਲੀਜ਼ ਕਰਨ ਦੀ ਗੱਲ ਉਹਨਾਂ ਨੇ ਕੀਤੀ ਹੈ। ਸਾਨੂੰ ਚਾਹੀਦਾ ਹੈਗਾ ਕਿ ਜਿਹੜੀ ਇਹ ਕਮਿਟਮੈਂਟ ਉਹਨਾਂ ਨੇ ਦਿੱਤੀ ਹੈਗੀ ਹੈ ਔਨ ਵੀਡੀਓ ਸੰਗਤ ਦੇ ਅੱਗੇ, ਇਸ ਚੀਜ਼ ਨੂੰ ਜਿਹੜਾ ਹੈਗਾ ਸਾਨੂੰ ਅੱਗੇ ਉਹਨਾਂ ਨੂੰ ਟੈਪ ਅਪ ਵੀ ਕਰਨਾ ਚਾਹੀਦਾ ਹੈ। ਉਹਨਾਂ ਦੇ ਕੋਲੋਂ ਇਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਇਸ਼ੂ ਤੇ ਆਇਆ ਕਿ ਪ੍ਰੋਬਲਮ ਕਿਨੇ ਹੱਲ ਕੀਤੀ ਨੇ, ਜਦੋਂ ਕਰਨਗੇ ਜਿਹੜੀ ਵੀ ਸੰਸਥਾ ਕਰੇਗੀ ਤਾਂ ਦੀ ਗੱਲ ਹੈ। ਅਸੀਂ ਸਿਰਫ ਇੱਥੇ ਇਸ ਗੱਲ ਤੇ ਕਰਾਂਗੇ ਦੀ ਹੀ ਗੱਲ ਕਰ ਰਹੀ ਸੀ, ਮੈਂ ਪਾਲਿਸੀ ਫਰੇਮਵਰਕ ਦੀ ਕਰ ਰਹੀ ਸੀ, ਆਉਣ ਵਾਲੇ ਫਿਊਚਰ ਦੀ ਹੀ ਗੱਲ ਕਰ ਰਹੀ ਸੀ। ਸਕੂਲ ਚੱਲਣਗੇ, ਫੰਡ ਮਿਲ ਜਾਣਗੇ, ਇਕਵਲ ਸੈਲਰੀ ਆ ਜਾਏਗੀ, ਲੇਕਿਨ ਹਰ 4 ਮਹੀਨੇ ਬਾਅਦ ਫਿਰ ਉਹੀ ਪ੍ਰੋਬਲਮ ਹੈ, ਸੈਲਰੀ ਨਹੀਂ ਆ ਰਹੀ। ਜਿਵੇਂ ਪਹਿਲਾਂ ਪ੍ਰੋਬਲਮ ਸੀਗੀ ਸੈਂਟਰਲਾਈਜ਼ ਫੀਸ ਕੀਤਾ, ਸਕੂਲ 'ਚ ਪੈਸਾ ਸੀ ਉਹ ਚਲਾ ਗਿਆ, ਸਾਰਿਆਂ ਨੂੰ ਡਿਸਟ੍ਰੀਬਿਊਟ ਹੋ ਗਿਆ। ਅੱਜ ਫਿਰ ਉਹੀ ਉੱਥੇ ਜਿੱਥੇ ਚੱਲੇ ਸੀ। ਹੁਣ ਹੈਲੋ ਮੈਮ ਮੈਂ ਪੂਰੀ ਗੱਲ ਕਰ ਲੈਂਦੇ ਕਰੋ ਪਲੀਜ਼। ਤੁਸੀਂ ਨੋਟ ਡਾਊਨ ਕਰ ਲਓ, ਤੁਸੀਂ ਮੈਨੂੰ ਨਾ ਬੋਲੋ, ਤੁਸੀਂ ਨੋਟ ਕਰ ਲਓ, ਮੇਰੇ ਤੋਂ ਤੁਸੀਂ ਰਿਪਲਾਈ ਇਸ ਤੋਂ ਬਾਅਦ ਮੈਂ ਜਵਾਬ ਦਵਾਂਗੀ ਇਹਦਾ। ਹਾਂ ਤੁਸੀਂ ਪਲੀਜ਼ ਦੇਣਾ। ਤਾਂ ਉਹ ਫੇਰ ਆਣਗੇ ਫੰਡ, ਉਹ ਫੇਰ ਯੂਟਿਲਾਈਜ਼ ਹੋਣਗੇ ਸੈਲਰੀ ਨੂੰ, ਲੇਕਿਨ ਉਹ ਪ੍ਰੋਬਲਮ ਜਿਹੜੀ ਹੈ ਜਦ ਤੱਕ ਇਹਦੀ ਕੱਢਾਂਗੇ ਨਹੀਂ ਉਦ ਤੱਕ ਇਹਦਾ ਮਤਲਬ ਪਾਲਿਸੀ ਨਹੀਂ ਬਣਾਵਾਂਗੇ ਉਦ ਤੱਕ ਇਹ ਸੋਲਵ ਨਹੀਂ ਹੋਏਗਾ। ਔਰ ਦੂਸਰੀ ਗੱਲ ਜਿਹੜੀ ਮੈਮ ਕਹਿ ਰਹੇ ਸੀ ਸਾਨੂੰ ਫੰਡ ਜਨਰੇਟ ਕਰਨ ਵਾਸਤੇ ਸਾਨੂੰ ਜਿਹੜੀ ਸਾਡੀ ਕਮਰਸ਼ੀਅਲ ਲੈਂਡ ਆ ਉਹ ਲੀਜ਼ ਤੇ ਦੇ ਦੇਣੀ ਚਾਹੀਦੀ ਹੈ ਜਾਂ ਫਿਰ ਰੈਂਟ ਤੇ ਦੇ ਦੇਣੀ ਚਾਹੀਦੀ ਹੈ। ਤੇ ਮੈਂ ਤੁਹਾਨੂੰ ਦੱਸਦਾ ਡਾਇਰੈਕਟਰ ਆਫ ਐਜੂਕੇਸ਼ਨ ਦਾ ਪਿੱਛੇ ਸਾਡੇ ਸਕੂਲ ਸਾਰੇ ਸਕੂਲਾਂ ਦੇ ਵਿੱਚ ਇਨਸਪੈਕਸ਼ਨ ਹੋਈ ਸੀ, 12 ਦੀ 12 ਸਕੂਲ। ਉਹਦੇ ਵਿੱਚ ਇੱਕ ਫਾਈਂਡਿੰਗ ਇਹ ਵੀ ਸੀਗੀ ਕਿ ਜਿਹੜੇ ਸਕੂਲ ਦੇ ਵਿੱਚ ਬੈਂਕ ਚਲਾ ਰੱਖੇ ਨੇ ਔਰ ਬੈਂਕ ਦਾ ਰੈਂਟ ਆ ਰਿਹਾ, ਦੈਟ ਇਜ਼ ਨਾਟ ਐਜ਼ ਪਰ ਦੀ ਡਾਇਰੈਕਟਰ ਆਫ ਐਜੂਕੇਸ਼ਨ ਗਾਈਡਲਾਈਨਸ। ਤੇ ਜਦ ਬੈਂਕ ਦਾ ਰੈਂਟ ਹੀ ਗਾਈਡਲਾਈਨਸ ਦੇ ਵਿੱਚ ਨਹੀਂ ਹੈ, ਅਸੀਂ ਸਕੂਲ ਦੀ ਪ੍ਰਾਪਰਟੀ ਨੂੰ ਕਿਵੇਂ ਰੈਂਟ ਕਰ ਸਕਦੇ? ਇਹਦਾ ਪੂਰਾ ਸਰ ਇਹਦਾ ਪੂਰਾ ਇੱਕ ਕੇਸ ਜਿਹੜਾ ਆ ਇਹਦੇ ਵਿੱਚ ਪੈਂਡਿੰਗ ਹੈਗਾ ਆ ਵਸੰਤ ਵਿਹਾਰ ਵਾਲਾ, ਜਿਹਦੇ ਵਿੱਚ ਕਿ ਤੁਸੀਂ ਵੀ ਜਾਣਦੇ ਹੋ ਵਸੰਤ ਵਿਹਾਰ ਦਾ ਕਿਵੇਂ ਉਹਨਾਂ ਨੇ ਸਕੂਲ ਦਾ ਜਿਹੜੀ ਪ੍ਰਾਪਰਟੀ ਉਹ ਪ੍ਰਾਈਵੇਟ ਨੂੰ ਦਿੱਤੀ ਹੈ। ਰੈਂਟ ਕਿੱਧਰ ਗਿਆ ਕਿਸੇ ਨੂੰ ਪਤਾ ਨਹੀਂ, ਰੈਂਟ ਕਿੱਧਰ ਗਿਆ ਉਹ ਵੀ ਨਹੀਂ ਪਤਾ ਅੱਜ ਤੱਕ। ਨਹੀਂ ਸਰ ਉਹੀ ਗੱਲ ਕਹਿ ਰਹੀ ਹਾਂ, ਉੱਥੇ ਵੀ ਇਹੀ ਆਬਜੈਕਸ਼ਨ ਹੈ, ਇਹੀ ਆਬਜੈਕਸ਼ਨ ਹੈ ਕਿ ਉੱਥੇ ਕੋਈ ਵੀ ਡੀਡੀਏ ਦੀ ਜਿਹੜੀ ਪ੍ਰਾਪਰਟੀ ਜਿਸ ਚੀਜ਼ ਵਾਸਤੇ ਉਹਨੂੰ ਲੀਜ਼ ਤੇ ਲਿਆ ਜਾਂਦਾ ਹੈ ਉਹਦਾ ਯੂਜ਼ ਲੈਂਡ ਯੂਜ਼ ਚੇਂਜ ਨਹੀਂ ਹੋ ਪਾਏਗਾ। ਜਿਹੜਾ ਵਸੰਤ ਵਿਹਾਰ ਦਾ ਉਹਨਾਂ ਦਾ ਲੈਂਡ ਨਹੀਂ ਚੇਂਜ ਹੋ ਸਕਦਾ। ਜਿਹੜੇ ਵਸੰਤ ਵਿਹਾਰ ਦਾ ਜਿਮ ਔਰ ਸਵਿਮਿੰਗ ਪੂਲ ਲੀਜ਼ ਆਊਟ ਕੀਤਾ ਗਿਆ ਹੈ, ਉਹਦੇ ਕੋਈ ਵੀ ਫੰਡ ਨਹੀਂ ਆ ਰਹੇ ਗੁਰਦੁਆਰੇ ਅੰਦਰ ਵਸੰਤ ਵਿਹਾਰ ਦੇ। 5 ਸਾਲ ਤੋਂ ਇੱਕ ਫੁੱਟੀ ਕੋੜੀ ਨਹੀਂ ਆਈ, ਜਾ ਕੇ ਚੈੱਕ ਕਰ ਲਓ ਸਵਾਲ ਤੇ। ਮੈਂ ਫਿਰ ਗੱਲ ਕਰਾਂਗਾ ਕਿ ਆਪਣਾ ਇਤਨੇ ਸਾਰੇ ਜਿਹੜੇ ਟੀਚਰ ਨੇ ਉਹ ਆਪਣਾ ਆਨਲਾਈਨ ਹੈਗੇ ਨੇ ਔਰ ਬੈਠੇ ਨੇ ਰਫਲੀ 100 ਦੀ ਗਿਣਤੀ ਸਮਝ ਆਈ ਹੈ ਔਰ ਮੈਂ ਸਾਰਿਆਂ ਦੇ ਟੀਚਰਾਂ ਦੇ ਚਾਹਾਂਗਾ ਕਿਉਂਕਿ ਦੇਖੋ ਇਸ ਪਲੇਟਫਾਰਮ ਤੇ ਆਉਣ ਦਾ ਫਾਇਦਾ ਹੈ ਕਿ ਆਪਣੇ ਵਿਊਜ਼ ਸਾਰੇ ਰੱਖੋ। ਸਿਮਰਨਜੀਤ ਕੌਰ ਜੀ, GHPS ਇਨਵਿੰਦਰ ਕੌਰ ਜੀ, ਮਨਜੀਤ ਕੌਰ ਜੀ, ਕੁਲਦੀਪ ਕੌਰ ਜੀ, ਭੁਪਿੰਦਰ ਕੌਰ, ਰਵਿੰਦਰ ਕੌਰ ਜੀ, ਸਾਰੇ ਹੈਗੇ ਨੇ, ਨਾਨਕ ਪਿਓ ਤੋਂ ਹੈਗੇ ਨੇ ਔਰ ਪੂਪੀ ਸਿੰਘ ਜੀ ਹੈਗੇ ਨੇ, ਬੜੇ ਸਾਰੇ ਹੈਗੇ ਨੇ। ਮੈਂ ਚਾਹਾਂਗਾ ਕਿ ਸਾਰੇ ਆਪਣਾ ਆਪਣਾ ਰੱਖਣ ਤਾਂ ਹੀ ਆਏਗਾ। ਅਗਰ 4 ਟੀਚਰਾਂ ਦੇ 4 ਬੰਦਿਆਂ ਦੇ ਵਿਊਜ਼ ਨਾਲ ਅਗਰ ਇਹ ਗੱਲ ਚੱਲੇਗੀ ਤੇ ਫਿਰ ਉੱਥੇ ਦੀ ਉੱਥੇ ਹੀ ਰਹਿ ਜਾਣੀ ਹੈ। ਸੋ ਮੈਂ ਚਾਹਾਂਗਾ ਕਿ ਜਿਹੜੇ ਬਾਕੀ ਵੀ ਹੈਗੇ ਨੇ, ਜਿਹੜੇ ਸਾਡੇ ਮੇਨ ਹੈਗੇ ਨੇ, ਉਹਨਾਂ ਕੋਲੋਂ ਅਸੀਂ ਬਾਅਦ ਚੋਂ ਜਿਹੜਾ ਟੋਟਲ ਜਿਹੜਾ ਰਿਜ਼ਲਟ ਹੈ ਉਹ ਉਹਨਾਂ ਨੇ ਦੱਸਣਾ ਹੈ ਕਿਉਂਕਿ ਉਹ ਸਾਰੇ ਹੈਗੇ ਨੇ। ਬਟ ਸਾਰਿਆਂ ਦੇ ਐਕਸਪੀਰੀਅੰਸ ਨਾਲ, ਸਾਰਿਆਂ ਦੇ ਸੁਝਾਵਾਂ ਨਾਲ ਤੇ ਮੈਂ ਹਰਜੋਤ ਜੀ ਮੈਂ ਬੁਰਾ ਨਾ ਮਨਾਣਾ ਮੇਰੀ ਗੱਲ ਦਾ। ਸਭ ਤੋਂ ਵੱਡੀ ਗੱਲ ਹੈ ਕਿ ਟੀਚਰ ਸਾਰਿਆਂ ਦਾ ਕੰਸੋਲੀਡੇਟਡ ਇੱਕੋ ਹੀ ਗੱਲ ਹੈ ਕਿ ਉਹਨਾਂ ਨੂੰ ਸੈਲਰੀ ਟਾਈਮ ਤੇ ਮਿਲਣੀ ਚਾਹੀਦੀ ਹੈ। ਗੱਲ ਆ ਜਾਂਦੀ ਹੈ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜੇਕਰ ਵਸੰਤ ਵਿਹਾਰ ਦੇ ਅੰਦਰ ਜੇਕਰ ਜਿਮ ਔਰ ਉਹ ਲੀਜ਼ ਆਊਟ ਕੀਤਾ ਗਿਆ, ਜਿਵੇਂ ਹੁਣੇ ਕੋਈ ਹੋਰ ਸੱਜਣ ਦੱਸ ਰਹੇ ਸੀ ਕਿ 5 ਸਾਲ ਤੋਂ ਲੀਜ਼ ਆਊਟ ਹੈ ਲੇਕਿਨ ਉਹਦਾ 1 ਵੀ ਰੁਪਈਆ ਨਹੀਂ ਸਾਹਮਣੇ ਆ ਰਿਹਾ, ਤੇ ਇਹ ਸਵਾਲ ਪੁੱਛਣਾ ਤੇ ਸਾਰੀ ਸੰਗਤ ਦਾ ਫਰਜ਼ ਬਣਦਾ ਹੈ ਕਿ ਉਹ ਪੈਸਾ ਕਿੱਥੇ ਹੈ। ਜੇਕਰ ਉਹ ਪੈਸਾ ਵੀ ਹੋਵੇ ਤੇ ਉਹ ਵੀ ਸੈਲਰੀਜ਼ ਦੇ ਕੰਮ ਆ ਸਕਦਾ ਹੈ। ਠੀਕ ਹੈ, ਨੈਕਸਟ ਪਲੀਜ਼। ਹਾਂ ਨੈਕਸਟ ਸਰ ਮੈਂ ਇਹ ਕਹਿ ਰਹੀ ਹਾਂ, ਤੁਸੀਂ ਕਹਿ ਰਹੇ ਹੋ ਕਿ ਅਸੀਂ ਸੋਲੂਸ਼ਨ ਕੱਢੀਏ। ਸਰ ਸੋਲੂਸ਼ਨ ਕੱਢਣਾ ਮੈਨੇਜमेंट ਦਾ ਕੰਮ ਸੀ। पुष्पिंदर मैम थोड़ी आवाज कट रही है। प्रॉब्लम हुई है, ठीक है। सबसे पहले इसका प्रॉब्लम का सॉल्यूशन जो होता है वो मैनेजमेंट को निकालना चाहिए। और ये जो सोर्स ऑफ इनकम की बात हो रही है सर, ये हम DSGMC के ऑफिस में सिरसा जी के सामने बैठकर उनको बताकर आए थे, आइडियाज देकर आए थे कि स्कूल में एग्जाम्स कंडक्ट होते थे और जो कि हमारे ब्रांच में पहले होते भी रहे हैं।
वो एक सोर्स ऑफ इनकम था हमारा, जो कि बहुत ही वाइड, उसमें कोई रूल नहीं है, कुछ नहीं है। उसके बाद हमने बताया था कि शाम को जैसे डांस क्लासेस कंडक्ट होती हैं, बहुत स्कूल्स देते हैं रेंट पे शाम को थोड़ी देर के लिए, वो हम कर सकते हैं, वो भी मना कर दिया गया। इम्प्लीमेंट हम आइडियाज दे सकते हैं, इम्प्लीमेंट मैनेजमेंट नहीं करना है। इम्प्लीमेंट तो स्टाफ नहीं करा सकता है, इम्प्लीमेंट उन्होंने करना है। जो कि ये इसलिए इम्प्लीमेंट नहीं हुआ, रीजन ये है कि मैनेजमेंट के लिए स्कूल्स कभी प्रायोरिटी रहे ही नहीं है, एंड दिस इज ट्रुथ। कभी मैनेजमेंट ने, आज मैनेजमेंट हमारी टीचिंग पे सवाल उठा रही है, हमारी डिग्रीज पे सवाल उठा रही है, बट एक मिनट सर, एक मिनट सर प्लीज मेरी बात कंप्लीट होने दो। हमारी डिग्रीज पे सवाल उठे जा रहे हैं, हमारी टीचिंग पे सवाल उठे। एक मैनेजमेंट का बंदा अगर आज तक हमारी क्लास में आया हो और हमारी टीचिंग देखी हो, किसी ने हमारे इंफ्रास्ट्रक्चर पे ध्यान दिया हो, कभी ये सोचा हो कि क्लास में ब्लैक बोर्ड की जरूरत है या नहीं है, हमने कितनी रिटर्न एप्लीकेशंस डाली हैं सर। और आज जब स्टाफ सैलरी मांगने लगा तो हमारी टीचिंग पे सवाल उठाए जा रहे हैं। और स्टाफ कोई पॉलिटिक्स नहीं कर रहा सर, कोई राजनीति नहीं कर रहा, स्टाफ जेन्युइनली परेशान है। हमारे घर नहीं चल रहे, हमारे घर नहीं चल रहे हैं सर। I want to quote something. जिनके रेंट नहीं जा रहे। I want to quote something, sir. मैं कुछ बोलना चाहती हूँ। जी भाजी बोलो जी। Yes, sir. I am from GHPS India Gate. I just wanted to quote here कि यहाँ कोई भी टीचर किसी तरह की पॉलिटिक्स नहीं करती। Yes. हमारे यहाँ पे क्वेश्चन क्या है कि मैनेजमेंट कभी हमारे लिए ट्रांसपेरेंट हुई ही नहीं, जो भी हुआ है हिडन हो रहा है। और उसमें सबसे प्रॉब्लम क्या आती है कि स्टाफ को एक या दूसरे लूप के साथ थ्रेटन करने की बात आ जाती है, आपके साथ ये होगा, आपके साथ ये होगा, आप आगे मत आइए, आप ये मत बोलिए, आप वो मत बोलिए। आप कल की वीडियो ले लीजिए। अदर वे अराउंड बहुत सारी प्रॉब्लम हमें सच में फेस करनी पड़ती हैं। मैनेजमेंट ने आकर हमसे कभी बात नहीं की, और हम लोग पिछले 2 सालों से क्या फेस कर रहे हैं, हमारी फैमिली क्या फेस कर रही है, कोई नहीं जानता, कोई नहीं जानता। ये सिर्फ हम एज अ पर्सन जानते हैं। बिल्कुल ठीक। बिल्कुल ठीक कहा है। आई एम ऑल्सो फ्रॉम द GHPS इंडिया गेट, वी आर ऑल्सो इन द सेम प्रॉब्लम एज मैडम हैज सेड। ओके, बेसिकली बड़ी ਜਿਹੜੀ ਗੱਲ ਬਾਰ-ਬਾਰ ਇੱਕ ਘੁੰਮ ਕੇ ਆ ਰਹੀ ਹੈ ਕਿ ਕਿਥੇ ਨਾ ਕਿਥੇ ਮੈਨੇਜਮੈਂਟ ਜਿਹੜੀ ਹੈ ਉਹ ਮੈਨੇਜ, ਕਈਆਂ ਨੇ ਕਿਹਾ ਕਿ ਕਰਨਾ ਨਹੀਂ ਚਾਹੁੰਦੀ ਜਾਂ ਪ੍ਰੋਪਰ ਤਰੀਕੇ ਨਾਲ ਕਰ ਨਹੀਂ ਰਹੀ। ਜਿਵੇਂ ਹੁਣੇ ਹਰਜੋਤ ਜੀ ਇੱਕ ਵਿੱਚ ਐਡ ਆਨ ਕਰਾਂ, ਇੱਕ ਐਡ ਆਨ ਕਰਾਂ ਹੋ ਜਾਏਗਾ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। बेसिकली फिर वही गल है कि जेडी मैनेजमेंट है अगर प्रॉपर नहीं हरजोत जी ਇਹਦੇ ਵਿੱਚ ਇੱਕ ਬੜੀ ਜ਼ਰੂਰੀ ਗੱਲ ਸਾਹਮਣੇ ਆ ਰਹੀ ਹੈ। ਸਾਰੇ ਪੁਆਇੰਟਾਂ ਤੇ ਸੋਚਣਾ ਪਏਗਾ। ਮੈਂ ਚਾਹਾਂਗਾ ਕਿ ਉਹ ਨਵਾਂ ਜਿਹੜਾ ਹੈਗਾ ਵੇ ਇਹਦੇ ਵਿੱਚ ਇੱਕ ਬੜੀ ਜ਼ਰੂਰੀ ਗੱਲ ਸਾਹਮਣੇ ਆ ਰਹੀ ਹੈ, ਟੀਚਰਸ ਦੀ ਜਿਹੜੀ ਵਿਅਥਾ ਹੈ। ਜਿਵੇਂ ਅਸੀਂ ਸੰਗਤ ਬਾਰ-ਬਾਰ ਕਹਿੰਦੀ ਹੈ ਕਿ ਸਕੂਲਾਂ ਦੇ ਮਿਆਰ ਡਿੱਗ ਰਹੇ ਨੇ, ਮੈਨੂੰ ਇਹ ਲੱਗ ਰਿਹਾ ਕਿ ਜੇਕਰ ਟੀਚਰ 8-8 7-7 ਸਾਲਾਂ ਤੋਂ 10-10 ਸਾਲਾਂ ਤੋਂ ਆਪਣੀ ਸੈਲਰੀ ਨੂੰ ਲੈ ਕੇ ਇੰਨੀਆਂ ਪਰੇਸ਼ਾਨ ਨੇ, ਭਾਵੇਂ ਉਹ ਪੇ ਕਮਿਸ਼ਨ ਹੈ, ਭਾਵੇਂ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਟੀਚਰਸ ਪੜ੍ਹਾਉਣ ਵੇਲੇ ਸਕੂਲ ਦੇ ਵਿੱਚ ਕਨਸੈਂਟਰੇਟ ਵੀ ਕਰ ਪਾਉਂਦੇ ਹੋਣਗੇ। ਮੈਨੂੰ ਲੱਗਦਾ ਉਹਨਾਂ ਦੇ ਸਟਾਫ ਰੂਮ ਦੇ ਅੰਦਰ ਜੇਕਰ ਸੈਲਰੀ ਦੀ ਗੱਲ ਹੀ ਹੋਏਗੀ ਔਰ ਬੱਚੇ ਦੀ ਪੜ੍ਹਾਈ ਦੀ ਗੱਲ ਨਹੀਂ ਹੋਏਗੀ ਕਿ ਬੱਚਾ ਕਿਹੜਾ ਸਮਾਰਟ ਹੈ, ਕਿਹੜਾ ਅੱਗੇ ਲੈ ਕੇ ਜਾਣਾ ਹੈ, ਉਹ ਸੈਲਰੀ ਤੇ ਡਿਸਕਸ਼ਨ ਹੋਏਗਾ। ਜੇਕਰ ਉਹਨਾਂ ਦੇ ਲੰਚ ਟਾਈਮ ਦੇ ਵਿੱਚ ਟੀਚਰ ਦਾ ਸਟਾਫ ਰੂਮ ਦੇ ਅੰਦਰ ਉਹ ਟੀਚਰ ਇਸ ਵੇਲੇ ਕੀ ਕਰਨਗੀਆਂ? ਇੱਥੇ ਬਿਲਕੁਲ ਅਸੀਂ ਤੁਹਾਡਾ ਐਗਰੀ ਨਹੀਂ ਕਰਦੇ। ਸਟਾਫ ਅੱਜ ਵੀ ਸਰ ਸੁਣੋ, ਪ੍ਰੋਬਲਮ ਹੋ ਰਹੀ ਹੈ ਸਿਮਰਨਜੀਤ जब सैलरी की गल आती है। हाँ जी सर, 2009 सर कभी भी टीचिंग स्टाफ ने ਆਪਣੇ ਆਪ ਨੂੰ, ਆਪਣੇ ਪ੍ਰੋਫੈਸ਼ਨ ਨੂੰ ਕਦੇ ਇਸ ਤਰ੍ਹਾਂ ਮਿਕਸ ਨਹੀਂ ਕੀਤਾ ਕਿ ਅਸੀਂ ਇਹ ਰਿਵੈਂਜ ਬੱਚਿਆਂ ਕੋਲੋਂ ਲਈਏ। ਅਸੀਂ ਪੜਾਉਂਦੇ ਆ ਆਪਣਾ ਪੂਰਾ 100 ਸਮਝੋ 200% ਦੇ ਕੇ ਪੜਾਉਂਦੇ ਆ ਕਿ ਇਹ ਸਾਡਾ ਰਿਜ਼ਲਟ ਹੈ, ਇਹ ਬੱਚਿਆਂ ਦਾ ਰਿਜ਼ਲਟ ਹੈ, ਸਕੂਲ ਦਾ ਰਿਜ਼ਲਟ ਹੈ। ਇਹਦੇ ਵਿੱਚ ਕੋਈ ਪਰਸਨਲ ਰਿਵੈਂਜ ਨਹੀਂ ਹੈ कि सानू सैलरी नहीं मिल रही है। सर आई डू एग्री। देख लीजिए अभी हम ऑनलाइन क्लासेस ले रहे हैं विदाउट सैलरीज, हमें 4-4 महीने की सैलरी नहीं मिली, हम आज भी ऑनलाइन। Very much true. Still we are taking the online classes. Okay. सिमरनजीत कौर जी, ਤੁਸੀਂ ਕੁਝ ਕਹਿ ਰਹੇ ਸੀਗੇ ਪਲੀਜ਼। ਸਰ ਮੈਂ ਕੁਝ ਕਹਿਣਾ ਚਾਹਾਂਗੀ। ਹਾਂਜੀ ਸਰ, ਮੈਂ ਇਹ ਕਹਿ ਰਹੀ ਸੀ ਸਿਮਰਨਜੀਤ ਕੌਰ ਜੀ, ਪਹਿਲੇ ਉਸ ਤੋਂ ਬਾਅਦ ਨਾਨਕ ਮੈਡਮ ਤੁਸੀਂ। ਹਾਂਜੀ, ਸਿਮਰਨਜੀਤ ਕੌਰ ਫਰਮ GHPS ਫਤਿਹਨਗਰ। ਹਾਂਜੀ, ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਇਹ ਸੈਲਰੀ ਦੀ ਜਿਹੜੀ ਪ੍ਰੋਬਲਮ ਹੈ 2009 ਤੋਂ ਚੱਲ ਰਹੀ ਹੈ, ਕੋਈ ਨਵੀਂ ਨਹੀਂ ਹੈ। ਹਰ ਥੋੜੇ ਟਾਈਮ ਬਾਅਦ ਇਹ ਪ੍ਰੋਬਲਮ ਆ ਰਹੀ ਹੈ।
दूसरी गल है कि even then we are taking extra classes, online classes, other activities, everything. We are hard working, we are doing everything and with wholeheartedly. ਤੇ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਆਲਮੋਸਟ ਸਟਾਫ ਜਿਹੜਾ ਹੁਣ ਰਿਟਾਇਰਮੈਂਟ ਤੇ ਹੈ ਔਰ ਉਹਨਾਂ ਨੂੰ ਆਪਣੀ ਗ੍ਰੈਚੁਇਟੀ, ਆਪਣੇ ਜਿਹੜੇ ਫੰਡਸ ਜਿਹੜੇ ਮਿਲਣੇ ਚਾਹੀਦੇ ਨੇ ਉਹ ਵੀ ਉਹਦੇ ਵਾਸਤੇ ਵੇਟ ਕਰ ਰਹੇ ਨੇ, ਉਹਦੇ ਵਾਸਤੇ ਕੇਸਿਸ ਲੜ ਰਹੇ ਨੇ, ਕੋਰਟ ਜਾ ਰਹੇ ਨੇ, ਜਿਹੜਾ ਕਿ ਉਹਨਾਂ ਦਾ ਰਾਈਟ ਹੈਗਾ ਔਰ ਉਹਨਾਂ ਦੀ ਕੋਈ ਪੈਨਸ਼ਨ ਵੀ ਨਹੀਂ ਹੈ ਤੇ ਕਮ ਸੇ ਕਮ ਰਿਟਾਇਰਮੈਂਟ ਦਾ ਪੈਸਾ ਵੀ ਉਹਨਾਂ ਨੂੰ ਟਾਈਮਲੀ ਮਿਲਣਾ ਚਾਹੀਦਾ। ਇਹ ਦੋ ਚੀਜ਼ਾਂ ਇਸ ਟਾਈਮ ਬਹੁਤ ਤੰਗ ਕਰ ਰਹੀਆਂ। ਸਟਾਫ ਕਾਫੀ ਰਿਟਾਇਰਮੈਂਟ ਤੇ ਹੈਗਾ ਔਰ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ ਤੇ ਇਹ ਚੀਜ਼ ਵੀ ਜਿਹੜੀ ਹੈ ਬੜੀ ਇੰਪੋਰਟੈਂਟ। ਸਰ ਆਈ ਵਾਂਟ ਟੂ ਕੋਟ, ਜੇ ਮੈਨੇਜਮੈਂਟ ਆ ਕੇ ਸਾਡੇ ਨਾਲ ਇੱਕ ਵਾਰੀ ਵੀ ਡਿਸਕਸ ਕਰਦੇ, ਸੋਲੂਸ਼ਨ ਲੱਭਦੇ ਤੇ ਆਈ ਥਿੰਕ ਸਟਾਫ ਕਦੇ ਵੀ ਕੋਰਟ ਨਹੀਂ ਜਾਂਦਾ, ਕਦੇ ਵੀ ਨਹੀਂ ਜਾਂਦਾ। ਬਹੁਤ ਅੱਛੇ ਆਊਟ ਆਫ ਦ ਵੇ ਜਾ ਕੇ ਸਾਨੂੰ ਆਪਣੇ ਆਪ ਨਹੀਂ ਹੁੰਦਾ। ਹੁਣ ਤੇ ਸਾਨੂੰ ਸੋਲੂਸ਼ਨ ਚਾਹੀਦਾ ਹੈ। सर मैं यहाँ पे ऐड करना चाहूंगी कुछ। ਸੋਲੂਸ਼ਨ ਚਾਹੀਦਾ ਹੈ ਸਰ, ਸਾਨੂੰ ਸੈਲਰੀਜ਼ ਚਾਹੀਦੀਆਂ ਨੇ, ਸਾਨੂੰ ਕੋਈ ਡਿਸਕਸ਼ਨ ਨਹੀਂ ਚਾਹੀਦੀ, ਕੋਈ डिस्कशन नहीं, ਸਾਨੂੰ सैलरीज चाहिए ने, 3 महीने की सैलरी ਸਾਨੂੰ चाहिए। सर मैं यहाँ पर कुछ ऐड करना चाहूंगी। अभी कमाल जी ने बोला कि टीचर अगर सैलरी के ऊपर ही कंसंट्रेट करेगी तो वो पढ़ाएगी कैसे। इट्स नॉट करेक्ट, इट्स एब्सोल्युटली रॉन्ग। ऑनलाइन हम क्लासेस ले रहे हैं सर, ऑनलाइन क्लासेस ले रहे हैं, रात को 11 बजे भी पेरेंट हमारे से क्वेरी पूछता है, the parent does not hesitate and we answer for that also। उनकी क्वेरी रात को 11 बजे भी सॉल्व होती है। तो फिर भी हम अपनी सैलरी के लिए 3 महीने से रो रहे हैं। नहीं, आई रियली अप्रिशिएट कि जेकर सैलरी नहीं मिलਦੀਆਂ ਤਾਂ ਵੀ ਤੁਸੀਂ ਆਨਲਾਈਨ ਪੜ੍ਹਾ ਰਹੇ ਹੋ ਇਸ ਵੇਲੇ। ਆਈ ਮਾਈ ਸੈਲੂਟ ਟੂ ਆਲ ਦ ਟੀਚਰਸ। ਕੁਝ ਕਹਿ ਰਹੇ ਸੀਗੇ ਜੋ ਜੀ ਦੋ ਗੱਲਾਂ ਬੜੀ ਸਹੀ ਨਿਕਲ ਕੇ ਆਈਆਂ। ਹਾਂਜੀ, ਕਿਆ ਪਾਲਿਸੀ ਬਣਨੀ ਚਾਹੀਦੀ ਹੈ ਕਿ ਜਿਹੜਾ ਬੋਲਦਾ ਉਹਨੂੰ ਚੁੱਪ ਕਰਕੇ ਟ੍ਰਾਂਸਫਰ ਕਰ ਦਿੰਦੇ ਨੇ। ਦੈਟ ਇਜ਼ ਬਿਲਕੁਲ ਸਹੀ ਗੱਲ ਹੈਗੀ ਹੈ। ਆਪਣੀ ਗੱਲ ਰੱਖਣਾ, ਆਪਣੀ ਪ੍ਰੋਬਲਮ ਦੱਸਣਾ, ਇਹਨਾਂ ਨੂੰ ਚੁੱਕਦੀ ਹੈ ਕਿ ਸਾਡੇ ਨਾਲ ਗੱਲ ਕਿਉਂ ਕੀਤੀ, ਸਾਡੀ ਗੱਲ ਕਿਉਂ ਕੀਤੀ। ਅੱਜ ਵੀ ਜਿਹੜੀ ਸਿਰਸਾ ਜੀ ਨੇ ਕੱਲ ਕਹੀ ਬਾਹਰ ਨਾ ਜਾਓ, ਕਿਉਂ ਨਾ ਜਾਓ। ਅਗਰ ਅੱਜ ਕੋਰਟ ਜਾਣਾ ਪਿਆ ਔਰ ਕੋਰਟ ਤੇ ਕੇਸ जीत कर ਆਇਆ, ਸ਼ਾਮੀ ਹੈ ਆਰਡਰ ਆਏ ਤੇ ਤਦ ਉਹ ਜਾ ਕੇ ਆਨਲਾਈਨ ਹੋਏ ਕਿ ਜੀ ਮੈਂ ਦਵਾਂਗਾ ਹੁਣ ਤੁਸੀਂ ਆਨਲਾਈਨ, ਕਿਉਂਕਿ ਪਤਾ ਚੱਲ ਜਾਂਦਾ ਆਨਲਾਈਨ ਪ੍ਰੋਗਰਾਮ ਹੋ ਰਿਹਾ ਹੈ। ਅਗਰ ਉਹ ਅੱਜ ਵੀ ਕਰਦੇ ਨੇ ਬਹੁਤ ਅੱਛੀ ਗੱਲ ਹੈ, ਕਰਨਾ ਚਾਹੀਦਾ ਹੈ। ਹੁਣ ਕੋਰਟ ਦਾ ਡੰਡਾ ਵੀ ਹੈ ਔਰ ਸੰਗਤ ਦਾ ਵੀ ਪਿਆਰ, ਸੰਗਤ ਵੀ ਕਹਿ ਰਹੀ ਹੈ, ਸਾਰੇ ਕਹਿ ਰਹੇ ਨੇ, ਸਟਾਫ ਦਾ ਵੀ ਹੈ ਕਿ 1 ਮਿੰਟ ਦੇ ਅੰਦਰ ਇਹਨੂੰ ਸੈਲਰੀ ਦੇਣੀ ਚਾਹੀਦੀ ਹੈ। ਵਿਕੀ ਜੀ ਮੈਂ ਨਾ ਹੁਣ ਚਾਹਾਂਗਾ ਕੋਈ ਨਵਾਂ ਜਿਹੜੇ ਵਿਊਜ਼ ਆਣ, ਕਿਉਂਕਿ ਜਿਹੜਾ ਸਾਡੇ ਨਾਲ ਕੁਝ ਨਵੇਂ ਵਿਊਜ਼ ਆਣ ਤੇ ਮੈਂ ਚਾਹਾਂਗਾ ਹੱਥ ਖੜਾ ਕਰਨ ਜਿਹੜੇ ਹੈਗੇ ਨੇ। ਸਰ ਇਸ ਤਰ੍ਹਾਂ ਹੈ, ਅਸੀਂ ਕੋਰਟ ਨਹੀਂ ਜਾਣਾ ਚਾਹੁੰਦੇ ਸੀ ਪਰ ਮੈਨੇਜਮੈਂਟ ਨੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਕੋਰਟ ਗਏ ਹਾਂ। ਬਿਲਕੁਲ ਠੀਕ ਗੱਲ ਹੈ ਜੀ, ਬਿਲਕੁਲ ਠੀਕ ਹੈ। ਸਰ ਕੋਈ ਮੀਡੀਆ ਵਿੱਚ ਨਹੀਂ ਆਣਾ ਚਾਹੁੰਦਾ ਸਰ, ਇਹ ਵੀ ਮਜਬੂਰ ਕੀਤਾ ਗਿਆ ਸਾਨੂੰ ਰਸਤਾ ਇਹਨਾਂ ਨੇ ਦਿਖਾਇਆ ਸਰ। वीडियो पाना ते सब कुछ कोई नहीं करना चाहता। सर कभी भी किसी इंस्टीट्यूट सर असि जिन्ने बैठे सब अच्छे तरह तो बिलोंग करते हैं, कोई मीडिया नहीं आना चाहता। ट्रांसफर पॉलिसी इमीडिएटली बंद होनी चाहिए, ट्रांसफर पॉलिसी इमीडिएटली बंद होनी चाहिए। ये इसी के हरासमेंट में हमसे सब कुछ कराया जाता है। ਇੱਕ ਜਿਹੜਾ मैं कुछ कहना चाहती हूं। ਭੁਪਿੰਦਰ ਕੌਰ ਮੈਮ ਕੁਝ ਕਹਿਣਾ ਚਾਹੁੰਦੇ ਨੇ ਵੀ। ਹਾਂਜੀ ਕਿ ਅਗਰ ਟ੍ਰਾਂਸਫਰ ਪਾਲਿਸੀ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਨਹੀਂ ਤੇ ਟੀਚਰ ਨੂੰ ਲੱਗਿਆ ਰਹਿੰਦਾ ਹੈ ਕਿ ਜਿਵੇਂ ਉਹ ਇੱਕ ਕਹਾਵਤ ਹੈ ਕਿ ਕਿਹਾ ਜਾਂਦਾ ਹੈ ਕਿ ਜੀ ਇਹ ਅਗਰ ਕੁਝ ਬੋਲੇਗਾ ਤੇ ਟੱਕਾ ਤੀਰਪੁਰ ਭੇਜ ਦੇਣਗੇ। ਇਹ ਕਹਾਵਤ ਜਿਹੜੀ ਹੈ ਆਮ ਚੱਲਦੀ ਹੈ ਤੇ ਬੀਜੜ ਸੀ ਸਰ ਜੀ, ਪਹਿਲਾਂ ਬੀਜੜ ਸੀ ਤੇ ਉਹ ਗੱਲ ਹੈ ਬਿਲਕੁਲ ਬੜਾ ਵਧੀਆ ਹੈਗਾ। ਅਸੀਂ ਫਿਰ ਕਵਾਂਗੇ ਕਿ ਕੁਝ ਪੁਆਇੰਟ ਇਹੋ ਜਿਹੇ ਨਿਕਲ ਕੇ ਆਏ, ਅਗਰ ਉਹ ਪ੍ਰਬੰਧਕ ਇਸ ਤੇ ਵਿਚਾਰ ਕਰਨ ਤੇ ਜ਼ਰੂਰ ਕਿਤੇ ਨਾ ਕਿਤੇ ਕੁਝ ਸੁਧਾਰ ਦੀ ਜਿਹੜੀ ਹੈ ਸ਼ੁਰੂ ਹੋਏਗੀ। ਸੰਜੀਵ ਵਰਮਾ ਜੀ। ਭੁਪਿੰਦਰ ਕੌਰ ਮੈਮ ਕੁਝ ਕਹਿਣਾ ਚਾਹ ਰਹੇ ਸੀਗੇ। ਹਾਂਜੀ ਭੁਪਿੰਦਰ ਕੌਰ ਜੀ। ਸਰ ਮੈਂ ਕੁਝ ਕਹਿਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਰਾਤੀ ਐਕਚੁਅਲੀ ਇੱਕ ਵੀਡੀਓ ਆਈ ਸੀਗੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਕੋਈ 4-5 ਟੀਚਰਾਂ ਹੈਗੀਆਂ ਨੇ, ਟੀਚਰਸ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਹੈ, ਸਭ ਦੇ ਕੋਲ ਆਪਣੀ ਸੇਵਿੰਗਸ ਹੈਗੀਆਂ ਨੇ, ਸਾਰੇ ਆਪਣੀ ਸੇਵਿੰਗਸ ਦੇ ਵਿੱਚੋਂ ਗੁਜ਼ਾਰਾ ਕਰ ਸਕਦੇ ਨੇ, ਸਭ ਦੇ ਹਸਬੈਂਡਸ ਵੀ ਹੈਗੇ ਨੇ, ਸਭ ਦੇ ਹਸਬੈਂਡਸ ਦਾ ਵੀ ਸੇਵਿੰਗਸ ਹੋਏਗੀ ਤੇ ਬਿਜ਼ਨਸ ਵੀ ਕਰਦੇ ਹੋਣਗੇ ਸਾਰੇ ਹਸਬੈਂਡ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਕਹਿਣਾ ਬਹੁਤ ਸੌਖਾ ਹੈਗਾ ਹੈ। ਜੇ ਤੁਸੀਂ ਕਿਸੇ ਦੀ ਫੈਮਿਲੀਜ਼ ਦੇ ਵਿੱਚ ਆ ਕੇ ਦੇਖੋ ਤੇ ਆਈ ਐਮ ਅ ਸਿੰਗਲ ਪੇਰੈਂਟ, ਮੈਂ ਇਕੱਲੀ ਰਹਿੰਦੀ ਹਾਂ, ਆਈ ਐਮ ਨਾਟ ਸਟੇਇੰਗ ਵਿਦ ਮਾਈ ਫੈਮਿਲੀ। ਮੇਰੇ ਕੋਲ ਇੱਕ ਮੇਰੀ ਬੇਟੀ ਹੈਗੀ ਹੈ, ਮੈਂ ਆਪਣਾ ਗੁਜ਼ਾਰਾ ਖੁਦ ਕਰਦੀ ਹਾਂ, ਨਾ ਹੀ ਮੈਂ ਕੋਈ ਆਪਣੇ ਇਨ-ਲॉज ਕੋਲੋਂ ਕੋਈ ਸੇਵਿੰਗ ਲੈ ਕੇ ਆਈ ਸੀ। ਮੇਰੇ ਕੋਲ ਕੋਈ ਸੇਵਿੰਗਸ ਨਹੀਂ ਹੈਗੀਆਂ, ਮੈਂ ਸਿਰਫ ਹੈਂਡ ਟੂ ਮਾਊਥ ਹੈਗੀ ਹਾਂ। ਜੋ ਮੇਰੇ ਕੋਲ ਆਉਂਦਾ ਮੈਂ ਉਸ ਦੇ ਵਿੱਚੋਂ ਐਡਜਸਟ ਕਰਦੀ ਹਾਂ। ਤੁਸੀਂ ਇਹ ਸੋਚੋ 3 ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੋਏਗੀ, ਦੇ ਵਿੱਚ ਮੈਂ ਰੈਂਟ ਵੀ ਪੇ ਕਰਨਾ ਹੈਗਾ, ਮੈਂ ਆਪਣੀ ਬੇਟੀ ਦੀ ਫੀਸ ਵੀ ਪੇ ਕਰਨੀ ਹੈਗੀ ਹੈ, ਮੈਂ ਘਰ ਦਾ ਖਰਚਾ ਵੀ ਚਲਾਉਣਾ ਹੈਗਾ। ਮੈਨੂੰ ਡਾਕਟਰ ਨੇ ਸਰਜਰੀ ਕਹੀ ਹੋਈ ਹੈ,
ऑपरेशन क्या होया है, अगर मैं ऑपरेशन कराना चाहती हूँ तो 10 लाख 2 लाख रुपए का खर्चा आएगा जो मैं अफोर्ड नहीं कर सकती हाँ, तो इस करके मैं मेडिसिन हर मंथ रेगुलर लेनी बनती है। तो तुसी सोचो 3000 रुपए की मेरी मेडिसिन आती है, 1500 रुपए मेरी बेटी की मेडिसिन आती है, मैं किस तरह एडजस्ट करा? नहीं, बड़े बड़े वैलिड पॉइंट ने और बड़ी सच्चाई है ये जो भूपिंदर कौर मैम ने किया। मैं सर एक मिनट ਤੁਸੀਂ एक ਆਪਣੇ मिनट husband कहना चाहूंगी जरूर ਤੁਸੀਂ ਕਿਸੇ ਦੇ ਘਰ कुछ कह सकती हैं? जिसने कल वीडियो रिलीज की है, who is he? He is no one. मैडम ਇਹੋ ਜਿਹੇ ਬੰਦੇ ਬੜੀ ਸਾਰੀ ਵੀਡੀਓਜ਼ ਕਰਦੇ ਆ ਵੀਸੇ ਗੁਰਪ੍ਰੀਤ ਢਿੰਗਰਾ ਜੀ। ਹਾਂਜੀ ਸਰ ਮੈਂ ਇਹ ਕਹਿਣਾ ਚਾਹਨੀ ਆ ਕਿ ਅਸੀਂ ਜਿਹੜੇ ਸਵੇਰੇ ਚਾਹੇ ਬਾਰਿਸ਼ ਆਏ ਚਾਹੇ ਆਂधी ਆਏ ਚਾਹੇ ਤੂਫਾਨ ਆਏ, ਜਿਹੜੀਆਂ ਲੇਡੀਜ਼ ਘਰੋਂ ਨਿਕਲ ਰਹੀਆਂ ਨੇ ਕੰਮ ਕਰਨ ਵਾਸਤੇ ਪੈਸੇ ਵਾਸਤੇ ਹੀ ਨਿਕਲਦੀਆਂ ਨੇ। we go we do the job so that we get the salary in return. Now if that salary is not being paid to us, we feel, you know, we are losing our dignity. आज हमें इतना टाइम हो गया इन लोगों को मैसेजेस पे मैसेजेस करते हुए, they didn't feel the need to even turn back. आज क्यों उन्होंने हमको मैसेज किया है? क्योंकि सब तरफ से they are being attacked. सर महीना हो गया हमें मैसेज करते हुए, व्हाट्सएप करते हुए या ट्विटर करते हुए। अगर आप पर्सनल व्हाट्सएप करे हैं, ट्वीट्स करे हैं, अगर हम घर से निकलते हैं सर तो पैसे के लिए ही निकलते हैं। कोई अगर ये बोले कि नहीं मुझे जरूरत नहीं है, ਦਾ ਇੱਕ ਫੇਲਿਅਰ ਹੈਗਾ ਕਿ 125 ਕਰੋੜ ਰੁਪਇਆ ਸਾਲ ਦਾ ਆਂਦਾ ਹੈ। 125 ਕਰੋੜ ਆਉਣ ਦੇ ਬਾਵਜੂਦ ਵੀ ਜੇਕਰ ਉਹਨਾਂ ਕੋਲ ਰੇਨੀ ਡੇ ਵਾਸਤੇ ਸੇਵਿੰਗਸ ਨਹੀਂ ਨੇ ਕਿ ਉਹ ਆਪਣੀਆਂ ਟੀਚਰਸ ਜਾਂ ਸਟਾਫ ਨੂੰ ਸੈਲਰੀ ਦੇ ਸਕਣ, ਤੇ ਇਹ ਡੀਐਸਜੀਐਮਸੀ ਦਾ ਬਹੁਤ ਵੱਡਾ ਫੇਲਿਅਰ ਹੈਗਾ। ਕੋਈ ਦੋ ਰਾਏ ਨਹੀਂ ਇਸ ਕਰਕੇ ਕਿਉਂਕਿ ਮਿਸਮੈਨੇਜਮੈਂਟ ਆਫ ਫੰਡਸ ਹੈਗਾ, ਫੰਡਸ ਪ੍ਰੋਪਰਲੀ ਮੈਨੇਜ ਨਹੀਂ ਕਰਦੇ ਉਹ, ਨਾ ਪ੍ਰੋਪਰ ਪਾਲਿਸੀ ਤੇ ਚੱਲਦੇ ਹੈ। ਮੈਨੇਜਮੈਂਟ ਹਾਂਜੀ ਵੀਰ ਜੀ, ਹਾਂ ਵੀਰ ਜੀ ਤੁਸੀਂ ਕੁਝ ਕਹਿ ਰਹੇ ਸੀ ਪਲੀਜ਼। ਸਰ ਇਹ ਜਿਹੜੀ ਸੈਲਰੀ ਮੰਗੀ ਜਾ ਰਹੀ ਹੈ ਨਾ, ਲॉकडाउन ਪੀਰੀਅਡ ਤੋਂ ਪਹਿਲੇ ਦੀ ਮੰਗੀ ਜਾ ਰਹੀ ਹੈ, ਜਿਹਦੀ ਫੀ ਆਲरेडी पेरेंट दे चुका है। एग्जैक्टली मार्च 31 तक सारी आ चुकी है फीस। सर मैं आपको एक बात बताती हूँ, हमारे स्कूल में हरीश सर थे, हरीश कुमार जी सर। यस आई वांटेड टू ऐड टू दिस। वो साल से डायलिसिस पे थे सर। पर्सन डायलिसिस के बाद नेक्स्ट डे स्वेलिंग में जॉब करने आते थे सर। नेक्स्ट डे स्वेलिंग में जॉब करने आते थे, किसके लिए सर? पैसे के लिए। आज उनकी जरूरत थी सर, और आज वो हमारे बीच में नहीं है, और अपनी 3 महीने की सैलरी के बिना उनकी डेथ हो गई सर। सर वो अपनी खुद की मेहनत के पैसे का सुख नहीं लिया उन्होंने सर। तो स्टाफ कहाँ गलत है सर अगर वो सैलरी मांग रहा है? ਸਰ ਸੈਲਰੀਜ਼ ਕਿਵੇਂ ਆਉਂਦੀਆਂ ਸਰ ਹਜੇ ਤੇ ਸਿਰਫ ਅਸੀਂ ਸੈਲਰੀ ਦੀ ਗੱਲ ਕਰ ਰਹੇ ਹਾਂ। ਅਸੀਂ ਹਜੇ ਕਿਤੇ ਵੀ ਨਾ ਡੀਏ ਦੀ ਗੱਲ ਕੀਤੀ ਹੈ, ਨਾ ਅਸੀਂ ਕੋਈ ਆਪਣੀ ਇੰਕਰੀਮੈਂਟਸ ਦੀ ਗੱਲ ਕੀਤੀ ਹੈ। ਸਾਡੇ ਕੋਈ ਇੰਕਰੀਮੈਂਟਸ ਨਹੀਂ ਲੱਗ ਰਹੇ, ਸਾਨੂੰ ਕੋਈ ਡੀਏ ਨਹੀਂ ਲੱਗ ਰਿਹਾ। ਇੰਕਰੀਮੈਂਟ ਕੋਈ ਨਹੀਂ ਹੈ ਮੈਡਮ, ਇੰਕਰੀਮੈਂਟ ਸਾਰੇ ਅਪਡੇਟਡ ਨੇ। सिर्फ डीए अपडेटेड नहीं हैगा, बाकी और बहुत सारी गल्लां हैगियां। इंक्रीमेंट अपडेटेड नहीं, डीए है सर, टीए हमारा बंद हो चुका है, हमारे एमएसीपी ठीक से नहीं लगे हैं, सारा कुछ हेमकुंड कॉलोनी में मोस्टली सारी चीजें गलत चल रही है। और हमने कितनी नहीं डीए रुकिया हुआ है जी, 16% डीए रुकिया हुआ है। डीए कब से कब? ठीक है, उसके बाद मैम मैं आपको बताती हूँ, हमारे फंड, हमारे बोनस बंद हुए, हमारे गिफ्ट्स बंद हुए, सब कुछ तो इन्होंने आके बंद कर दिया। एक 6 पे कमीशन एरियर दिया, उसके बाद आप सब कुछ तो बंद करके बैठ गए। एमएसीपी सोल्यूशन था सिर्फ जब तक बच्चा नहीं आएगा कोई सोल्यूशन नहीं है। बच्चा क्यों नहीं आएगा? जसवंत कौर जी ਇੱਥੇ ਇੱਕ ਚੀਜ਼ ਮੈਂ ਰੋਕਾਂਗਾ। ਇੱਕ ਜਿਹੜੀ ਸਰਦਾਰ ਗੁਰਲਾਟ ਸਿੰਘ ਜੀ ਨਾਲ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਹੋ ਰਹੀ ਸੀ, ਜਿਹੜੇ ਗੁਰਲਾਟ ਸਿੰਘ ਜੀ ਦੇ ਇੰਟਰਵਿਊ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਇੱਕ ਛੋਟਾ ਜਿਹਾ ਸਕੂਲ ਵੀ ਹੁੰਦਾ ਹੈ ਨਾ ਗਾਉਂ ਦਾ, ਉਹ ਵੀ ਪ੍ਰੋਫਿਟ ਹੀ ਜਾਂਦਾ ਹੈ। लॉकडाउन में बच्चा तो नहीं आएगा, ਹਜ਼ਾਰਾ ਹੋਵੇ ਔਰ ਨੁਕਸਾਨ ਵੀ ਜਾ ਰਿਹਾ ਹੋਵੇ, ਤੇ ਕਿਤੇ ਨਾ ਕਿਤੇ ਕੱਲਾ ਮੈਨੇਜਮੈਂਟ ਦਾ ਦੋਸ਼ ਹੀ ਕਿਹਾ ਜਾਂਦਾ ਹੈ ਕਿ ਕਿਉਂਕਿ ਕਿਤੇ ਨਾ ਕਿਤੇ ਇਹ ਜੁਆਇੰਟ ਵਰਕ ਹੈ, ਕੱਲਾ ਮੈਨੇਜਮੈਂਟ ਨਹੀਂ ਹੈ। ਮੈਨੇਜਮੈਂਟ ਦੇ ਨਾਲ ਸਟਾਫ ਹੈ, ਟੀਚਰ ਹੈ, ਸਾਰੇ ਦੇ ਐਫਰਟਸ ਨੇ, ਪ੍ਰਿੰਸੀਪਲ ਦੇ ਐਫਰਟਸ ਨੇ, ਸਭ ਦੇ ਐਫਰਟਸ ਨੇ। ਠੀਕ ਹੈ, ਮੈਨੇਜਮੈਂਟ ਵਿੱਚ ਕਮੀ ਜ਼ਰੂਰ ਰਹੀ ਹੈ, ਬਟ ਐਫਰਟ ਜਦ ਤੱਕ ਸਾਰਿਆਂ ਦੇ ਇਕੱਠੇ ਨਹੀਂ ਹੋਣਗੇ। ਅੱਜ ਸਰ ਇਹਦੇ ਤੇ ਮੈਂ ਇੱਕ ਪੁਆਇੰਟ ਬੋਲਣਾ ਚਾਹਾਂਗੀ, ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਅੱਜਕੱਲ ਕੋਈ ਐਕਟੀਵਿਟੀਜ਼ ਨਹੀਂ ਹੋ ਰਹੀਆਂ। ਪਹਿਲੇ ਬਾਹਰੋਂ ਟੀਚਰ ਆਉਂਦੇ ਸਨ, ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਸਨ, ਕਿਉਂਕਿ ਅੱਜਕੱਲ ਕੋਈ ਵੀ ਪੇਰੈਂਟ ਜਿਹੜਾ ਹੈ ਅਗਰ ਉਹ ਸਕੂਲ ਦੇ ਵਿੱਚ ਆਪਣਾ ਬੱਚਾ ਪਾਉਂਦਾ ਹੈ ਤਾਂ ਉਹ ਦੇਖਦਾ ਕਿ ਇੱਕ ਆਲ ਰਾਊਂਡਰ ਸਕੂਲ ਹੋਏ।
Now we are just focusing on the studies only. कोई एक्टिविटीज नहीं है, इसलिए किसी भी ਅਸੀਂ कहने कन्विंस कर रहे हैं कि अपना बच्चा ਜਿਹੜਾ है GHPS ਦੀ ਕਿਸੇ ਵੀ ਬ੍ਰਾਂਚ ਵਿੱਚ ਪਾਏ। ਪੇਰੈਂਟਸ ਸਿਰਫ ਇसीलिए ਨਹੀਂ ਇਨੀਸ਼ੀਏਟ ਲੈਂਦਾ क्योंकि कोई भी एक्टिविटी स्कूल ਦੇ ਵਿੱਚ ਨਹੀਂ ਆ। ਅੱਜ और मैम ਦੇਖੋ मैम कंप्यूटर्स भी बाबा आदम के जमाने के हैं। ਜਿਹੜੀ ਗੱਲ ਹੁਣੇ ਹਰਜੋਤ ਜੀ ਨੇ ਕੀਤੀ ਹੈ ਉਹਦੇ ਅੰਦਰ ਇੱਕ ਜ਼ਰੂਰੀ ਗੱਲ ਹੈਗੀ ਹੈ ਕਿ ਮੈਨੇਜਮੈਂਟ ਹੀ ਟੀਚਰ ਨੂੰ ਆਈਡੀਆਜ਼ ਦਿੰਦੇ। ਦੇਖੋ ਅੱਜ ਇੱਕ ਮੈਂ ਗੱਲ ਕਵਾਂਗਾ ਸਾਰਿਆਂ ਨੂੰ ਕਿ ਇੱਕ ਗੱਲ ਨਾ ਇਹਦੇ ਵਿੱਚ ਕੁਝ ਕੱਲਾ ਇੱਕ ਇਸ਼ੂ ਜਿਵੇਂ ਹੁਣੇ ਜਸਵੰਤ ਜੀ ਨੇ ਪੁਸ਼ਪਿੰਦਰ ਜੀ ਨੇ ਸਾਰਿਆਂ ਨੇ ਗੱਲ ਕੀਤੀ ਬਈ ਇਹ ਇੱਕ ਇਸ਼ੂ 3 ਮਹੀਨੇ ਦੀ ਤਨਖਾਹਾਂ ਦਾ ਨਹੀਂ ਹੈ। ਅੱਗੇ ਅਗਰ ਅੱਜ ਕ੍ਰਾਈਸਿਸ ਖਤਮ ਵੀ ਕਰ ਦਿੰਦੇ ਨੇ ਇਕਜੁੱਟ ਆ ਕੇ, ਇਹ ਕ੍ਰਾਈਸਿਸ ਅੱਗੋਂ ਕਿਵੇਂ ਕੰਟੀਨਿਊ ਨਹੀਂ ਚੱਲਣਾ ਚਾਹੀਦਾ, ਅੱਗੋਂ ਉਹਦਾ ਸੁਧਾਰ ਕਿਵੇਂ ਹੋਣਾ ਚਾਹੀਦਾ। ਜਿਵੇਂ ਹੁਣ ਇੱਕ ਮੈਡਮ ਨੇ ਗੱਲ ਕੀਤੀ ਕਿ ਬੱਚੇ ਕਿਉਂ ਨਹੀਂ ਆਉਂਦੇ, ਇਹ ਵੀ ਇੱਕ ਕਿਉਂਕਿ ਦੇਖੋ ਬੜੇ ਜਿਹੜੇ ਸਾਡੇ ਮੈਨੇਜਮੈਂਟ ਦੇ ਬੰਦੇ ਨੇ ਲਾਈਵ ਦੇਖ ਵੀ ਰਹੇ ਨੇ ਜਾਂ ਬਾਅਦ ਚੋਂ ਦੇਖਣਗੇ ਜਾਂ ਉਹਨਾਂ ਨੂੰ ਦੱਸਿਆ ਜਾਏਗਾ ਤੇ ਕੱਲਾ ਉਹ ਇਹ ਨਾ ਵਿਚਾਰ ਕਰਨ ਕਿ ਜੀ ਅਸੀਂ ਇਹ ਕ੍ਰਾਈਸਿਸ ਆਇਆ ਇਸ ਕ੍ਰਾਈਸਿਸ ਨੂੰ ਕਿਵੇਂ ਖਤਮ ਕਰਨਾ ਹੈ। ਇਹ ਕ੍ਰਾਈਸਿਸ ਅੱਗੋਂ ਨਾ ਆਵੇ, ਅਸੀਂ ਜਿਹੜੇ ਇਕਜੁੱਟ ਹੋਇਆ ਮੇਨ ਕਾਰਨ ਹੈ ਕਿ ਅੱਗੋਂ ਵੀ ਇਹ ਕ੍ਰਾਈਸਿਸ ਨਾ ਆਵੇ। ਠੀਕ ਹੈ ਹਰਜੋਤ ਜੀ, ਇਹਦੇ ਵਿੱਚ ਮੈਂ ਬਾਠ ਹੋਰਾਂ ਦੀ ਕਹੀ ਹੋਈ ਗੱਲ ਨੂੰ ਕੋਟ ਕਰਾਂਗਾ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਜਦੋਂ ਤੱਕ ਸਕੂਲ ਨਾਨ ਮੈਂਬਰਸ ਨੂੰ ਔਰ ਐਜੂਕੇਸ਼ਨਿਸਟ ਨੂੰ ਨਹੀਂ ਚਲਾਉਣ ਵਾਸਤੇ ਦਿੱਤੇ ਜਾਣਗੇ ਜੋ ਉਹਨਾਂ ਨੂੰ ਹੈਡ ਕਰੇਗਾ ਤਾਂ ਤੱਕ ਇਹ ਪ੍ਰੋਬਲਮਸ ਕਦੀ ਵੀ ਖਤਮ ਨਹੀਂ ਹੋਣਗੀਆਂ। ਔਰ ਦੂਸਰੀ ਗੱਲ ਹੈਗੀ ਹੈ ਕਿ ਟੀਚਰਸ ਨੂੰ ਮੈਨੇਜਮੈਂਟ ਹੀ ਟੂਲਸ ਦਿੰਦੀ ਹੈ, ਆਈਡੀਆਜ਼ ਦਿੰਦੀ ਹੈ ਕਿ ਅਸੀਂ ਇਹ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਤੇ ਟੀਚਰਸ ਉਹਨਾਂ ਨੂੰ ਇੰਪਲੀਮੈਂਟ ਕਰਦਾ ਹੈ। ਟੀਚਰਸ ਆਪਣੇ ਕੋਲੋਂ ਕੋਈ ਵੀ ਸਕੀਮ ਜਾਂ ਚੀਜ਼ਾਂ ਇੰਪਲੀਮੈਂਟ ਨਹੀਂ ਕਰ ਸਕਦੀ। ਟੀਚਰ ਨੂੰ ਮੈਨੇਜਮੈਂਟ ਦੱਸੇਗੀ ਨਾ ਕਿ ਵੀ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਇਹ ਚੀਜ਼ਾਂ ਅਸੀਂ ਕਰਨਾ ਚਾਹੁੰਦੇ ਹਾਂ ਤੇ ਟੀਚਰਸ ਆਪਣਾ ਯੋਗਦਾਨ ਦੇਣਗੀਆਂ। ਹਾਂਜੀ ਹੁਣ ਕਿਉਂਕਿ सर यहाँ तो कंप्यूटर भी बाबा आदम के जमाने के हैं, कंप्यूटर टीचर तो इतने टैलेंटेड है ਮੈਨੂੰ पर ਜੀ कंप्यूटर ही ਕੱਲ नहीं ਇੱਕ चलते। ਗਰੁੱਪ ਦੇ ਵਿੱਚ ਪਤਾ ਲੱਗਾ ਹੈ ਕਿ GHPS ਵਸੰਤ ਵਿਹਾਰ ਦੇ ਟਾਇਲਟਸ ਤੱਕ ਦਾ ਬੁਰਾ ਹਾਲ ਹੈਗਾ। ਮੈਂ ਸੁਣ ਕੇ ਦੰਗ ਰਹਿ ਗਿਆ। ਵਸੰਤ ਵਿਹਾਰ ਜੋ ਕਿ ਸਭ ਤੋਂ ਪ੍ਰਾਈਮ, ਮੈਨੂੰ ਨਹੀਂ ਪਤਾ ਇਹ ਗੱਲ ਸੱਚ ਹੈ ਜਾਂ ਨਹੀਂ, ਮੈਨੂੰ ਸੁਣਨ ਚਾਹੀਏ। ਜੇਕਰ ਕੋਈ ਵਸੰਤ ਵਿਹਾਰ ਦੀ ਇੱਥੇ ਟੀਚਰ ਹੈ ਤੇ ਪਲੀਜ਼ ਉਸ ਇਹਦੇ ਬਾਰੇ ਕੁਝ ਦੱਸ ਸਕਦੀ ਹੈ ਕਿ ਵਾਕਈ ਉੱਥੇ ਜਿਹੜੇ ਬੱਚਿਆਂ ਦੀ ਐਮਿਨਿਟੀਜ਼ ਨੇ, ਟਾਇਲਟਸ ਨੇ, ਕਿ ਉਹਨਾਂ ਦਾ ਵੀ ਬੁਰਾ ਹਾਲ ਹੈ। ਕਮਾਲ ਜੀ ਮੈਂ ਪਿਛਲੇ ਹਫਤੇ ਵਸੰਤ ਵਿਹਾਰ ਗਿਆ ਸੀ, ਪਿਛਲੇ ਹਫਤੇ ਨਹੀਂ ਸੌਰੀ ਲੋਕਡਾਊਨ ਤੋਂ ਇੱਕ ਹਫਤਾ ਪਹਿਲੇ ਵਸੰਤ ਵਿਹਾਰ ਗਿਆ ਸੀਗਾ ਤੇ ਉੱਥੇ ਜਿਹੜਾ ਗਰਾਊਂਡ ਫਲੋਰ ਦੇ ਬॉयਜ਼ ਟਾਇਲਟ ਵਿੱਚ ਮੈਂ ਗਿਆ ਸੀਗਾ, ਇਟ ਵਾਸ ਰੀਅਲੀ ਪੈਥੇਟਿਕ। I am telling you it was really pathetic। ਮਤਲਬ ਉਹਦੇ ਈਵਨ ਜਿਹੜਾ ਵਾਸ਼ਿੰਗ ਵਾਲਾ ਯੂਰੇਨੀਅਲਸ ਦੇ ਵਿੱਚ ਇੰਨਾ ਗੰਦਾ ਸੀਗਾ ਕਿ I mean we were surprised of it। Okay, ਅਸੀਂ ਫਿਰ ਗੱਲ ਕਰਾਂਗੇ ਕਿ ਕੱਲਾ ਇੱਕ ਇਹ ਇਸ਼ੂ ਨਹੀਂ ਹੈ। ਮੈਂ ਫਿਰ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਇਸ ਟਾਈਮ ਮੇਰੇ ਨਾਲ 100 ਬੰਦੇ ਜੁੜੇ ਹੋਏ ਨੇ ਬਟ ਗੱਲ ਘੁੰਮ ਫਿਰ ਕੇ ਕਿ 4 ਬੰਦੇ ਜਿਹੜੇ ਨੇ ਜਾਂ 6 ਬੰਦੇ ਅਸੀਂ ਹੈਗੇ ਆ ਤੇ ਅਗਰ ਉਹਨਾਂ ਨੇ 100 ਵਿੱਚੋਂ ਅਗਰ 90 ਨੇ ਸਿਰਫ ਇੱਕ ਗੱਲ ਡਿਸਕਸ਼ਨ ਸੁਣਨੀ ਸੀ, ਉਹ ਲਾਈਵ ਵੀ ਸੁਣ ਸਕਦਾ ਸੀ। ਕੁਝ ਕਈ ਆਨਲਾਈਨ ਪੈਂਡਿੰਗ ਵੀ ਹੈਗੇ ਨੇ, ਮੈਨੂੰ ਫੋਨ ਵੀ ਆ ਰਿਹਾ ਕਿ ਮੈਂ ਐਡ ਨਹੀਂ ਹੋ ਪਾ ਰਿਹਾ ਕਿਉਂਕਿ 100 ਫੁੱਲ ਹੋ ਚੁੱਕੇ ਨੇ ਤੇ ਉਸ ਵਿੱਚ ਜ਼ਰੂਰ ਗੱਲ ਕਰਾਂਗੇ ਕਿ ਸਾਨੂੰ ਕੁਝ ਸੁਝਾਅ ਆਣ ਕਿਉਂਕਿ ਉਹ ਸੁਝਾਅ ਬਹੁਤ ਵਧੀਆ ਹੈ। ਇੱਕ ਟ੍ਰਾਂਸਫਰ ਪਾਲਿਸੀ ਦਾ ਆਇਆ ਔਰ ਇੱਕ ਮੈਨੇਜਮੈਂਟ ਦਾ ਆਇਆ, ਇੱਕ ਐਕਟੀਵਿਟੀ ਦਾ ਆਇਆ। ਹਾਂਜੀ ਜਸਵੰਤ ਕੌਰ ਜੀ ਕੁਝ ਦਿਖਾ ਰਹੇ ਹੋ ਤੁਸੀਂ ਪਲੀਜ਼। ਸਰ ਕੰਪਿਊਟਰਸ ਆਲਸੋ ਸਾਡੀ ਐਸੋਸੀਏਸ਼ਨ ਹੈ 25/9/2018 ਨੂੰ ਮੰਜੀ ਚੇਅਰਮੈਨ ਐਜੂਕੇਸ਼ਨ ਸੈੱਲ ਨਾਲ ਮਿਲੇ ਸੀ ਹਰਮੀਤ ਜੀ ਨਾਲ। ਉਹਨਾਂ ਨਾਲ ਅਸੀਂ 15 point discuss ਕੀਤੇ ਸੀ about the activities, about the annual day, sports day and other activities in the school। 2018 25/9/2018 ਔਰ ਉਹ ਤੋਂ ਲੈ ਕੇ ਅੱਜ 2 ਸਾਲ ਹੋਣ ਚੱਲੇ ਨੇ। ਅੱਜ ਇਹਦੇ ਉੱਤੇ ਇੱਕ ਵੀ ਗੱਲ ਉੱਤੇ ਇੰਪਲੀਮੈਂਟ ਨਹੀਂ ਹੋਇਆ ਹੈਗਾ। ਇਹ ਮੈਮੋਰੈਂਡਮ ਹੈ ਉਹਨਾਂ ਦੇ ਉੱਥੋਂ ਸਾਈਨ ਕੀਤਾ ਹੋਇਆ ਔਰ ਇਹ ਡਿਸਕਸ ਹੋਇਆ ਹੈਗਾ। ਅਸੀਂ 25-30 ਟੀਚਰ ਗਏ ਸੀ ਜਦੋਂ ਇਹ ਡਿਸਕਸ ਹੋਇਆ ਉੱਥੇ, ਲੇਕਿਨ ਉਹਨਾਂ ਮਤਲਬ ਇਹੀ ਹੈ ਪੁਸ਼ਪਿੰਦਰ ਜੀ ਨੇ ਜਿਹੜਾ ਪਹਿਲਾਂ ਕਿਹਾ ਇਹਨਾਂ ਦਾ ਧਿਆਨ ਨਹੀਂ ਹੈਗਾ ਮੈਨੇਜਮੈਂਟ ਕਰਨ ਲਈ। ਮੈਨੇਜਮੈਂਟ ਵੱਲ ਧਿਆਨ ਨਹੀਂ ਹੈਗਾ, ਸਿਰਫ ਇਹ ਹੈ ਕਿ ਸੈਲਰੀ ਇਸ਼ੂ ਹੈ, ਸੈਲਰੀ ਰਿਜ਼ੋਲਵ ਕਰੋ, ਬਾਅਦ ਦੀ ਬਾਅਦ ਦੇਖਾਂਗੇ। ਆਹੀ ਰੀਜ਼ਨ ਹੈ। ਵੈਸੇ ਦੇਖਿਆ ਜਾਏ ਜਸਵੰਤ ਜੀ ਮੈਂ ਤਾਂ ਹੀ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਹੈਗਾ ਵੇ ਅਸੀਂ ਇਸ ਤੇ ਲਈਏ ਕਿ ਕੱਲਾ ਇਹ 3 ਮਹੀਨੇ ਦੀ ਸੈਲਰੀ ਦਾ ਇਸ਼ੂ ਨਹੀਂ ਹੈ, ਜਿਹੜੀ ਪਿਛਲੇ ਅੱਗੋਂ ਵੀ ਜਿਹੜੀਆਂ ਨੇ ਕੰਟੀਨਿਊਟੀ ਰਵੇ। ਮੈਂ ਇੱਕ ਵਾਰੀ ਨਾ ਹਰਜੋਤ ਜੀ ਇੱਕ ਸਭ ਤੋਂ ਜ਼ਰੂਰੀ ਗੱਲ ਹੈ ਕਿ ਕਮੇਟੀ ਮੈਨੇਜਮੈਂਟ ਦਾ ਮਤਲਬ ਹੈਗਾ ਗੁਰਦੁਆਰੇ ਸੰਗਤ ਚਲਾ ਰਹੀ ਹੈ, ਸੇਵਾ ਸੰਗਤ ਕਰ ਰਹੀ ਹੈ, ਗੋਲਕ 'ਚ ਪੈਸੇ ਉਹ ਪਾ ਰਹੀ ਹੈ, ਲੰਗਰ ਸੰਗਤ ਚਲਾ ਰਹੀ ਹੈ। ਮੈਨੇਜਮੈਂਟ ਦੇ ਵਿੱਚ ਉਹਨਾਂ ਦਾ ਸਭ ਤੋਂ ਪਹਿਲਾ ਕੰਮ ਸੀਗਾ ਸਕੂਲਸ ਨੂੰ, ਅਦਾਰਿਆਂ ਨੂੰ ਮੈਨੇਜ ਕਰਨਾ। ਮੈਂ ਅਜੇ ਤੱਕ ਨਹੀਂ ਹੋ ਪਾ ਰਿਹਾ। 3-4 ਵਾਰੀ ਹੈਂਡਸ਼ੇਕ ਹੋ ਚੁੱਕਾ ਹੈ, ਨਾਨਕ ਪਿਓ ਲਿਖਿਆ ਹੋਇਆ ਹੈ, ਫੋਟੋ ਨਹੀਂ ਹੈਗੀ। ਕੌਣ ਹੈਗਾ ਮੈਂ ਉਹਨੂੰ ਕਹਿਣਾ ਚਾਹਾਂਗਾ ਪਲੀਜ਼। ਮੈਂ ਸਰ ਇੱਥੇ ਕਹਿਣਾ ਚਾਹਾਂਗਾ ਅਗਰ ਬਾਕੀ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਇਨਫਰਾਸਟ੍ਰਕਚਰ ਨਾਨਕ ਪਿਓ ਸਕੂਲਸ ਦੀ ਬਿਲਡਿੰਗ ਦੇ ਇੰਨੇ ਬੁਰੇ ਹਾਲ ਨੇ
ਤੇ ਉਹਦਾ ਕਿੱਦਾਂ ਕੰਮ ਚੱਲੇਗਾ? ਬੱਚੇ ਜਿਹੜੇ ਆਉਂਦੇ ਨੇ ਉਹ ਅੱਜਕੱਲ ਇਨਫਰਾਸਟ੍ਰਕਚਰ ਨੂੰ ਦੇਖਦੇ ਨੇ, ਪੇਰੈਂਟਸ ਚਲੋ ਮੈਂ ਨਾ ਹੁਣ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਕਿਉਂਕਿ ਪਹਿਲਾ ਜਿਹੜਾ ਸਕਰੀਨ ਤੇ ਮੇਰੇ ਪਹਿਲਾ ਇੱਕ ਫਸਟ ਪੇਜ ਆ ਰਿਹਾ ਹੈ, ਉਹਦੇ ਵਿੱਚੋਂ ਤੇ ਕੁਝ ਨਾ ਕੁਝ ਬੋਲ ਰਹੇ ਨੇ, ਬਟ ਨੈਕਸਟ ਮੈਂ ਇੱਕ ਵਾਰੀ ਸਾਰਿਆਂ ਨੂੰ ਕਰਾਂਗਾ ਕਿ ਜਿਹੜੇ ਜਿਹੜੇ ਆਣਾ ਚਾਹਣ, ਰਾਜ ਪਾਂਡੇ ਜੀ ਹੈਗੇ ਨੇ, ਜਿਹੜੇ ਵੀ ਇੱਥੇ ਕੁਝ ਕਹਿਣਾ ਚਾਹਣ ਉਹ ਹੱਥ ਖੜਾ ਕਰਕੇ ਜ਼ਰੂਰ ਕਹਿਣ। ਇੱਕ ਸੈਮਸੰਗ ਗੈਲੈਕਸੀ ਲਿਖਿਆ ਹੈ, ਇੱਕ ਗੁਰਵਿੰਦਰ ਜੀ ਲਿਖਿਆ ਹੈ, ਅਮਰੀਤ ਕੌਰ, ਮਨਦੀਪ ਜੀ, एक सिंह साहब ने एंड्रॉयड ब्लू लिखा है, अरविंदर जी GHPS हेमकुट है, और परमजीत सिंह जी। ए 10 ਵਿੱਚੋਂ ਜਿਹੜੇ ਮੈਂ ਨਾਮ ਲੈਣੇ ਨੇ, ਜੋ ਕੋਈ ਕੁਝ ਬੋਲਣਾ ਚਾਹੇ ਤੇ ਐਡ ਕਰ ਰਹੇ ਆ। देयर वाज एन इंस्टेंस ਹਾਂਜੀ ਅਸੀਂ ਈਵਨਿੰਗ ਵਿੱਚ ਵੀ ਕਲਾਸਿਸ ਸਟਾਰਟ ਕੀਤੀਆਂ ਨੇ, ਈਵਨਿੰਗ ਵਿੱਚ ਐਕਟੀਵਿਟੀ ਬੇਸਡ ਕਲਾਸਿਸ ਅਸੀਂ ਉਹ ਵੀ ਸਟਾਰਟ ਕੀਤੀ ਜਾ ਸਕਦੀਆਂ ਨੇ ਫॉर ਜਸਟ ਇਨਕਮ ਵਾਸਤੇ। ਠੀਕ सर मैं कहना चाहती हूँ, हाँ जी सर, अपग्रेडेशन ऑफ स्कूल इज मस्ट। एवरी क्लासरूम शुड बी स्मार्ट क्लासरूम। स्मार्ट क्लासरूम होगा, हर फैसिलिटी होगी। If you compare DHPS from other branches or other schools of the Delhi, you will find that they are more upgraded as compared to GHPS. हर classroom को every branch, not only one branch, every branch, every classroom should be smart classroom. Only then we can upgrade and do something. ਦੇਖੋ ਜੀ, ਇਹ ਸਕੂਲ ਸੇਵਿੰਗਸ ਕਰ ਸਕਦੇ ਨੇ। ਪਹਿਲੀ ਗੱਲ ਤੇ ਸਾਰੇ ਸਕੂਲ ਦੇ ਵਿੱਚ ਸੋਲਰ ਪਲਾਂਟ ਲਗਾਉਣ, ਆਪਣੀ ਬਿਜਲੀ ਦੀ ਸੇਵਿੰਗ ਕਰਨ, ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਉਹਦੇ ਉਹ ਇਸ਼ੂ ਹੈ ਕਿ ਹਲੇ ਪਹਿਲੇ ਟੀਚਰ ਦੀ ਤਨਖਾਹਾਂ ਦੀ ਇਸ਼ੂ ਹੈ। ਅਰੇ ਸਰ, ਸੋਲਰ ਪਲਾਂਟ ਜਿਹੜੇ ਲੱਗਦੇ ਨੇ ਉਹ ਫ੍ਰੀ ਆਫ ਕਾਸਟ ਲੱਗਦੇ ਨੇ। This is what I GHPS ਦੇ ਸੋਲਰ ਪਲਾਂਟ ਲੱਗੇ ਹੋਏ ਨੇ ਸਰ। ਸੋਲਰ ਪਲਾਂਟਸ ਆਰ ਫ੍ਰੀ ਆਫ ਕਾਸਟ। ਜੋ ਸਰ ਕਮਾਲਜੀਤ ਸਿੰਘ ਜੀ, ਉਹਦੀ ਨਾ ਥੋੜੀ ਲਿਮਿਟੇਸ਼ਨ ਹੁੰਦੀ ਹੈ। Sir, I think most of the branches are having the solar panels. Most of the branches are having. ਮੈਂ ਨਾ ਇੱਕ ਮਿੰਟ, ਮੈਨੂੰ ਥੋੜੀ ਜਿਹੀ ਪ੍ਰੋਬਲਮ ਇੱਥੇ ਆ ਰਹੀ ਹੈ ਕਿ ਮੈਨੂੰ ਹਰ 5-7 ਮਿੰਟ ਬਾਅਦ ਸਾਰੇ ਮਿਊਟ ਕਰਨੇ ਪੈਂਦੇ ਨੇ, ਤੇ ਪਲੀਜ਼ ਥੋੜਾ ਜਿਹਾ ਉਹ ਕਟਾਓ। ਹਾਂਜੀ, ਹੱਥ ਕੌਣ ਬੋਲ ਰਿਹਾ ਸੀਗਾ ਮੈਨੂੰ ਧਿਆਨ ਵੀ ਨਹੀਂ। ਪੁਸ਼ਪਿੰਦਰ ਜੀ, ਮਨਦੀਪ ਜੀ, ਪੁਸ਼ਪਿੰਦਰ ਜੀ ਪਲੀਜ਼। ਪੁਸ਼ਪਿੰਦਰ ਜੀ ਸ਼ੁਰੂ ਕੀਤੀ ਸੀ ਕਿ ਸਾਨੂੰ ਸਾਡੇ ਐਡमिशन बढ़ाने ने स्कूल ਵਿੱਚ सर, और सवाल ये भी उठा है कि टीचर्स अपने बच्चे स्कूलों में क्यों नहीं पढ़ाती हैं। सर, हमारे स्कूल्स आज बाकी स्कूलों से बहुत पीछे है। स्मार्ट क्लासेस जो अभी मनदीप मैम ने बोला, यही रीजन है कि आज हम अपने बच्चों को अपने स्कूलों में से दूसरे स्कूलों में ले जा रहे हैं, क्योंकि उधर फैसिलिटीज ज्यादा हैं, इंफ्रास्ट्रक्चर अच्छा है, फैसिलिटीज ज्यादा हैं, एक्टिविटीज ज्यादा हैं। सबसे पहले अगर हमें एडमिशंस इंक्रीज करने हैं तो सबसे पहले हमें स्मार्ट क्लासेस, अपने इंफ्रास्ट्रक्चर, सब कुछ अपग्रेड करना पड़ेगा। Sir, teachers are upgraded as they are taking online classes. It means they are aware of technology. So schools के infrastructure पे काम होना जरूरी है। परमजीत सिंह जी, ਤੁਸੀਂ ਕੁਝ ਕਹਿ ਰਹੇ ਸੀਗੇ। ਮੇਰਾ ਜੀ? ਹਾਂਜੀ, ਪਹਿਲੇ ਤਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜਿਹੜਾ ਇਸ ਦਾ ਮੁੱਦਾ ਚੱਲ ਰਿਹਾ ਵੇ, ਇਹਦੇ ਤੋਂ ਕੋਈ ਸ਼ੱਕ ਨਹੀਂ ਵੀ ਮੈਨੇਜਮੈਂਟ ਪੂਰੀ ਤਰ੍ਹਾਂ ਫੇਲਿਅਰ ਹੈ, ਔਰ ਹਰ ਬੰਦਾ ਇਹ ਕਹਿ ਰਿਹਾ ਜੀ ਅਨਐਜੂਕੇਟਿਡ ਮੈਨੇਜਮੈਂਟ ਹੈ, ਇਸ ਕਰਕੇ ਫੇਲਿਅਰ ਹੈ। ਅਨਐਜੂਕੇਟਿਡ ਤੇ ਹੈ ਹੀ, ਲੇਕਿਨ ਇਸ ਤੋਂ ਇਲਾਵਾ ਜਿਹੜੇ ਸਕੂਲਾਂ ਦੇ ਵਿੱਚ ਜਿਹੜਾ ਇਹਨਾਂ ਨੇ ਸੈਂਟਰਲਾਈਜ਼ ਕੀਤਾ ਵੇ, ਉਸ ਦੇ ਬਾਵਜੂਦ ਜਿਹੜੀ ਉਹਦੇ ਪਰਚੇਸਿੰਗ ਹੋ ਰਹੀ ਹੈ, ਜੋ ਪਰਚੇਸਿੰਗ ਦੇ ਵਿੱਚ ਘਪਲੇ ਹੋ ਰਹੇ ਨੇ, ਇਹ ਕਿਸੇ ਕੋਲ ਛੁਪੇ ਨਹੀਂ ਹੋਏ। ਕੁਝ ਬ੍ਰਾਂਚਾਂ ਦੇ ਕੱਚੇ ਚਿੱਠੇ ਮੇਰੇ ਕੋਲ ਹੈਗੇ, ਜਿਹੜੇ ਵਕਤ ਆਉਣ ਤੇ ਮੈਂ ਉਹਨਾਂ ਨੂੰ ਖੋਲਾਂਗਾ। ਖਾਸ ਕਰਕੇ ਹੇਮਕੁੰਟ ਬ੍ਰਾਂਚ ਦੇ ਵਿੱਚ ਜਿਹੜੇ ਮੇਰੇ ਵੀਰ ਗੁਰਪ੍ਰੀਤ ਬੈਠੇ ਨੇ, ਗੁਰਪ੍ਰੀਤ ਪਰਸੋਂ ਬਾੜ ਸਾਹਿਬ ਨਾਲ ਵੀ ਗੱਲ ਚੱਲਦੀ ਪਈ ਸੀ। ਤੁਹਾਡੇ ਤੋਂ ਬਾਅਦ ਜਿਹੜੇ ਹੁਣ ਪਿੱਛੇ ਜਿਹੜੇ ਚੇਅਰਮੈਨ ਹੈਗੇ ਸੀ, ਜਾਂ ਜਿਹੜੇ ਹੁਣ ਬਾਕੀ ਬ੍ਰਾਂਚਾਂ ਚੇਅਰਮੈਨ ਜੋ ਘਪਲੇ ਕਰਦੇ ਨੇ, ਉਹਨਾਂ ਦੇ ਕੱਚੇ ਚਿੱਠੇ ਵੀ ਵਕਤ ਆਉਣ ਤੇ ਖੁੱਲਣਗੇ। ਪਹਿਲੀ ਗੱਲ ਖੁਰਾਨਾ ਜੀ, ਇਹ ਜਿਹੜਾ ਇਸ਼ੂ ਹੈ, ਮੈਂ ਪਲੀਜ਼ ਕਹਾਂਗਾ ਕਿ ਇਸ਼ੂ ਤੇ ਰਹੀਏ। ਅਸੀਂ ਮੈਂ ਆ ਰਿਹਾ, ਉਸ ਗੱਲ ਤੇ ਆ ਰਿਹਾ ਮੈਂ ਹੁਣ। ਤੁਸੀਂ ਤੇ ਹੀ ਰਹੀਏ। ਇੱਕ ਮਿੰਟ ਮੈਂ ਗੱਲ ਪੂਰੀ ਕਰ ਲੈਣ ਦਿਓ। ਜਿਹੜਾ ਸੈਲਰੀ ਦਾ ਇਸ਼ੂ ਆ ਰਿਹਾ ਵੇ, ਸੈਲਰੀ ਤੇ ਦੇਖੋ ਜੀ, ਜਿਹੜੇ ਇਸ ਟਾਈਮ ਕਰੋੜਪਤੀ ਜਾਂ ਅਰਬਪਤੀ ਨੇ ਨਾ, ਇੱਕ ਮੈਂ ਕੱਲ ਪਰਸੋਂ ਇੱਕ ਮੇਰੇ ਵੀਰ ਦੀ ਵੀਡੀਓ ਸੁਣਦਾ ਪਿਆ ਸਾਂ, ਜਿਹੜੇ ਕਿ ਇਹਨਾਂ ਨੇ ਆਪਣੇ ਏਜੰਟ ਪਾਲੇ ਹੋਏ ਨੇ। ਮੇਰੀ ਸੁਣ ਰਹੇ ਜੀ ਆਵਾਜ਼? ਆ ਰਹੀ ਹੈ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਜਿਹੜੇ ਇਹਨਾਂ ਨੇ ਏਜੰਟ ਪਾਲੇ ਨੇ, ਉਹ ਕਹਿੰਦੇ ਪਏ ਨੇ ਜੀ ਜਿਹੜੇ ਟੀਚਰ ਨੇ ਉਹਨਾਂ ਦੇ ਹਸਬੈਂਡ ਵੀ ਕਮਾਉਂਦੇ ਹੋਣਗੇ। ਠੀਕ ਹੈ, ਕਮਾਉਂਦੇ ਹੋਣਗੇ ਜਾਂ ਨਹੀਂ ਕਮਾਉਂਦੇ ਆ ਤੇ ਹਰ ਇੱਕ ਦੇ ਘਰ ਦਾ ਆਪਣਾ ਮਾਹੌਲ ਸਭ ਨੂੰ ਪਤਾ ਹੈ, ਲੇਕਿਨ ਜਿਹੜੇ ਇਸ ਟਾਈਮ ਕਰੋੜਪਤੀ ਔਰ ਅਰਬਪਤੀ ਨੇ, ਉਹ ਵੀ ਲੋਕਡਾਊਨ ਦੀ ਵਜ੍ਹਾ ਕਰਕੇ ਪਰੇਸ਼ਾਨ ਹੈਗੇ ਨੇ। ਤਾਂ ਟੀਚਰਸ ਵਿਚਾਰੀਆਂ ਦਾ ਪਰੇਸ਼ਾਨ ਨਹੀਂ ਹੋਣੀਆਂ। ਇਸ ਟਾਈਮ ਇੱਕੋ ਹੀ ਹੱਲ ਹੈ ਇਸ ਗੱਲ ਦਾ। ਪਹਿਲੀ ਗੱਲ ਤੇ ਜਿਹੜਾ ਸੈਂਟਰਲਾਈਜ਼ ਇਹਨਾਂ ਨੇ ਕੀਤਾ, ਉਹਨੂੰ ਖਤਮ ਕਰਨਾ ਚਾਹੀਦਾ। ਹਰ ਸਕੂਲ ਦਾ ਆਪਣਾ ਆਪਣਾ ਅਕਾਊਂਟ ਹੋਵੇ, ਤਾਂ ਕਿ ਪਤਾ ਚੱਲੇ। ਚਲੋ ਖਤਮ ਹੋ ਗਿਆ, ਖਤਮ ਹੋ ਗਿਆ। ਸੈਂਟਰਲਾਈਜ਼ ਖਤਮ ਹੈ, ਸੈਂਟਰਲਾਈਜ਼ ਨਹੀਂ ਹੈਗਾ ਪਿਛਲੇ 1 ਸਾਲ ਤੋਂ। ਚਲੋ ਨਹੀਂ ਹੈ ਤਾਂ ਬਹੁਤ ਅੱਛੀ ਗੱਲ ਹੈ, ਲੇਕਿਨ ਹੁਣ ਪਤਾ ਚੱਲੇ ਨਾ ਕਮੀਆਂ ਕਿੱਥੇ ਨੇ, ਕਿੱਥੇ ਲੀਕੇਜ ਜ਼ਿਆਦਾ ਹੈਗੀ ਹੈ। ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾ,
ਵੀ ਜਦੋਂ ਤੱਕ ਇਹਨਾਂ ਸਕੂਲਾਂ ਦੀ ਮੈਨੇਜਮੈਂਟ ਨੌਨ ਮੈਂਬਰ ਨੂੰ ਨਹੀਂ ਦਿੱਤੀ ਜਾਏਗੀ ਤਾਂ ਤੱਕ ਕੋਈ ਹੱਲ ਨਹੀਂ ਹੈਗਾ। ਬਿਲਕੁਲ ਠੀਕ ਹੈ, ਨੌਨ ਮੈਂਬਰ ਨੂੰ ਦਾਂਗਾ। ਨੌਨ ਮੈਂਬਰ ਵਾਲੀ ਗੱਲ ਹੋ ਗਈ ਰਿਕਵੈਸਟ ਕਰਾਂਗਾ ਸਰ ਨੌਨ ਮੈਂਬਰ ਦੇ ਨਾਲ ਉਹ ਐਜੂਕੇਸ਼ਨਿਸਟ ਹੋਣਾ ਚਾਹੀਦਾ, ਨੌਨ ਮੈਂਬਰ ਅਨਐਜੂਕੇਟਿਡ ਨਹੀਂ ਹੋਣ, ਦੇਖੋ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਵੈਲਿਊ ਦਾ ਪਤਾ ਹੋਵੇ। ਬਿਲਕੁਲ ਠੀਕ। ਮੈਂ ਕੁਝ ਨੌਨ ਮੈਂਬਰ ਨਹੀਂ ਤਾਂ ਐਸੇ ਮੈਂਬਰ ਮਿਲਣਗੇ ਜਿਹੜੇ ਬੜੇ ਪੜ੍ਹੇ ਲਿਖੇ ਨੇ ਔਰ ਬੜੇ ਅਮੀਰ ਹੈਗੇ, ਬੜੇ ਰੱਜੇ ਮਨਦੀਪ ਜੀ ਤੇ ਜਿਹੜੇ ਇਲੈਕਸ਼ਨ ਲੜਦੇ ਨੇ, ਜਿਹੜੇ ਚੇਅਰਮੈਨ ਬਣਦੇ ਨੇ, ਸਰ ਸਾਨੂੰ ਅਮੀਰ ਬੰਦੇ ਨਹੀਂ ਚਾਹੀਦੇ। ਸੌਰੀ ਸਰ ਮੈਂ ਤੁਹਾਨੂੰ ਵਿੱਚ ਇੰਟਰਰਪਟ ਕਰਦੇ, ਸਾਨੂੰ ਅਮੀਰ ਬੰਦੇ ਨਹੀਂ ਚਾਹੀਦੇ। ਵਿੱਚ ਗੱਲ ਇਹ ਹੈਗੀ ਹੈ ਥੋੜਾ ਜਿਹਾ ਇਹਨਾਂ ਦੀ ਮਿਸਮੈਨੇਜਮੈਂਟ ਬਹੁਤ ਜ਼ਿਆਦਾ ਹੈਗੀ ਹੈ, ਥੋੜਾ ਮਿਸਮੈਨੇਜਮੈਂਟ ਤੇ ਧਿਆਨ ਦਿੱਤਾ ਜਾਵੇ। ਇਹਨਾਂ ਦੇ ਜੋ ਖਰਚੇ ਹੈਗੇ ਨੇ ਫਾਲਤੂ ਦੇ ਵਧਾਏ ਹੋਏ ਇਹਨਾਂ ਨੇ। ਮਨਦੀਪ ਜੀ ਸਾਨੂੰ ਅਕੈਡਮੀਸ਼ੀਅਨਸ ਚਾਹੀਦੇ ਨੇ, ਅਕੈਡਮੀਸ਼ੀਅਨਸ ਚਾਹੀਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਮੈਂ ਮਨਦੀਪ ਕੌਰ ਬੋਲ ਰਹੀ ਹਾਂ ਹੇਮਕੁੰਟ ਕਲੋਨੀ ਬ੍ਰਾਂਚ ਤੋਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਸਰ ਬਾਰ-ਬਾਰ ਇਸ ਚੀਜ਼ ਦਾ ਇੱਕ ਮੁੱਦਾ ਚੱਕਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਆ ਆਪਣਾ ਸਕੂਲਾਂ ਨੂੰ ਅੱਗੇ ਵਧਾ ਸਕਦੇ ਹੈਗੇ ਆ। ਇੱਕ ਤਾਂ ਸਭ ਤੋਂ ਪਹਿਲਾਂ ਕਾਫੀ ਮੇਰੇ ਫਰੈਂਡਸ ਨੇ ਬੋਲਿਆ ਹੈਗਾ ਆ ਕਿ ਐਡਮਿਸ਼ਨਸ ਹੋਣੀਆਂ ਵਧੀਆ ਚਾਹੀਦੀਆਂ ਆ। ਇੱਕ ਜਿਹੜਾ ਇਸ਼ੂ ਹੈਗਾ ਆ ਪੈਂਡਿੰਗ ਫੀਸ ਦਾ, ਉਹ ਮੇਰੇ ਖਿਆਲ ਹਲੇ ਤੱਕ ਕਿਉਂਕਿ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਪੈਂਡਿੰਗ ਫੀਸ ਹੈ, ਇਸ ਕਰਕੇ ਅਸੀਂ ਟੀਚਰਸ ਨੂੰ ਸੈਲਰੀ ਨਹੀਂ ਕੱਢ ਪਾ ਰਹੇ ਹੈਗੇ ਆ। ਤੇ ਉਹਦੇ ਲਈ ਮੇਰੀ ਇੱਕ ਰਿਕੁਐਸਟ ਹੈਗੀ ਹੈ ਕਿ ਅਗਰ ਸਾਨੂੰ ਮੈਨੇਜਮੈਂਟ ਦੀ ਤਰਫ ਤੋਂ ਇੱਕ ਸਟ੍ਰਿਕਟ ਇੰਸਟਰਕਸ਼ਨਸ ਹੋਣ ਕਿ ਅਸੀਂ ਸ਼ੁਰੂ ਤੋਂ ਹੀ ਉਹ ਬੱਚਿਆਂ ਨੂੰ ਜਿਹੜਾ ਆ ਪਕੜ ਸਕੇ, ਜਿਹੜੇ ਪੂਰਾ ਸਾਲ ਬੱਚੇ ਪੜ੍ਹ ਜਾਂਦੇ ਔਰ ਉਹਨਾਂ ਦੀ ਫੀਸ ਨਹੀਂ ਮਿਲਦੀ ਹੈਗੀ। ਤੇ ਔਰ ਬਹੁਤ ਵਾਰੀ ਐਵੇਂ ਹੁੰਦਾ ਕਿ ਮੈਨੇਜਮੈਂਟ ਦੀ ਤਰਫ ਤੋਂ ਉਹਨਾਂ ਨੂੰ ਐਪਲੀਕੇਸ਼ਨਸ ਆ ਜਾਂਦੀਆਂ ਹੈ ਤੇ ਉਹਨਾਂ ਦੀ ਫੀਸ ਉਹ ਪਤਾ ਨਹੀਂ ਸਕੂਲ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ, ਉਹ ਸਾਨੂੰ ਨਹੀਂ ਪਤਾ ਹੈਗਾ। ਲੇਕਿਨ ਸਟਾਰਟਿੰਗ ਤੋਂ ਹੀ ਫਸਟ ਸਟੈਪ ਹੀ ਚੱਕਣਾ ਚਾਹੀਦਾ ਆ ਕਿ 1 ਮਹੀਨਾ 2 ਮਹੀਨੇ ਇੰਤਜ਼ਾਰ ਕੀਤੇ, ਉਹਦੇ ਬਾਅਦ ਉਹ ਪੇਰੈਂਟਸ ਤੇ ਕੁਝ ਐਵੇਂ ਦਾ ਐਕਸ਼ਨ ਮੰਨਿਆ। ਕੁਝ ਪੇਰੈਂਟਸ ਐਵੇਂ ਦੇ ਹੁੰਦੇ ਆ ਜਿਹੜੇ ਨਹੀਂ ਫੀਸ ਪੇ ਕਰ ਸਕਦੇ ਜਾਂ ਕੁਝ, ਪਰ ਇੱਕ ਪ੍ਰੋਪਰ ਇਹਦਾ ਕੋਈ ਸੋਲੂਸ਼ਨ ਹੋਣਾ ਚਾਹੀਦਾ ਆ। ਨਹੀਂ ਪੇ ਕਰਦਾ ਨਾ ਉਹਨੂੰ ਤੁਸੀਂ ਲੀਗਲ ਨੋਟਿਸ ਭੇਜੋ। ਤੁਹਾਡੇ ਤੋਂ ਇੱਡੀ ਵੱਡੀ ਲੀਗਲ ਟੀਮ ਬੈਠੀ ਹੈ, ਤੁਸੀਂ ਉਹਨੂੰ ਲੀਗਲ ਨੋਟਿਸ ਭੇਜੋ, ਉਹਦੀ ਚੈੱਕ ਜਮਾ ਕਰਾਓ। ਤੇ ਇੱਥੇ ਨਾ ਮੈਂ ਸਿਰਸਾ ਹੋਰਾਂ ਦਾ ਜਿਹੜਾ ਸਾਡੇ ਆਪਣੇ ਹੱਥ ਬੱਚੇ ਨੇ, ਭਾਵੇਂ ਸਾਡੇ ਆਪਣੇ ਹੱਥ ਬੰਦੇ ਹੁੰਦੇ ਆ ਜਿਹੜੇ ਕਿਵੇਂ ਆਇਆ ਉਹ ਲੋਕਾਂ ਨੇ। ਮੈਂ ਥੋੜਾ ਜਿਹਾ ਇੱਕ ਸੁਜੈਸ਼ਨ ਦਿਆਂ। ਹਰਪ੍ਰੀਤ ਸਿੰਘ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਥੋੜਾ ਜਿਹਾ ਆਪਣਾ ਬੇਸਿਕ ਇੰਟਰੋਡਕਸ਼ਨ ਦੇ ਦਿੰਦਾ। ਮੇਰੀ ਬੈਕਗ੍ਰਾਉਂਡ ਜਿਹੜੀ ਹੈਗੀ ਮੈਨੇਜਮੈਂਟ ਦੀ ਹੈਗੀ। ਮੈਂ ਬ੍ਰਾਂਡਿੰਗ ਐਂਡ ਆਪਰੇਸ਼ਨ ਵਿੱਚ ਕਾਫੀ ਇਨਵੋਲਵ ਰਿਹਾ ਕਿਸੇ ਕੰਪਨੀ ਦੇ ਨਾਲ। ਐਂਡ ਮੇਰਾ ਜਿੱਥੇ ਤੱਕ ਆਈਡੀਆ ਹੈਗਾ, ਮੈਂ ਕਾਫੀ ਟਾਈਮ ਤੋਂ ਇਹ ਦੇਖਦਾ ਪਿਆ GHPS ਦੀ ਹਾਲਾਤ ਦੇ ਬਾਰੇ। ਮੈਂ ਪੋਲੀਟੀਕਲ ਨਹੀਂ ਹੋਣਾ ਚਾਹੁੰਦਾ ਕਿਸੇ ਵੀ ਪੁਆਇੰਟ ਨਾਲ, ਬਟ ਇਹ ਤੇ ਹੈਗਾ ਕਿ ਇੰਟੈਂਸ਼ਨਸ ਔਰ ਸਿੰਸੀਅਰਿਟੀ ਚ ਲੈਕ ਹੈਗੀ। ਐਂਡ ਥੋੜਾ ਜਿਹਾ ਪ੍ਰੋਬਲਮ ਹੈਗੀ ਕਿ ਜਿਹੜਾ ਇਹਨਾਂ ਨੂੰ ਨਾ ਚਾਹੀਦਾ ਹੈਗਾ, ਜਿਸ ਤਰ੍ਹਾਂ IIMS ਵਗੈਰਾ ਤੋਂ ਕੋਈ ਇੱਕ ਅੱਧਾ ਬੰਦਾ ਰਿਕਰੂਟ ਕਰ ਲੈਣ, ਐਕਸਪੀਰੀਅੰਸ ਬੰਦਾ, ਟੂ ਪੁੱਲ ਆਊਟ ਦੀ GHPS ਫਰੋਮ ਦਿਸ ਮੈਸ। the important thing is the really branding and marketing ਬੜੀ ਇੰਪੋਰਟੈਂਟ ਹੈਗੀ। ਸਾਡੇ ਕੋਲ ਬੜਾ ਅੱਛਾ ਇਨਫਰਾਸਟ੍ਰਕਚਰ ਹੈਗਾ ਦੇਖਿਆ ਜਾਏ ਪੋਜ਼ਿਟਿਵ ਸਾਈਡ ਤੋਂ, ਬਟ ਉਸ ਨੂੰ ਅਸੀਂ ਯੂਟਿਲਾਈਜ਼ ਨਹੀਂ ਕਰ ਪਾਉਂਦੇ ਪਏ, ਟੂ ਬੀ ਫਰੈਂਕ, ਰਾਈਟ। ਨਹੀਂ ਤੇ ਕਈ ਸਕੂਲਸ ਏਦਾਂ ਵੀ ਹੈਗੇ ਜਿਹੜੇ ਆਪਣੇ ਇਨਫਰਾਸਟ੍ਰਕਚਰ ਆਫਟਰ ਸਕੂਲਿੰਗ ਆਵਰਸ ਬੜੇ ਅੱਛੇ ਕਿਰਾਏ ਤੇ ਦੇ ਕੇ ਉਹਨਾਂ ਨੇ ਕਾਫੀ ਕੁਝ ਅੱਛਾ ਕਮਾਇਆ ਹੈਗਾ। ਤੇ ਬਟ ਜਿੱਥੇ ਮੈਨੂੰ ਲੱਗਦਾ ਮੈਨੇਜਮੈਂਟ ਦਾ ਉਸ ਤਰਫ ਅਪਰੋਚ ਹੈਗੀ ਹੀ ਨਹੀਂ ਕਿ ਕਿਸ ਤਰ੍ਹਾਂ ਆਪਣੇ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰਕੇ ਔਰ ਐਕਸਟਰਾ ਰੈਵਨਿਊ ਜਨਰੇਟ ਕੀਤੇ ਜਾਣ। ਕਾਫੀ ਸਾਰੇ ਐਗਜ਼ਾਮੀਨੇਸ਼ਨ ਸੈਂਟਰਸ ਪੈਂਦੇ ਹੈਗੇ, ਕਾਫੀ ਸਾਰੇ ਕੋਚਿੰਗ ਸੈਂਟਰਸ ਨੂੰ ਟੈਸਟ ਵਗੈਰਾ ਵਾਸਤੇ ਮਾਸਿਸ ਕੰਡਕਟ ਕਰਨ ਵਾਸਤੇ ਉੱਥੇ ਕਿਰਾਇਆ ਦਿੰਦੇ ਹੈਗੇ, ਰਾਈਟ। ਆਈ ਨੋ ਕਪਲ ਆਫ ਸਕੂਲਸ ਆਲਸੋ ਜਿਨ੍ਹਾਂ ਨੇ ਲੱਖੋਂ ਕਰੋੜਾਂ ਰੁਪਏ ਕਮਾਏ ਹੈਗੇ ਇਸੀ ਕੰਮ ਤੋਂ। ਪਹਿਲੀ ਚੀਜ਼। ਦੂਸਰੀ ਚੀਜ਼ ਸਰ, ਜਿਹੜੀ ਮੈਨੇਜਮੈਂਟ ਹੈਗੀ, ਹਾਊ ਟੂ ਇਫੈਕਟਿਵਲੀ ਯੂਜ਼ ਇਟ, ਵਾਈ ਡੋਂਟ ਦੇ ਸਟਾਰਟ ਦੀ ਕਲਾਸਿਸ ਇਨ ਆਫਟਰਨੂਨ ਆਲਸੋ। ਸਕੂਲ ਕਿਉਂ ਨਹੀਂ ਸਟਾਰਟ ਕਰਦੇ ਆਫਟਰਨੂਨ ਵਿੱਚ? They can generate additional revenue. Third, I'm deadly sure, बेशक president के सामने बैठा दो, बेशक मैंने किसी के सामने भी बैठा दो, they are not aware about their students कि वो हैगे कितने तक पहुंचे हुए हैगे। Let's say अगर मेरा कोई बच्चा हैगा USA बैठे हुआ है, कुछ डॉक्टर बन गया है, do I have the data? I know many persons in courts also who have become judges from GHPS. They have such quality also, but they are unable to produce their positive sides before the public. ਕਿੱਦਾਂ ਅੱਛੇ ਬੱਚੇ ਅਟਰੈਕਟ ਹੋਣਗੇ, ਕਿੱਦਾਂ ਮਤਲਬ ਕਿ ਸਰ ਬਹੁਤ ਸਾਰੇ ਸਕੂਲ ਹੈਗੇ ਜਿਹੜੇ ਆਪਣੇ ਪਾਸ ਆਊਟ ਬੱਚਿਆਂ ਨੂੰ ਹਰ ਸਾਲ ਐਨੂਅਲ ਡੇ ਹੁੰਦਾ ਉਹਨਾਂ ਦੇ ਸਕੂਲੇ ਔਰ ਉਹਨਾਂ ਨੂੰ ਬੁਲਾਉਂਦੇ ਆ ਔਰ ਉਹਨਾਂ ਨੂੰ ਸਾਰੇ ਬੱਚਿਆਂ ਨਾਲ ਮਿਲਾਉਂਦੇ ਹੈਗੇ। ਐਨੂਅਲ ਡੇ ਅਲੱਗ ਚੀਜ਼ ਹੈਗੀ, that is definitely, but as far as marketing or branding thing is concerned, ਸਰ ਮੇਰਾ ਕਹਿਣ ਦਾ ਮਤਲਬ ਰੈਕਗਨਾਈਜ਼ ਕਰਨਾ ਚਾਹੀਦਾ ਉਹ ਬੱਚਿਆਂ ਨੂੰ। ਮੈਂ ਉਹ ਨਹੀਂ ਉਹ ਚੀਜ਼ ਅਲੱਗ ਹੈਗੀ। ਮੈਮ ਐਜ਼ ਅ ਨਿਊ ਪੇਰੈਂਟ
ਅਗਰ ਤੁਹਾਡੇ ਸਕੂਲ ਵਿੱਚ ਕਿਤੇ ਲੱਗਿਆ ਹੋਇਆ ਕਿ ਫੋਟੋਆਂ ਕਿ ਹਾਂਜੀ ਕਿਤਨੇ ਬੱਚੇ XYZ ਬ੍ਰਾਂਚ ਤੋਂ ਕਿਤੇ ਕਿਤੇ ਪਹੁੰਚ ਉਹ ਗਏ। ਇਲੂਮੀ ਦੀ ਹਰਪ੍ਰੀਤ ਜੀ ਇਲੂਮੀ ਦੀ ਗੱਲ ਕਰ ਰਹੇ ਨੇ, ਉਹ ਬਿਲਕੁਲ ਠੀਕ ਗੱਲ ਕਰ ਰਹੇ ਨੇ। ਜਿਹੜੇ ਸਾਡੇ ਅਚੀਵਰਸ ਹੈਗੇ ਨੇ, ਜਿਹੜੇ ਸਾਡੇ ਪਾਸ ਆਊਟ ਅਚੀਵਰਸ ਨੇ, ਉਹਨਾਂ ਅਚੀਵਰਸ ਨੂੰ ਜੇਕਰ ਅਸੀਂ ਆਪਣੇ ਉੱਥੇ ਇੰਟਰੋਡਿਊਸ ਕਰੀਏ ਤੇ ਉਹਨਾਂ ਤੋਂ ਲੋਕ ਐਜ਼ ਅ ਰੋਲ ਮਾਡਲ ਸਰ ਹੋਰ ਬੱਚੇ ਨਿਊ ਐਡਮਿਸ਼ਨ ਨੂੰ ਅਟਰੈਕਟ ਕਰੇਗਾ ਨਾ ਉਹ। ਡਿਊਰਿੰਗ ਐਡਮਿਸ਼ਨ ਟਾਈਮ ਉਹਨਾਂ ਨੂੰ ਸੱਦੋ, ਉਹਨਾਂ ਨੂੰ ਬੋਲੋ ਪ੍ਰੈਜੈਂਟੇਸ਼ਨ ਲੈਣ ਪੇਰੈਂਟਸ ਦੀਆਂ। लेकिन मैं जानना खुद जजेस है कई बंदे स्कूल चलाने वाले लोग स्कूलों वाल ध्यान देंगे ते ये हाँ जी मैं फिर एक ਜਿਹੜੀ ਗੱਲ ਅਸੀਂ ਥੋੜੀ ਜਿਹੀ ਸ਼ਾਰਟੇਜ ਕਰੀ। ਹਰਪ੍ਰੀਤ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਕਿਤੇ ਨਾ ਕਿਤੇ ਅਸੀਂ ਆਪਣੇ ਪ੍ਰੈਜੈਂਟੇਸ਼ਨ ਸਕੂਲਾਂ ਦੀ ਦੇ ਨਹੀਂ ਪਾ ਰਹੇ, ਜਿਸ ਕਰਕੇ ਬੱਚੇ ਨਾ ਆਉਣ ਦਾ ਵੱਡਾ ਕਾਰਨ ਹੈ। मैं एक ना आम क्या करता वा कि जो दिखता है वो बिकता है। एक कहावत है ਜਿਹੜੀ मैं काफी जगह यूज करना कि बिल्कुल ठीक है कि जब तक साडी प्रेजेंटेशन नहीं हैगी ਤੇ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਬੱਚਿਆਂ ਦਾ ਐਡਮਿਸ਼ਨ, ਕਿਉਂਕਿ ਸਕੂਲਾਂ ਚੋਂ ਟੀਚਰਾਂ ਦੀ ਤਨਖਾਹਾਂ ਨੇ ਉਹ ਆਣੀਆਂ ਤੇ ਬੱਚਿਆਂ ਦੀ ਫੀਸਾਂ ਤੋਂ ਨੇ, ਪਰ ਬੱਚਿਆਂ ਦੇ ਘੱਟ ਹੋਣ ਕਰਕੇ ਜਿਹੜੀ ਉਹ ਨਹੀਂ ਆ ਪਾ ਰਹੀ। ਤੇ ਅਸੀਂ ਚਾਹਾਂਗੇ ਕੁਝ ਹੋਰ ਨਵਾਂ ਇੱਕ ਹੈਂਡਸ਼ੇਕ ਕੀਤਾ ਹੋਇਆ ਹੈ, ਐਂਡਰੋਇਡ ਬਲੂ ਡਰॉइड ਲਿਖਿਆ ਹੋਇਆ ਹੈ, ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ, ਉਹ ਪਲੀਜ਼ ਆ ਜਾਣ। ਉਹਨਾਂ ਨੇ ਹੈਂਡਸ਼ੇਕ ਕੀਤਾ, ਮੈਂ ਉਹਨਾਂ ਨੂੰ ਅਨਮਿਊਟ ਕਰ ਰਿਹਾ। हैंड वेव किया उन्होंने, एंड्रॉयड कोई है प्लीज? नहीं आ रहे। चलो ਅਸੀਂ ਗੱਲ ਕੰਟੀਨਿਊ ਕਰਦੇ ਹਾਂ। मैं फिर एक रिक्वेस्ट करांगा कि साडे नाल इस टाइम 100 मेंबर जुड़े ने और सारे सिर्फ कुछ ना कुछ अगर बोलणगे। 100 तो मैंने भी किया, मेरे को नहीं आ रहा हूं। 100 तो मैंने भी किया। हरजोत जी मैं एक ਇੱਥੇ ਐਡ ਕਰਨਾ ਚਾਹਨਾ ਗੱਲ ਕਿ ਜੇਕਰ ਟੀਚਰਾਂ ਦੇ ਮਾਧਿਅਮ ਤੋਂ ਵੀ ਪੇਰੈਂਟਸ ਵੀ ਸੁਣ ਰਹੇ ਨੇ, ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਜਿਹੜੀ ਫੀਸ ਹੈ ਉਹ ਕੁਝ ਤਵੱਜੋ ਦਿੰਦੇ ਹੋਏ ਜਮ੍ਹਾਂ ਕਰਾਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਹੈ ਸਕੂਲ ਨੂੰ ਇੱਕ ਇਹ ਚੀਜ਼ ਕੱਢਣੀ ਚਾਹੀਦੀ ਹੈ, ਜੇਕਰ ਕੋਈ ਪੇਰੈਂਟ ਹਾਫ ਫੀਸ ਵੀ ਜਾਂ ਪਾਰਟ ਪੇਮੈਂਟ ਆਫ ਫੀਸ ਵੀ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਇਸ ਟਾਈਮ ਦੇ ਉੱਪਰ, ਤੇ ਉਹ ਵੀ ਉਹਦੇ ਕੋਲੋਂ ਲੈ ਲਵੇ। ਮੈਂ ਇੱਕ ਨਾ ਜਿੰਨੀ ਫੀਸ ਆਏਗੀ ਉਨੀ ਬੈਟਰ ਰਹੇਗੀ। ਇੱਧਰ ਲਗਾ ਦੋ ਨਾ। ਇੱਕ ਨਾ ਮੈਂ ਵਿੱਕੀ ਜੀ ਨੂੰ ਗੱਲ ਕਰਾਂਗਾ, ਕਰਤਾਰ ਸਿੰਘ ਜੀ ਚਾਵਲਾ ਜਿਹੜਾ 3.5 ਕਰੋੜ ਵਾਲਾ ਇੱਕ ਐਗਜ਼ਾਮਪਲ ਦੇਣਗੇ ਤੇ ਸ਼ਾਇਦ ਸੁਣ ਕੇ ਸਾਰਿਆਂ ਨੂੰ ਲੱਗੇਗਾ, ਉਹਨਾਂ ਨੇ ਪਿੱਛੇ ਇੰਟਰਵਿਊ ਵੀ ਦਿੱਤਾ ਸੀ। ਕਰਤਾਰ ਸਿੰਘ ਜੀ देखो मैं ਪਿੱਛੇ ਆਵਾਜ਼ ਉੱਚੀ ਪਲੀਜ਼। जब मैं थोड़ा पीछे मेंबर बनकर आया 2017 की गल है, तो मैं एक फीस माफ करने वास्ते अपना एक लेटर भेजा प्रिंसीपल ਨੂੰ कि सर फी कंसेशन कर दो। उन्होंने कहा जी ये पॉलिसी नहीं है। मैं पूछा जी की कारण है, मैंबर पहले करते सी 2012 ਵਿੱਚ ਵੀ ਸੀ ਐਵੇਂ ਹੁੰਦਾ ਸੀ, ਚੇਅਰਮੈਨ ਲਿਖਦਾ ਜਾਂ ਮੈਂਬਰ ਲਿਖਦਾ, ਉਹਦੀ ਤੁਸੀਂ ਚੈੱਕ ਕਰ ਲੈ ਕੇ ਹੋ ਜਾਂਦੀ ਹੈ। ਉਹਨਾਂ ਨੇ ਫਿਰ ਕਿਸੇ ਮੈਂਬਰ ਨੇ ਇਹਨਾਂ ਦੇ ਮੈਂਬਰ ਨੇ ਦੱਸੀ ਮੈਨੂੰ ਗੱਲ ਕਿ ਜੀ ਇੱਥੇ 3.25 ਕਰੋੜ ਰੁਪਇਆ ਇੱਕ ਬ੍ਰਾਂਚ ਦੇ ਅੰਦਰ ਇੱਕੋ ਸਾਲ ਵਿੱਚ ਮਾਫ ਹੋਇਆ ਹੋਵੇ, ਤਾਂ ਸਕੂਲ ਕਿੱਥੋਂ ਚੱਲੇਗਾ? ਤੁਸੀਂ 3.25 ਕਰੋੜ ਰੁਪਇਆ ਟੀਚਰਸ ਦਾ ਫੰਡ, ਸੈਲਰੀ ਸਟਾਫ ਦੀ ਤੁਸੀਂ ਛੋੜ ਰਹੇ ਹੋ ਆਪਣੀ ਨੇਤਾਗਿਰੀ ਚਮਕਾਉਣ ਵਾਸਤੇ, ਤੇ ਬਹੁਤ ਹੀ ਗਲਤ ਹੈ। ਮੈਨੂੰ ਗਲਤ ਕਹਾਂਗਾ ਔਰ ਇਸੇ ਕਾਰਨ ਸਾਡੇ ਸਕੂਲ ਘਾਟੇ ਜਾ ਰਹੇ ਨੇ। ਇਹ ਤੁਹਾਨੂੰ ਮੈਂ ਇੱਕ ਬ੍ਰਾਂਚ ਇੱਕ ਸਕੂਲ ਦੀ ਗੱਲ ਹੈ ਔਰ ਸਭ ਨੂੰ ਪਤਾ ਹੈ ਮੈਂਬਰ ਨੂੰ ਕਿਹੜਾ ਮੈਂਬਰ ਹੈ ਔਰ ਸਭ ਨੂੰ ਪਤਾ ਹੈ, ਬਹੁਤ ਚਿਕ ਚਿਕ ਵੀ ਹੋਈ ਹੈ। ਮੈਂ ਕਿਹਾ ਗਲਤ ਹੈ। ਇਹਨੂੰ ਤੁਸੀਂ ਥੋੜਾ ਪਬਲਿਕ ਕਰ ਸਕਦੇ ਹੋ ਵਿੱਕੀ ਜੀ, ਇਹ ਥੋੜਾ ਇਨਫੋਰਮੇਸ਼ਨ ਪਬਲਿਕ ਕਰੋ ਸਰ, ਪਬਲਿਕ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵੀ ਇਸ ਤਰ੍ਹਾਂ ਦੀਆਂ ਸ਼ਾਹੀ ਫਾਟ ਕੌਣ ਕਰ ਰਿਹਾ। ਸਰ ਬ੍ਰਾਂਚ ਸਭ ਨੂੰ ਪਤਾ ਹੈ, ਸਾਰੇ ਸਕੂਲਾਂ ਨੂੰ ਪਤਾ ਹੈ। ਆਪਣਾ ਕਢਾ ਲਓ ਡਾਟਾ। ਮੈਂ ਤਾਂ ਕਿਹਾ ਡਾਟਾ नहीं ब्रांच का नाम ਦੱਸੋ, ਨਹੀਂ ਪਤਾ ਸਰ, ਨਹੀਂ ਪਤਾ। ब्रांच का नेम बताइए। या 3.25 करोड़ रुपया एक साल ਦਾ ਮਾਫ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ। ਉਸਦੇ ਬਾਅਦ ਜੀਕੇ ਜੀ ਨੇ ਇੱਕ ਸਿਸਟਮ ਚੇਂਜ ਕਰ ਦਿੱਤਾ, ਸ਼ਾਇਦ ਤੁਹਾਨੂੰ ਪਤਾ ਨਹੀਂ ਪਤਾ, ਜਿਹੜਾ ਹੁਣ ਫੀਸ ਦਾ ਪੈਸਾ ਮਾਫ ਹੁੰਦਾ ਵੇ ਉਹ ਮੈਂਬਰ ਫੰਡ ਦੇ ਅਕਾਊਂਟ ਤੋਂ ਹੁੰਦਾ ਵੇ। ਇਹ 2017 ਦੇ ਬਾਅਦ ਕੀਤਾ ਉਹਨਾਂ ਨੇ। ਨਹੀਂ ਲੇਕਿਨ 3.25 ਕਰੋੜ ਦੀ ਪੂਰੀ ਗੱਲ ਦੱਸੋ ਨਾ। 3.25 ਕਰੋੜ ਕਿਹੜੀ ਬ੍ਰਾਂਚ ਵਿੱਚ ਹੋਇਆ? ਫੀਸ ਦੀ ਇੱਕ ਜੋ ਮੇਰੇ ਕੋਲ ਗੱਲ ਆਈ ਸੀ ਕਿ ਮੈਂ ਉਹਨਾਂ ਨੇ ਕਿਹਾ ਸਿੰਪਲ ਜੀ ਗੱਲ ਹੈ, ਐਪਲੀਕੇਸ਼ਨ ਲਿਖ ਕੇ ਦੇਣਾ ਨਾ, ਮੈਂ ਕਰ ਦੀ ਰਿਕਮੈਂਡ ਕਰ ਦੋ। ਕਹਿੰਦਾ ਨਹੀਂ ਜੀ ਇਹ ਸਿਸਟਮ ਮੇਰੇ ਕੱਟ ਤੋਂ ਚੇਂਜ ਹੋਇਆ। ਫਿਰ ਮੈਂ ਪੂਰਾ ਕਿੱਸਾ ਦੱਸਿਆ ਮੈਂਬਰ ਨੇ, ਕਹਿੰਦਾ ਜੀ ਐਵੇਂ ਹੋਇਆ। ਇਸ ਸਰ ਇਸ ਤਰ੍ਹਾਂ ਅੱਧੀ ਗੱਲ ਨਹੀਂ ਦੱਸੋਗੇ ਕਿ ਦੇਖੋ ਇਹਦੇ ਵਿੱਚ ਪਿਛਲੇ ਇੱਕ ਇੰਟਰਵਿਊ ਮਨਜੀਤ ਜੀ ਕੋਲ ਵੀ ਜਵਾਬ ਪੁੱਛਿਆ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਸਕੂਲਾਂ 'ਚ ਇਹੋ ਜਿਹਾ ਸਿਸਟਮ ਸੀਗਾ, ਲੇਕਿਨ 2-3 ਸਾਲ ਜਦੋਂ ਉਹਨਾਂ ਨੇ ਦੇਖਿਆ ਇੱਕ ਸਕੂਲ ਦੇ ਵਿੱਚ ਹੋਇਆ ਤੇ ਇੱਕ ਸਾਲ ਦੇ ਵਿੱਚ ਕੀ ਕਹਿੰਦੇ ਨੇ, ਤੁਸੀਂ ਆਪਣਾ ਵਿੱਕੀ ਜੀ ਨੂੰ ਫੋਨ ਕਰਕੇ ਕੋਈ ਵੀ ਪੁੱਛ ਸਕਦਾ ਹੈ, ਕਿਉਂਕਿ ਦੇਖੋ ਪਬਲਿਕ ਪਲੇਟਫਾਰਮ ਹੈ, ਉਹਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਨਹੀਂ ਕੀਤੀਆਂ ਜਾਂਦੀਆਂ, ਪਰ ਇਹ ਜਿਹੜੇ ਹੈਗੇ ਨੇ ਐਕਚੁਅਲ ਫੈਕਟਸ ਨੇ। ਔਰ ਉਸ ਤੋਂ ਬਾਅਦ ਕੀ ਕੀਤਾ ਗਿਆ ਸੀਗਾ ਕਿ ਸਕੂਲਾਂ ਦੇ ਵਿੱਚ ਸਿਸਟਮ ਕਰਤਾ ਗਿਆ ਸੀਗਾ ਕਿ ਕੋਈ ਵੀ ਫੀਸ ਮਾਫ ਕਰੇਗਾ ਤੇ ਉੱਥੇ ਦਾ ਚੇਅਰਮੈਨ ਆਪਣੇ ਫੰਡ ਵਿੱਚੋਂ ਕਰੇਗਾ।
ਨਾ ਕਿ ਜੁਆਇੰਟ ਫੰਡ ਵਿੱਚੋਂ। ਅੱਗੇ ਜੀ ਪਲੀਜ਼। ਸਰ ਪਰ ਆਪਾਂ ਇਹਨਾਂ ਨੂੰ ਬਚਾਉਂਦੇ ਜਿਉਂ ਆ ਸਰ, ਐਸੇ ਲੋਕਾਂ ਨੂੰ ਤਾਂ ਸਾਹਮਣੇ ਆਉਣਾ ਚਾਹੀਦਾ ਹੈਗਾ, ਐਟਲੀਸਟ ਉਹਨਾਂ ਨੂੰ ਪਬਲਿਕ ਨੂੰ ਜਵਾਬ ਦੇਣਾ ਚਾਹੀਦਾ ਹੈ ਹੁਣ ਇਹਨਾਂ ਨੂੰ। ਜੇ ਆਈ ਹੈ ਗੱਲ ਸਾਹਮਣੇ ਉਹਨਾਂ ਦੇ ਗੱਲ ਜਿਹੜੀ ਹੈ ਨਾ ਇਹ ਕਲੈਰਿਟੀ ਨਾਲ ਆਣੀ ਚਾਹੀਦੀ ਹੈ। ਬਦਨਾਮ ਹੋ ਜੇ ਟੀਚਰਸ ਤਾਂ ਬਦਨਾਮ ਹੋ ਜਾਏਗੀ, ਇਹ ਤਾਂ ਫालतू ਰੌਲਾ ਪਾ ਰਹੇ ਨੇ। ਔਰ ਮੈਂਬਰਸ ਇਸ ਇਸ਼ੂ ਦੇ ਵਿੱਚ ਟੀਚਰ ਨਹੀਂ ਪ੍ਰਬੰਧਕ, ਫਿਰ ਗੱਲ ਕਰਾਂਗਾ ਸਰ ਪ੍ਰਬੰਧਕ ਹੀ ਸੀਗੇ। ਨਹੀਂ ਹਰਜੋਤ ਜੀ ਮੈਂ ਤੇ ਮਾਫੀ ਚਾਹਾਂਗਾ, ਇਹ ਜੇਕਰ ਸਵਾ 3 ਕਰੋੜ ਦੀ ਗੱਲ ਆ ਰਹੀ ਹੈ ਹਰਜੋਤ ਜੀ ਇੱਥੇ ਜੇਕਰ ਪੌਣੇ 3 ਕਰੋੜ ਰੁਪਇਆ ਮਾਫ ਹੋ ਰਿਹਾ ਤੇ ਉਹ ਬੰਦੇ ਸਾਹਮਣੇ ਆਣੇ ਚਾਹੀਦੇ ਨੇ। ਜ਼ਰੂਰ ਸਾਹਮਣੇ ਆਣਗੇ। ਘਰ ਥੋੜੀ ਹੈ ਕਿ ਪੌਣੇ 3 ਕਰੋੜ ਰੁਪਇਆ ਸਾਲ ਦਾ ਮਾਫ ਕਰ ਦਿੱਤਾ ਜਾਏ। ਸਰ ਮੈਂ ਦੇਖੋ ਉਹ ਕਿਸੇ ਉਹ ਵੀ ਜ਼ਰੂਰ ਆਣਗੇ ਕਿਸੇ ਸਟਾਫ ਨੂੰ ਸਰ ਮੈਂ ਇੱਕ ਪੁਆਇੰਟ ਸਰ ਪੌਣੇ 3 ਕਰੋੜ ਸਾਲ ਦਾ ਮਾਫ ਕੀਤਾ ਜਾਏ ਤੇ ਸਟਾਫ ਨੂੰ ਸੈਲਰੀ 3 ਮਹੀਨੇ ਬਾਅਦ 10,000 ਦਿੱਤੀ ਜਾਏ। ਸਰ ਦੱਸੋ ਸਟਾਫ ਦਾ ਕੀ ਕਸੂਰ ਹੈ? ਬਾਅਦ ਤੁਸੀਂ ਸਟਾਫ ਦੇ ਅਕਾਊਂਟ ਵਿੱਚ 10,000 ਪਾ ਰਹੇ ਹੋ। ਮੈਂ ਸਰ ਇੱਕ ਚੀਜ਼ ਹੋਰ ਚਾਹਾਂਗਾ, ਮਨਜੀਤ ਸਿੰਘ ਜੀਕੇ ਜੀ ਨੇ ਹੀ ਬੰਦ ਕਰਤਾ ਸੀਗਾ। ਮੈਂ ਫਿਰ ਇੱਕ ਗੱਲ ਕਹਾਂਗਾ ਕਿ ਇੱਕ ਜਿਹੜੀ ਮਨਜੀਤ ਸਿੰਘ ਜੀਕੇ ਤੋਂ ਪਹਿਲਾਂ ਦੀ ਗੱਲ है सर एक मिनट, अगर मनजीत सिंह जीके जी इतना सब कुछ करके गए थे तो आज उनपे इतने कोई एक्शन क्यों नहीं हुआ? आज जब स्टाफ इतना परेशान है तो कोई कंट्रीब्यूट क्यों नहीं करता? जी ਤੁਸੀਂ ਇਹ ਗੱਲ ਜੀਕੇ ਜੀ ਨੂੰ ਕੁਝ ਨਹੀਂ ਚੜੀਗਾ, ਮੈਂ ਉਹਨਾਂ ਨੇ ਮੰਨ ਲਈ ਨਾ ਗੱਲ ਹੋਈ ਹੈ ਗੱਲ। ਹਾਂ ਇਹ ਗੱਲ ਉਹ ਕਹਿੰਦੇ ਇਹਨੇ ਹੁਣ ਸਰ ਇਹ ਗੱਲ ਨਹੀਂ ਹੈ, ਦਿਸ ਇਜ਼ ਅਗੇਨ ਅ ਪੋਲਿਟਿਕਲ ਇਸ਼ੂ। ਹੋਈ ਹੈ ਗੱਲ। ब्रांच दस दो सर आना चाहिए, उस ब्रांच का नाम आना चाहिए है। सर ब्रांच का नाम चेयरमैन का नाम आना चाहिए, जो उस टाइम चेयरमैन सर प्लीज ब्रांच का नाम दसो। ब्रांच का नाम और ईयर चेयरमैन अपने आप पता लग जाओ, ना लो किसी का नाम, ब्रांच का नाम लो तो ईयर दस दो बस। ਵੀਰ ਜੀ ਮੈਂ ਇੱਕ ਪੁਆਇੰਟ ਦੱਸਾਂ ਅਗਰ ਇਜਾਜ਼ਤ ਹੋਏ ਤੇ। ਜ਼ਰੂਰ ਜੀ ਸਰ ਮੇਰਾ ਪੁਆਇੰਟ ਇਹ ਹੈਗਾ, ਦੇਖੋ ਜਿੱਥੇ ਤੱਕ ਹੁਣ ਸੈਲਰੀਜ਼ ਨਿਕਾਲਣ ਦੀ ਗੱਲ ਹੈਗੀ, ਠੀਕ ਹੈ ਨਾ, ਅੱਗੇ ਦਾ ਮੁੱਦਾ ਅਗਰ ਦੇਖੀਏ क्योंकि टीचर्स ਨੂੰ ਪਤਾ ਚੱਲ ਵੀ ਜਾਏਗਾ तो आई एम टेलिंग यू क्लियरली आई एम फ्रॉम अ लीगल बैकग्राउंड नाउ तो ਤਾਂ ਵੀ ਕੁਝ ਹੋਣਾ ਨਹੀਂ ਹੈਗਾ, ਠੀਕ ਹੈ ਨਾ, ਬਿਕੋਜ਼ ਟੀਚਰਸ ਹੈਗੀ ਆ ਔਰ ਮੈਨੇਜਮੈਂਟ ਹੈਗੀ, ਰਾਈਟ। ਬਟ ਜਿੱਥੇ ਤੱਕ ਮੈਨੂੰ ਪਤਾ ਹੈਗਾ ਇਹ ਖਰਚੇ ਬੜੇ ਕਰਦੇ ਹੈਗੇ ਚੇਅਰਮੈਨਸ ਵਗੈਰਾ, ਅਨਨੈਸੈਸਰੀ ਦੇ ਖਰਚੇ, ਟਾਇਲਟਸ ਬਣਾ ਕੇ ਦੁਬਾਰਾ ਬਣਾਉਂਦੇ ਹੈਗੇ ਤੋੜ ਕੇ, ਰਾਈਟ। ਪੇਂਟਸ ਦੇਖੋ ਤੇ ਉਹਨਾਂ ਦੀ ਹਾਲਤ ਕਿਸੇ ਵੀ ਸਰਕਾਰੀ ਸਕੂਲ ਤੋਂ ਵੀ ਬੱਤਰ ਹੈਗੀ ਜੇ, ਜਿਹੜੀ ਓਵਰਆਲ ਫੀਲਿੰਗ ਆਂਦੀ ਹੈ। ਐਜ਼ ਐਨ ਪੇਰੈਂਟ ਮੈਂ ਆਪਣੇ ਬੇਟੇ ਨੂੰ ਅਗਰ ਬੱਚੇ ਨੂੰ ਕਿਸੇ ਨੂੰ ਲੈ ਕੇ ਜਾਵਾਂਗਾ, ਮੈਂ ਦੇਖਾਂਗਾ ਕਿਸ ਤਰ੍ਹਾਂ ਲੁੱਕ ਐਂਡ ਫੀਲ ਕਿਸ ਤਰ੍ਹਾਂ ਦੀ ਵੀ ਸਕੂਲ ਦੀ। ਬਟ ਇਟਸ ਵੈਰੀ ਅਨਫੋਰਚੂਨੇਟ ਠੀਕ ਹੈ ਉਹ ਗੱਲ ਇਨਫਰਾਸਟ੍ਰਕਚਰ ਬਾਰੇ ਟੀਚਰਸ ਵੀ ਕਹਿ ਚੁੱਕੇ ਨੇ ਕਿ ਵੀ ਇਨਫਰਾਸਟ੍ਰਕਚਰ ਵੀ ਬੈਟਰ ਹੋਵੇ। ਨਹੀਂ ਇਨਫਰਾਸਟ੍ਰਕਚਰ ਬੈਟਰ ਨਹੀਂ ਸਰ, ਬੈਟਰ ਹੈਗਾ ਬਟ ਲੁੱਕ ਐਂਡ ਫੀਲ। ਲੇਕਿਨ ਉਹ ਸਾਰਾ ਕੰਮ ਹਰਪ੍ਰੀਤ ਜੀ ਪੈਸੇ ਨਾਲ ਹੋਣਾ ਹੈ, ਔਰ ਪੈਸਾ ਜਦੋਂ ਤੱਕ ਇਹ ਜਾਂ ਤੇ ਸਕੂਲ ਨੂੰ ਸਿੰਗਲ ਇੰਟੈਂਟੀਟੀ ਰੱਖਣਾ, ਸਿੰਗਲ ਇੰਟੈਂਟੀਟੀ ਜੇਕਰ ਨਹੀਂ ਰਹਿ ਰਿਹਾ ਸਕੂਲ, ਉਹ ਸੈਲਫ ਰਿਲਾਇੰਟ ਨਹੀਂ ਹੋ ਰਿਹਾ। ਮੈਂ ਬਸ ਇੱਕ ਚੀਜ਼ ਬੋਲਾਂਗਾ ਕਿ ਜਿਹੜੀ ਵੀ ਐਕਸਪੈਂਸਿਸ ਹੋਣ, ਸਾਨੂੰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਵੇਲੇ ਇਹਨਾਂ ਦੀ ਕਰੰਟ ਔਰ ਇੱਕ ਛੋਟਾ ਡਾਟਾ ਸ਼ੇਅਰ ਕਰਾਂਗਾ, ਜਿਹੜੇ ਐਕਸਪੈਂਸਿਸ ਹੋਣ ਨਾ ਉਹਦੇ ਟੀਚਰ ਦੇ ਰਿਪਰੈਜ਼ੈਂਟੇਟਿਵ ਦੀ ਵੀ ਅਨੁਮਤੀ ਲਿੱਤੀ ਜਾਏ, ਵੈਦਰ ਯੂ ਵਾਂਟ ਦਿਸ ਸਾਈਡ ਆਫ ਫੈਸਿਲਿਟੀਜ਼ ਔਰ ਨਾਟ। ਕਿਸੇ ਜਗ੍ਹਾ ਦੇ ਇਤਨੇ ਜ਼ਿਆਦਾ ਏਸੀ ਲਗਾ ਦਿੰਦੇ ਹੁੰਦੇ ਇਸ ਵੇਲੇ ਜਿਹੜਾ ਕਰੰਟ ਦੀ ਦਿੱਲੀ ਐਜੂਕੇਸ਼ਨ ਐਕਟ ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹਦੇ ਵਿੱਚ ਟੀਚਰ ਰਿਪਰੈਜ਼ੈਂਟੇਟਿਵ ਹੁੰਦਾ, ਉਹਦੇ ਵਿੱਚ ਪੇਰੈਂਟ ਰਿਪਰੈਜ਼ੈਂਟੇਟਿਵ ਹੁੰਦਾ ਆ। ਲੇਕਿਨ ਇਹ ਪੇਰੈਂਟ ਵੀ ਆਪਣੀ ਮਰਜ਼ੀ ਦਾ ਪਾ ਦਿੰਦੇ ਨੇ, ਟੀਚਰ ਵੀ ਆਪਣੀ ਮਰਜ਼ੀ ਦਾ ਪਾ ਦਿੰਦੇ ਨੇ, ਜਿਹਨੇ ਕੁਝ ਬੋਲਣਾ ਨਹੀਂ ਹੈਗਾ। ਤੇ ਇਸ ਕਰਕੇ ਆਪ ਦਿੱਲੀ ਐਜੂਕੇਸ਼ਨ ਐਕਟ ਆਪਣੇ ਆਪ ਹੀ ਕਹਿ ਰਿਹਾ ਹੈਗਾ, ਜਿਹੜਾ ਇਹ ਕਰਦੇ ਨਹੀਂ ਹੈਗੇ। ਮੈਡਮ ਦੈਟਸ ਫਾਈਨ, ਬਟ ਉਹਦੇ ਵੀ ਅਗਰ ਤੁਸੀਂ ਸਟਾਫ ਦੇ ਮੈਂਬਰ ਹੈਗੇ ਹੋ it becomes right also ਸਰ ਮੈਂਬਰ ਉਹ ਪਾ ਦਿੰਦੇ ਨੇ ਜਿਹੜੇ ਚਾਪਲੂਸ ਹੁੰਦੇ ਨੇ ਸਰ, ਉਹਨਾਂ ਨੂੰ ਮੈਂਬਰ ਪਾ ਲੈਂਦੇ ਨੇ। ਮੈਂ ਇੱਕ ਛੋਟੀ ਗੱਲ ਤੁਹਾਡੇ ਕਰਨਾ ਚਾਹੁੰਦਾ, ਤੁਹਾਡੇ ਸਕੂਲ ਦੀ ਫੀਸ ਕਿੰਨੀ ਹੈ ਇੱਕ ਬ੍ਰਾਂਚ ਦੀ, ਨਾਨਕ ਦੀ ਕਿਸੇ ਵੀ ਬ੍ਰਾਂਚ ਚੁੱਕ ਲਓ, ਇੱਕ ਬੱਚੇ ਦੀ ਫੀਸ? ਇਟਸ ਐਗਜ਼ੋਰਬਿਟੈਂਟ ਸਰ, ਮੈਂ ਬਤਾਣਾ ਦੈਟ ਟੈਗੋਰ ਤੋਂ ਵੀ ਜ਼ਿਆਦਾ ਹੈਗੀ। ਮੇਰੇ ਬੱਚੇ ਛੋਟਾ ਜਿਹਾ ਡਾਟਾ ਦਾਂਗਾ ਔਰ ਲਾਈਵ ਡਾਟਾ ਦਾਂਗਾ ਤੁਹਾਨੂੰ ਮੈਂ। ਤੁਹਾਡੇ ਸਕੂਲ ਦੀ ਕਿਸੇ ਬ੍ਰਾਂਚ ਦੀ ਫੀਸ ਕਿੰਨੀ ਹੈ? ਸਰ ਰਾਉਂਡ ਅਬਾਊਟ ਟਿਊਸ਼ਨ ਫੀਸ ਆ ਰਹੀ ਹੈ 3000 ਰੁਪਏ। ਨਹੀਂ ਟੋਟਲ ਫੀਸ 4800 ਰੁਪਏ ਲੈਂਦੇ ਹੋ, 4800 ਰੁਪਏ ਫੀਸ ਹੈ ਮੇਰੇ ਖਿਆਲ ਨਾਲ। ਨਹੀਂ ਸਰ ਹੁਣ ਤਾਂ ਟਿਊਸ਼ਨ ਫੀ ਆ ਰਹੀ ਹੈ ਨਾ ਸਿਰਫ, ਅੱਜ ਦੀ ਗੱਲ ਨਹੀਂ ਕਰ ਰਿਹਾ, ਪਿੱਛੇ ਨਹੀਂ ਕਰ ਰਿਹਾ, 31 ਮਾਰਚ ਨਾ 5000 ਮੈਂ ਇਹਨੂੰ ਸਭ ਕੁਝ ਕਰਕੇ ਨਾ, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਤੁਹਾਨੂੰ ਲਾਈਵ। ਨਾਨਕ ਨੂੰ ਬ੍ਰਾਂਚ ਦਾ ਬੰਦਾ ਬੈਠਾ, ਪੁੱਛ ਲੈਣਾ, ਮੈਂ ਤੁਹਾਨੂੰ ਹੁਣੇ ਡਾਟਾ ਦੇਣਾ ਵਾ। ਸਾਡੇ ਕੋਲ 2012 ਦੇ ਅੰਦਰ 13 ਦੇ ਅੰਦਰ 2440 ਬੱਚਾ ਸੀ ਉੱਥੇ। ਆਈ ਵਾਸ, ਮੇਰਾ ਬ੍ਰਦਰ ਉੱਥੇ ਮੈਨੇਜਰ ਸੀ, ਮੈਂ ਉੱਥੇ ਵਾਈਸ ਚੇਅਰਮੈਨ ਸੀ। 2440 ਬੱਚੇ ਸੀ। ਅੱਜ ਉਸ ਬ੍ਰਾਂਚ 'ਚ 850 ਬੱਚਾ ਹੈ, 1000 ਬੱਚਾ ਲਗਾ ਲਓ, ਚਲੋ 150 ਬੱਚਾ ਹੁਣ ਨਿਕਲ ਗਿਆ, 1400 ਬੱਚਾ ਕੰਮ ਹੋਏਗਾ। ਅਗਰ ਉਹ 4800 ਰੁਪਏ ਫੜਾਂਗਾ तो सर एक महीने का 67 लाख रुपए बनता है। सारी टीचर की सैलरी हुई होवे, सारा खर्चा हुई होवे, बिजली बिल हुई होवे, एक महीने 67 लाख का थाने किसी ने ध्यान नहीं किया।
ਕੋਈ ਪ੍ਰਿੰਸੀਪਲ ਨੇ ਧਿਆਨ ਨਹੀਂ ਕੀਤਾ, ਕਿਸੇ ਚੇਅਰਮੈਨ ਨੇ ਧਿਆਨ ਨਹੀਂ ਕੀਤਾ। ਇਹ ਇੱਕ ਬ੍ਰਾਂਚ ਦੀ ਗੱਲ ਕਰ ਰਿਹਾ। ਔਰ ਪਰਸੋਂ ਇਹ ਗੱਲ ਮੈਂ ਬਾੜ ਜੀ ਨੂੰ ਕਹੀ, ਹਾਂਜੀ ਬੱਚੇ ਕਮ ਹੋਏ ਨੇ, ਕਿਸੇ ਨੇ ਰੀਜ਼ਨ ਦੇਖਿਆ? ਅਗਰ ਮੈਂ ਕੰਮ ਕਰਨਾ, ਮੈਂ ਬਿਜ਼ਨਸ ਕਰਨਾ, ਮੇਰੀ ਸੇਲ ਕਮ ਹੋਏਗੀ ਤੇ ਮੈਂ ਦੇਖਾਂਗਾ ਮੇਰਾ ਪ੍ਰੋਫਿਟ ਕਿੱਥੇ ਜਾ ਰਿਹਾ, ਕਿਉਂਕਿ ਧਿਆਨ ਹੀ ਨਹੀਂ ਸੀ, ਕਿਸੇ ਦਾ ਨੇਤਾਗਿਰੀ ਨੂੰ ਫੁਰਸਤ ਨਹੀਂ ਸੀ। ਸਾਨੂੰ ਸਾਰਿਆਂ ਨੂੰ ਨਾ ਇਸ ਮੁੱਦੇ ਤੇ ਆਉਣਾ ਚਾਹੀਦਾ ਹੈਗਾ ਕਿ ਇਸ ਵੇਲੇ ਫੀਸ ਜਿਹੜੀ ਹੈ, ਇੱਕ ਮਿੰਟ ਮੈਂ ਇੱਕ ਆਖਰ ਚ ਗੱਲ ਕਹਿ ਕੇ ਨਾ ਮੈਂ ਇੱਥੋਂ ਵਿਦਾਇਗੀ ਲੈਣਾ ਚਾਹਨਾ, ਕਿਉਂਕਿ ਸਾਡਾ ਸਾਰਾ ਮੁੱਦਾ ਹੈਗਾ ਜੀ ਕਿ ਫੀਸ ਇਸ ਵੇਲੇ ਟੀਚਰਸ ਨੂੰ ਸੈਲਰੀ ਕਿਵੇਂ ਮਿਲੇ। ਸਰ ਕਮਲਜੀਤ ਜੀ ਮੇਰੇ ਕੋਲ ਇੱਕ ਆਈਡੀਆ ਹੈਗਾ। ਇੱਕ ਅਸੀਂ ਕਹਿ ਚੁੱਕੇ ਹਾਂ ਕਿ ਜਿਹੜਾ ਲੰਗਰ ਦਾ ਪੈਸਾ ਇਹਨਾਂ ਦੇ ਕੋਲ ਆ ਰਿਹਾ ਹੈ ਉਹਨੂੰ ਸਭ ਤੋਂ ਪਹਿਲੇ ਪ੍ਰਾਇੋਰਟੀ ਦੇ ਉੱਪਰ ਟੀਚਰਸ ਦੀ ਸੈਲਰੀ ਵਾਸਤੇ ਡਾਇਵਰਟ ਕੀਤਾ ਜਾਏ ਵਿਦਆਊਟ ਫੇਲ। ਲੰਗਰ ਤੁਸੀਂ ਲੱਖ ਬੰਦੇ ਦੀ ਬਜਾਏ 10,000 ਦਾ ਵੀ ਖਵਾ ਦਿਓਗੇ ਨਾ ਤੇ ਉਨੀ ਕੁ ਗੁਰੂ ਨਾਨਕ ਦੀ ਗੱਲ ਪੂਰੀ ਹੋ ਰਹੀ ਹੈ। ਲੇਕਿਨ ਜੇਕਰ ਟੀਚਰਸ ਨੂੰ ਪੈਸੇ ਨਹੀਂ ਮਿਲ ਰਹੇ ਤੇ ਉਸ ਲੰਗਰ ਦਾ ਇਸ ਵੇਲੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਜੀ ਇੱਕ ਹੋਰ ਚੀਜ਼ ਮੈਂ ਐਡ ਕਰਾਂਗਾ, ਇੱਕ ਚੀਜ਼ ਹੋਰ ਐਡ ਕਰਾਂਗਾ ਔਰ ਸਾਨੂੰ ਕਿਉਂਕਿ ਬਾੜ ਜੀ ਨੇ ਉਸ ਦਿਨ ਮੀਟਿੰਗ ਦੇ ਵਿੱਚ ਬਾੜ ਜੀ ਨੇ ਗੱਲ ਕਹੀ ਸੀ ਕਿ ਮੇਰੀ ਇੱਕ ਰਿਕੁਐਸਟ ਹੈਗੀ ਹੈ। ਪਰਸੋਂ ਜਦ ਗੱਲ ਬਾੜ ਜੀ ਨਾਲ ਸਾਡੀ ਹੋਈ ਸੀ, ਗੱਲ ਡਿਬੇਟ ਹੋਈ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਾਡਾ ਕੋਈ ਪੈਸਾ 1 ਰੁਪਏ ਦੀ ਪਰਚੇਜ਼ ਨਹੀਂ ਹੋ ਰਹੀ ਫॉर ਦਾ ਲੰਗਰ। ਇਹ ਗੱਲ ਜੋ ਜੀ ਤੁਸੀਂ ਬਾਹਰ ਰਿਕਾਰਡਿੰਗ ਵੀ ਹੈ ਉਹਨਾਂ ਦੀ। ਹਾਂਜੀ ਮੈਂ ਇੱਕ ਬਸ ਪੁਆਇੰਟ ਬੋਲਾਂਗਾ ਲਾਸਟ। ਮੈਨੂੰ ਲੱਗਦਾ ਹੈ ਕਿ ਬਾੜ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਅਸੀਂ ਉਹ ਸਾਰਾ ਪੈਸਾ ਪਾਰਦਰਸ਼ੀ ਕਰਾਂਗੇ, ਬੰਗਲਾ ਸਾਹਿਬ ਦੇ ਬਾਹਰ ਲਾਵਾਂਗੇ ਜਾਂ ਜਿੱਧਰੇ ਵੀ ਲਾਵਾਂਗੇ। ਮੇਰੇ ਖਿਆਲ ਨਾਲ ਬਾੜ ਸਾਹਿਬ ਨੂੰ ਇੱਕ ਬੇਨਤੀ ਦੁਬਾਰਾ ਕਰਨੀ ਚਾਹੀਦੀ ਹੈ ਕਿ ਜੋ ਲੰਗਰ ਦਾ ਪੈਸਾ ਆ ਰਿਹਾ ਪਲੀਜ਼ ਉਹਨੂੰ ਪਾਰਦਰਸ਼ੀ ਕਰੋ, ਲੰਗਰ ਦਾ ਪੈਸਾ ਟੀਚਰਾਂ ਤੱਕ ਪੈਸਾ ਪਹੁੰਚਾਓ। ਦੱਸਣਾ ਹੁਣੇ $1 ਲੱਖ ਆਇਆ 3 ਦਿਨ ਪਹਿਲੇ ਇਹਨਾਂ ਕੋਲੋਂ। $1 ਲੱਖ। ਹਰਪ੍ਰੀਤ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀਗੇ? ਹਰਪ੍ਰੀਤ ਸਿੰਘ ਜੀ हेलो, आवाज आती है सर? ऊपी जी हाँ जी, मैं छोटी रिक्वेस्ट करांगा सिंस सारे मेंबर्स दे बड़ी सारी अप्रोचेस हैगियां, बड़े सारे इन्फ्लुएंशियल हैगे, सोसाइटी अच्छा नाम रखते हैगे, बेशक पार्टी जिन्हां दी हैगी और जिन्हां दी नहीं हैगी। एक ते एसजीपीसी नु रिक्वेस्ट करन अगर इफ दे कुड लेंड सम लोन। सेकेंडली दिल्ली एनसीआर काफी सारे दिल्ली एनसीआर की एनआरआई हैगे, काफी सारे दिल्ली एनसीआर हैगे। सेम पेशकश मैं बाड़ जी नु पिछली मीटिंग जी गल पूरी अच्छा मैंने नहीं पता ਤੇ ਮੈਂ ਕਹਾਂਗਾ ਕਿ ਉਹਨਾਂ ਕੋਲੋਂ ਅਗਰ ਫੰਡਿੰਗ ਦੇ ਦੇਗਾ ਕੁਝ ਨਾ ਕੁਝ ਬਲੌਕ ਜਿਸ ਤਰ੍ਹਾਂ ਕਿਸੇ ਨੇ ਆਪਣੇ ਫਾਦਰ ਦੇ ਨਾਮ ਤੇ ਕੋਈ ਬਲੌਕ ਰਖਵਾਣਾ ਹੈ ਜਾਂ ਕੁਝ ਵੀ ਇਸ ਤਰ੍ਹਾਂ ਦੇ ਕੈਨ ਆਫਰ ਸਚ ਥਿੰਗਸ ਜਿਸ ਤਰ੍ਹਾਂ ਡੋਨੇਸ਼ਨ ਜਨਰੇਟ ਹੋ ਸਕੇ ਫॉर ਦੀ ਵੈਲਫੇਅਰ ਆਫ ਦੀ ਸਕੂਲ। ਮੇਰਾ ਪੁਆਇੰਟ ਇਹ ਹੈਗਾ ਕਿ ਦਿਨਾੜ ਵਿਅਕਤੀ ਬੜੇ ਹੈਗੇ ਜਿਹੜੇ ਹੈਲਪ ਕਰਨਗੇ ਕਿ ਉਹ 1 ਕਰੋੜ ਦੇ ਦੇਗਾ, ਕੋਈ ਕੁਝ ਦੇ ਦੇਗਾ ਕਿ ਹਾਂਜੀ ਇਹ ਬਲੌਕ ਮੇਰੇ ਫਾਦਰ ਦੇ ਨਾਮ ਤੇ ਕਰ ਦੋ। ਮੈਨੀ ਪੀਪਲ ਸਭ ਤੋਂ ਵੱਡੀ ਸੱਚਾਈ ਹੈਗੀ ਹੈ ਕਿ ਜਿਹੜੀ ਸੰਗਤ ਵੇਜੇ ਇੱਥੇ ਸਮਾਂ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ, ਥੋੜਾ ਜਿਹਾ ਟਾਈਮ ਰਹਿ ਗਿਆ। ਮੈਂ ਹੁਣ ਸਿਰਫ ਕਨਕਲੂਜਨ ਤੇ ਆਵਾਂਗਾ ਕਿ ਜਿਹੜੀ ਤਨਖਾਹ ਦੇ ਵਾਸਤੇ ਕਿਹੜੇ ਆਈਡੀਆਜ਼ ਜਿਹੜੇ ਨੇ ਥੋੜੀ ਦੇਰੀ ਜਿਹੜੇ ਦੇਣਾ ਚਾਹਣ ਪਲੀਜ਼। ਹਰਜੋਤ ਜੀ ਮੈਨੂੰ 1 ਮਿੰਟ ਦੇ ਦਿਓ, ਮੈਂ ਸਿਰਫ 1 ਮਿੰਟ ਕਹਿ ਕੇ ਖਤਮ ਕਰਾਂਗਾ। ਇਟਸ ਬੀਨ ਲੌਂਗ, ਮੈਂ ਬੜੀ ਸੁਣੀ ਜਾ ਰਿਹਾ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਇਫ ਯੂ ਅਲਾਉ ਮੀ। ਓਨਲੀ 1 ਮਿੰਟ। ਸਰ ਦੇਖੋ ਮੈਂ ਨਾ ਪਹਿਲੀ ਤੀ ਗੱਲ ਤੇ ਸਭ ਤੋਂ ਵੱਡੀ ਹੈ GHPS ਤੋਂ ਮੈਂ ਪੂਰਾ ਪੜ੍ਹਾਈ ਕੀਤੀ ਹੈਗੀ ਤੇ ਮੈਂ ਇਮੋਸ਼ਨਲੀ ਅਟੈਚਡ ਹੈਗਾ ਹਰ ਪਾਸੇ। ਦੂਜੀ ਗੱਲ ਸਭ ਤੋਂ ਵੱਡੀ ਹੈ ਇਮੀਡੀਏਟਲੀ ਜਿਹੜੇ ਹਨ ਨਾ ਫॉर ਅ ਟਾਈਮ ਬੀਇੰਗ ਜਿਹੜੀ ਅਸੀਂ ਫੀਸ ਮਾਫੀ ਕਰ ਰਹੇ ਹਾਂ ਉਹਨਾਂ ਪੇਰੈਂਟਸ ਦੀ ਜਿਨ੍ਹਾਂ ਨੂੰ ਜਿਹੜੇ ਅੱਛੇ ਖਾਸੇ ਦੇ ਸਕਦੇ ਨੇ ਉਹਨਾਂ ਦੀ ਕੈਨਸਲ ਕੀਤੀ ਜਾਏ। ਦੂਜੀ ਗੱਲ ਹੈਗੀ ਹੈ ਜਿਹੜੀ ਲੰਗਰ ਦਾ ਪੈਸਾ ਆ ਰਿਹਾ ਉਹਨੂੰ ਕਲੀਅਰ ਕਰਕੇ ਜਿਸ ਤਰ੍ਹਾਂ ਉਹਨੇ ਕਮਾਲਜੀਤ ਨੇ ਕਿਹਾ ਸੀ ਕਿ ਪੈਸਾ ਇੱਕ ਨਾ ਫਿਗਰ ਡਿਸਾਈਡ ਕਰ ਲੀजिए ਕਿ ਇੰਨੀ ਕੀ ਅਮਾਉਂਟ ਅਸੀਂ ਸਿਰਫ ਲੰਗਰ ਵਾਸਤੇ ਲੈਣੀ ਹੈ, ਬਾਕੀ ਟੀਚਰਾਂ ਨੂੰ ਇਮੀਡੀਏਟ ਰਿਲੀਫ ਦਿੱਤਾ ਜਾਏ। ਕਿਉਂਕਿ ਇਹ ਪੋਜੀਸ਼ਨ ਹੈ ਅੱਜ ਹਰੀਸ਼ ਜੀ ਦੀ ਜਿਹੜੀ ਡੈਥ ਹੋਈ ਹੈ ਨਾ ਉਹਨਾਂ ਦੇ ਘਰ 'ਚ ਸਰ ਇਸ ਵੇਲੇ ਖਾਨ ਦੇ ਵੀ ਲਾਲੇ ਪਏ ਨੇ। ਮੈਂ ਪਰਸਨਲੀ ਉਹਨਾਂ ਨਾਲ ਅਟੈਚਡ ਹਾਂ ਬਿਕੋਜ਼ ਮੈਂ ਕਾਫੀ ਟਾਈਮ ਉਹਨਾਂ ਨਾਲ ਇਨਵੋਲਵਡ ਰਿਹਾ ਐਂਡ ਹੀ ਵਾਸ ਅ ਪਰਸਨ ਜਿਹਦੀ ਮਿਹਨਤ ਦੇ ਕਰਕੇ ਫਰਸਟ ਟਾਈਮ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਕਿ 26 ਜਨਵਰੀ ਦੀ ਪਰੇਡ GHPS ਹੇਮਕੁੰਟ ਕਲੋਨੀ ਦਾ ਬੈਂਡ ਗਿਆ ਸੀ। ਸੋ ਦੈਟ ਇਜ਼ ਹਿਸ ਅਚੀਵਮੈਂਟ। ਔਰ ਇਹੋ ਜਿਹਾ ਬੰਦਾ ਅਗਰ ਸਿਰਫ ਪੈਸੇ ਨੂੰ ਮੁਹਤਾਜ ਹੋ ਕੇ ਦੁਨੀਆ ਛੱਡ ਕੇ ਚਲਾ ਗਿਆ, ਮੈਂ ਸਮਝਦਾ ਕਿ ਸਾਡੇ ਵਾਸਤੇ ਬੜੀ ਲਾਨਤ ਦੀ ਗੱਲ ਹੈ ਐਸੀ ਮੈਨੇਜਮੈਂਟ ਵਾਸਤੇ। ਔਰ ਦੂਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਰਹੀ ਹੈ ਇਮੀਡੀਏਟ ਪੈਸੇ ਨੂੰ ਮੈਨੇਜਮੈਂਟ ਕਰਕੇ ਪਬਲਿਕ ਦੇ ਸਾਹਮਣੇ ਓਪਨ ਕੀਤਾ ਜਾਏ। ਇਹ ਹੋ ਕੀ ਰਿਹਾ ਅੰਦਰ ਖਾਣੇ ਹੁਣ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ $1 ਲੱਖ ਤਾਂ ਛੋਟੀ ਅਮਾਉਂਟ ਨਹੀਂ ਹੁੰਦੀ। $1 ਲੱਖ ਅਗਰ ਆ ਰਿਹਾ ਅਗਰ ਉਹਨੂੰ ਸਕੂਲਾਂ ਦੇ ਵਿੱਚ ਟ੍ਰਾਂਸਫਰ ਕਰਤਾ ਜਾਏ ਲੰਗਰ ਉਸੇ ਹਿਸਾਬ ਨਾਲ ਚੱਲਦਾ ਹੈ। ਸੋ ਮੇਰੀ ਰਿਕੁਐਸਟ ਹੈਗੀ ਮੈਨੇਜਮੈਂਟ ਨੂੰ ਕਿ ਸਾਡੇ ਪੁਆਇੰਟਸ ਨੂੰ ਜ਼ਰੂਰ ਦੇਖਣ ਪਲੀਜ਼। ਥੈਂਕ ਯੂ ਜੀ। ਐਜੂਕੇਸ਼ਨ ਸਰ ਤੁਹਾਨੂੰ ਮੈਂ ਛੋਟੇ ਤੇ ਦੇ ਦਿੰਦਾ ਚੜ੍ਹਦੀ ਕਲਾ ਟੀਵੀ ਤੇ ਰੋਜ਼ ਸ਼ਾਮੀ ਪ੍ਰਧਾਨ ਸਾਹਿਬ ਤੁਹਾਡੇ ਸਿਰਸਾ ਸਾਹਿਬ ਰੋਜ਼ ਬੋਲਦੇ ਨੇ ਇੰਨੇ ਪੈਸੇ ਆ ਗਏ ਇੰਨੇ ਆ ਗਏ। ਉਹ ਪੈਸੇ ਗਏ ਕਿੱਥੇ ਜਦ ਤੁਸੀਂ ਪਰਚੇਸ ਨਹੀਂ ਕਰ ਰਹੇ? ਸੰਗਤ ਤੁਹਾਨੂੰ ਰਸਦ ਦੇ ਰਹੀ ਹੈ, ਸਭ ਕੁਝ ਦੇ ਰਹੀ ਹੈ, ਫਿਰ ਪੈਸੇ ਜਾ ਕਿੱਥੇ ਰਹੇ ਨੇ? ਠੀਕ ਹੈ ਨੈਕਸਟ ਹੋਰ ਸੋਲੂਸ਼ਨ। ਹਰਜੋਤ ਜੀ ਤੁਹਾਨੂੰ ਬਾੜ ਸਾਹਿਬ ਨੂੰ ਤੇ ਸਿਰਸਾ ਸਾਹਿਬ ਨੂੰ ਇੱਕ ਵਾਰੀ ਵੀਡੀਓ ਕਾਨਫਰੰਸ ਤੇ ਜ਼ੂਮ ਤੇ 2-3 ਦਿਨ ਬਾਅਦ ਬੁਲਾਉਣਾ ਚਾਹੀਦਾ ਹੈ। ਜੇਕਰ ਕਹੋਗੇ ਤੇ ਅਸੀਂ ਵੀ ਉਹਦਾ ਹਿੱਸਾ ਬਣਨ ਨੂੰ ਤਿਆਰ ਹੈਗੇ। ਮੈਂ ਵਿਜੇ ਸੋਮਵਾਰ ਦਾ ਟਾਈਮ ਮੈਂ ਅੱਜ ਪਲੇਟਫਾਰਮ ਤੇ ਕਹਿ ਰਿਹਾ ਵਾਂ, ਸੋਮਵਾਰ ਦਾ ਟਾਈਮ ਮੈਂ ਉਹਨਾਂ ਨੂੰ ਦਵਾਂਗਾ। ਅਗਰ ਉਹ ਆਣ
ਤੇ ਮੋਸਟ ਵੈਲਕਮ। ਬਾਕੀ ਉਹਨਾਂ ਨੂੰ ਆਉਣਾ ਚਾਹੀਦਾ ਕਿਉਂਕਿ ਜੇਕਰ ਸਿਰਸਾ ਜੀ ਨੇ ਐਕਨੋਲੇਜ ਕੀਤੀ ਇਹ ਗੱਲ ਔਰ ਬਾੜ ਜੀ ਤੇ ਪਹਿਲੇ ਹੀ ਆ ਚੁੱਕੇ ਨੇ, ਜੇਕਰ ਇਹ ਦੋਨੋਂ ਆਣ ਔਰ ਪਲੀਜ਼ ਉਹ ਸੋਲੂਸ਼ਨ ਦੇਣ ਟੀਚਰਸ ਵਾਸਤੇ ਕਿ ਉਹ ਕਿੰਨਾ ਕੁ ਪੈਸਾ ਆ ਰਿਹਾ ਔਰ ਕਿੰਨਾ ਟ੍ਰਾਂਸਫਰ ਕਰਨਗੇ ਸੈਲਰੀ ਵਾਸਤੇ, ਔਰ ਉਹ ਦੋਨੋਂ ਹੀ ਦੱਸ ਸਕਦੇ ਨੇ, ਉਹਨਾਂ ਤੋਂ ਇਲਾਵਾ ਕੋਈ ਨਹੀਂ ਦੱਸ। ਉਹਨਾਂ ਨੂੰ ਬੋਲਣਾ ਡੇਟਾ ਲੈ ਕੇ ਆਣ ਤੇ that will be the important thing, and ਅਸੀਂ ਹੋਰ ਮੈਨੇਜਮੈਂਟ ਦੇ ਵੀ ਬੰਦੇ ਇਕੱਠੇ ਕਰ ਲਾਂਗੇ ਜਿਹੜੇ ਐਕਸਪੀਰੀਅੰਸ ਹੈਗੇ। ਨਹੀਂ ਮੇਰੇ ਖਿਆਲ ਨਾਲ ਜੀ ਜੇਕਰ ਉਹ ਸਿਰਫ ਆਪ ਆ ਕੇ ਇੰਨਾ ਹੀ ਕਹਿ ਦੇਣ ਕਿ ਸਾਡੇ ਕੋਲ 100 ਰਕਮ ਆਈ ਔਰ ਅਸੀਂ 100 ਰਕਮ ਟ੍ਰਾਂਸਫਰ ਕਰ ਰਹੇ ਹਾਂ, ਉਹ ਟ੍ਰਾਂਸਫਰ ਹੋਏਗੀ ਸਾਰੀ ਦੁਨੀਆ ਚ। ਐਟਲੀਸਟ ਟੀਚਰਸ ਨੂੰ ਥੋੜਾ ਸਰ ਦੇਣ ਘੱਟੋ ਘੱਟ ਤਾਂ ਕਿ ਸਾਰੇ ਦੇ ਨੈਕਸਟ ਕੋਈ ਸੋਲੂਸ਼ਨ। 10 ਕਰੋੜ ਰੁਪਏ ਇਹਨਾਂ ਨੇ ਕਿਹਾ ਸੀ ਐਫਡੀ ਹੈਗੀ ਹੈ, ਮੈਂ ਖੁਦ ਔਨ ਰਿਕਾर्ड ਕਹਿ ਰਿਹਾ, ਸਭ ਦੇ ਸਾਹਮਣੇ ਕਹਿ ਰਿਹਾ 10 ਕਰੋੜ ਦੀ ਐਫਡੀ ਇਹਨਾਂ ਨੇ ਖੁਦ ਮੇਰੇ ਸਭ ਸਾਹਮਣੇ ਮੈਨੂੰ ਖੁਦ ਕਹੀ ਹੈ, और 10 करोड़ ਦੀ ਐਫਡੀ ਕਿਉਂ ਨਹੀਂ ਤੋੜਦੇ ਸਟਾਫ ਵਾਸਤੇ। ਚਲੋ ਹੋਰ ਕੋਈ ਸਰ ਮਿਸ ਮੈਨੇਜਮੈਂਟ ਵਾਸਤੇ ਸਾਰੇ ਦੇ ਸਾਰੇ ਜ਼ਿੰਮੇਦਾਰ ਨੇ, ਕੋਈ ਵੀ ਰਿਹਾ ਹੋਏ, ਕੋਈ ਵੀ ਪ੍ਰਧਾਨ ਰਿਹਾ ਹੋਏ, ਕੋਈ ਵੀ ਕੁਝ ਰਿਹਾ ਹੋਏ, ਇਹਨਾਂ ਸਾਰਿਆਂ ਨੂੰ ਮਿਲ ਕੇ ਹੀ ਫੰਡ ਜਨਰੇਟ ਕਰਨਾ ਚਾਹੀਦਾ ਹੈਗਾ ਤੇ ਇਸ ਟਾਈਮ ਪਰ ਟੀਚਰਸ ਦੀ ਹੈਲਪ ਕਰਨੀ ਚਾਹੀਦੀ ਹੈ, ਸਟਾਫ ਦੀ ਹੈਲਪ ਕਰਨੀ ਚਾਹੀਦੀ ਹੈ, ਚਾਹੇ ਓਵਰ ਸਟਾਫਿੰਗ ਕਿਸੇ ਨੇ ਕੀਤੀ ਹੈ, ਕਿਸੇ ਨੇ मैडम सॉल्यूशन प्लीज। हाँ सर सॉल्यूशन ही है ना ये सारे सरना साहब कह मैडम जो किसने करता हूं छोड़ो इस सॉल्यूशन साहब तो ਤੁਸੀਂ ਬੋਲਦੇ ਮੈਂ ਤੁਹਾਨੂੰ ਰੋਕਦੀ ਨਹੀਂ ਆ प्लीज। मैडम मेरी रिक्वेस्ट है, देखो टाइम इसमें सब ਮੈਨੂੰ ਪੂਰਾ ਗੱਲ ਕਰਨ ਦਿਓ, ਮੇਰੀ ਪੂਰੀ ਗੱਲ ਹੋਣ ਦਿਓ, ਬੋਲਣ ਦਿਓ ਯਾਰ, ਬੋਲਣ ਦਿਓ ਮੈਡਮ ਨੂੰ ਬੋਲਣ ਦਿਓ। ਚਾਹੇ ਸਰਨਾ ਸਾਹਿਬ ਕਹਿ ਰਹੇ ਨੇ ਮੈਂ ਸਕੂਲ ਟੇਕ ਓਵਰ ਕਰਨ ਨੂੰ ਰੈਡੀ ਹਾਂ, ਦੈਟ ਮੀਨਸ ਟੇਕ ਓਵਰ ਕਰਕੇ ਇਮੀਡੀਏਟਲੀ 14-15 ਕਰੋੜ ਰੁਪਏ ਸਕੂਲ ਤੇ ਲਾਣ ਗਏ ਤੇ ਇਮੀਡੀਏਟਲੀ ਉਹ ਜੇ 4-5 ਦਿੰਦੇ ਨੇ, 4-5 ਮਨਜੀਤ ਸਿੰਘ ਜੀ ਦਿੰਦੇ ਨੇ, 4-5 ਹਿੱਤ ਸਾਹਿਬ ਦਿੰਦੇ ਨੇ, 4-5 ਇਹ ਕਰਦੇ ਨੇ ਤੇ ਤਾਂ ਵੀ ਸੋਲੂਸ਼ਨ ਹੈ ਕਿਉਂਕਿ ਸਾਰੇ ਪ੍ਰਧਾਨ ਰਹੇ ਨੇ, ਸਾਰਿਆਂ ਨੂੰ ਸਿਚੁਏਸ਼ਨ ਪਤਾ ਸਭ ਦੇ ਕਰਦੀ ਹੈ। ਐਦਾਂ ਕਰੋ ਸਕੂਲ ਇੱਕ ਕਰਕੇ ਦੇ ਦਿਓ ਸਾਰੇ ਵੱਡੇ ਬੰਦਿਆਂ ਨੂੰ, ਸਾਰਾ ਹੀ ਖਤਮ ਹੋ ਜਾਏਗਾ। एक्स प्रेसिडेंट्स एंड प्रेजेंट प्रेसिडेंट इन सबको मिलकर कंट्रीब्यूट करना चाहिए, सारे लाइक मेंबर्स को। सर एक मिनट, थोड़ा थोड़ा दे दो सर, स्टाफ ने पूरा काम किया है सर, स्टाफ का कहीं पे कोई ऐसा करो ना, एक और सॉल्यूशन हैगा, सारे स्टाफ थोड़ा थोड़ा क्यों लेगा, सारे मेंबर्स को, सारे एक्स प्रेसिडेंट्स को मिलाओ और सबसे कंट्रीब्यूशन करवाओ और सैलरीज पूरी दी जाए। सारे जिम्मेदार ने, सभी करेंगे, चाहे वो प्रेजेंट है। बिल्कुल ठीक है। जेडी गल शुरू तो चली कि मैनेजमेंट टाइम सानू इजाजत नहीं देता, सब तो वड्डी जेडी गल है कि मैनेजमेंट जेडी है वो प्रॉपर नहीं हो पाई। किथे ना किथे अज दा प्रेसिडेंट, पुराना प्रेसिडेंट या असी ना लेके चलिए, बीमारी अज तो नहीं कई साल तो है, सोल्यूशन होता है कि टीचर क्यों सफर करे। मैं एक गल फिर कहना कि टीचर वो ने जिन्हों ने बच्चों का भविख बनाना है, और जेडी गल कई विचों कई बंदियां ने कई वीरां ने कही कि जिसने भविख बनाना होवे उन्हां दा ध्यान अगर घर वाल होए कि जी मेरी तनख्वाह आएगी नहीं आएगी, किथे ना किथे भावें डिनाई सारे टीचर करदियां पियां ने, पर किथे ना किथे वो माइंड विच रहिंदी ही रहिंदी है कि जी मेरी तनख्वाह भी 4 महीने पेंडिंग है। ठीक है, वो बच्चों नूं पढ़ाउण विच कोई कसर नहीं छड्डदियां, लेकिन फिर भी किथे ना किथे माइंड जिवें अज सारे सोशल मीडिया ते किथे ना किथे सब दा माइंड उत्थे है कि साडी तनख्वाहां दित्तियां जाण। और ये जेड़ी भी गल है ये सारियां नूं बैठ के सलूशन अज दा नहीं, मैं फिर गल करांगा कि सलूशन अज वास्ते नहीं कि अज अगर 10 करोड़ 15 करोड़ रुपया घट है तो दे के खत्म किया जाए, कला वो सलूशन नहीं है। सलूशन वो हैगा कि इस सलूशन का करन नाल बैठ के अगो जिवें कई पॉइंट आए ने कि जेड़ियां पॉलिसियां इन्हां दी बड़ियां ने जेड़ियां सारे मैनेजमेंट नूं खराब कर दियां ने, और जिदे करके शायद स्कूलां दा हरजोत जी सलूशन वास्ते जिवें बाट साहब नाल गल होई है और सारियां दा ऑफिस बैठ के डाउन जा रहा है और नुकसान बच्चों का हो रहा है और किथे ना किथे कौम का हो रहा है, क्योंकि अज दी डेट विच किसी भी कौम का भविख बच्चे होंदे ने और बच्चों नूं बनाउण वालियां दी तनख्वाहां जिहड़ियां ने वो कहा जाता है कि किसी का पसीना सुकण तो पहले उहदी अगर मजदूरी देती जाए तो किते ना किते वो मैं तो कहांगा कि रब भी वो शायद उहियो चाहता होएगा कि किसी ना किसी नूं देती जाए। तो कुछ गल्लां इस विच सामने आईयां कि जिहड़ियां अग्गों वास्ते भी एक तनख्वाह दी ते पेंडिंग है, पर अग्गों वास्ते कई पॉइंट जिहड़े लिखे ने कि एडमिनिस्ट्रेशन ठीक होवे, फैकल्टी होवे, अनप्रोफेशनल चेयरमैन नहीं होने चाहिए। ये सारियां चीज़ां जिहड़ियां ने ये जिहड़ियां निकल के आईयां ने, भावें थोड़ा कुछ निकल के आया है, पर अग्गों वास्ते शायद अज दी सिचुएशन के नाल अग्गों वास्ते आने वाले टाइम वास्ते भी ये बड़ा सहाय होएगा। ते मैं आप सारियां दा बहुत बहुत धन्नवाद करदा वां जिन्हां ने इस प्लेटफॉर्म ते आके अपनी आवाज़ जिहड़ी हैगी है वो अज असी शेयर कीती है, ये किसी नूं पहुंचाई नहीं है,
ਇਹ ਅਸੀਂ ਸ਼ੇਅਰ ਕੀਤੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਇਹ ਇੱਕ ਸਾਡੇ ਸਿੱਖ ਕੌਮ ਦੀ ਧਰੋਹਰ ਹੈ। ਸਾਡੇ ਬਜ਼ੁਰਗਾਂ ਨੇ ਕਈ ਸੋਚਾਂ ਲੈ ਕੇ ਇਸ ਨੂੰ ਜਿਹੜਾ ਹੈ ਤਿਆਰ ਕੀਤਾ, ਖੜਾ ਕੀਤਾ, ਔਰ ਉਸ ਸੋਚ ਨੂੰ ਨਾ ਅਸੀਂ ਮਰਨ ਦਈਏ ਔਰ ਉਸ ਸੋਚ ਨੂੰ ਅਸੀਂ ਕਾਇਮ ਰੱਖੀਏ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਫਿਰ ਆਪ ਨਾਲ ਸਾਰਿਆਂ ਨੂੰ ਅਨਮਿਊਟ ਕਰਕੇ ਇੱਕ ਵਾਰੀ ਸਾਰਿਆਂ ਨੂੰ ਧੰਨਵਾਦ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਡੇ ਵਾਸਤੇ ਤੁਸੀਂ ਬਾਠ ਸਾਹਿਬ ਤੇ ਸਿਰਸਾ ਸਾਹਿਬ ਨੂੰ ਇਨਵਾਈਟ ਜ਼ਰੂਰ ਕਰੋ ਜੀ।